ਅਸੀਂ ਸਾਰੇ ਆਏ ਹਾਂ, ਤੁਹਾਨੂੰ ਪਤਾ ਹੀ ਹੈ। ਟਰੈਕਟਰ ਮਾਰਚ ਕੀਤਾ ਹੈ, ਸਟੇਜ ਤੇ ਵੀ ਬੋਲ ਕੇ ਆਏ ਹਾਂ। ਆਉਂਦੇ ਵੈਸੇ ਵੀ ਰਹਿੰਦੇ ਆ, ਪਰ ਕਦੇ ਕਦੇ ਸਾਹਮਣੇ ਵੀ ਆਉਣਾ ਪੈਂਦਾ ਤਾਂ ਜੋ ਇੱਥੋਂ ਦਾ ਜੋ ਮੈਸੇਜ ਹੈ ਉਹ ਸਾਰੀ ਦੁਨੀਆ ਤੱਕ ਪਹੁੰਚ ਸਕੇ। ਮੈਨੂੰ ਇਹ ਕਹਿਣ ਦੀ ਲੋੜ ਨਹੀਂ ਗੀ ਕਿ ਚਾਹੇ ਪਾਲਾ ਹੋਵੇ, ਚਾਹੇ ਗਰਮੀ ਹੋਵੇ, ਚਾਹੇ ਮੀਂਹ ਹੋਵੇ, ਇਹ ਜੋ ਕਰਮਠ ਯੋਧੇ ਬੈਠੇ ਨੇ, ਜੋ ਲੀਡਰ ਸਾਹਿਬਾਨ ਤੇ ਬਾਕੀ ਸਾਰੇ ਵਰਕਰ, ਜੋ ਅਸੀਂ ਅੱਜ ਵੇਖਿਆ, ਮੈਂ ਤੇ ਸੀਪੀ ਇੱਕੋ ਟਰੈਕਟਰ ਤੇ ਸੀ, ਅਸੀਂ ਗੱਲ ਕਰ ਰਹੇ ਸੀ, ਜਿਵੇਂ ਮੁੰਡੇ ਭੱਜ ਭੱਜ ਕੇ ਹਟਾ ਰਹੇ ਸੀ ਪਾਸੇ, ਜਿਵੇਂ ਤੁਸੀਂ ਸਾਰੀ ਪ੍ਰੈਸ ਕਵਰ ਕਰ ਰਹੀ ਸੀ। ਇਹਦੇ 'ਚ ਕਿਸੇ ਨੂੰ ਇਹ ਨਿਸ਼ਠਾ ਹੈ, ਇਹ ਤੁਹਾਡਾ ਤੁਸੀਂ ਕਹਿ ਲਓ ਆਪਦੀ ਮਿੱਟੀ ਲਈ, ਆਪਦੀ ਜ਼ਮੀਨ ਲਈ, ਆਪਦੇ ਦੇਸ਼ ਲਈ, ਆਪਦੇ ਪ੍ਰਦੇਸ਼ ਲਈ ਇੱਕ ਦੇਣ ਹੈ, ਤਾਂ ਜੋ ਅਸੀਂ ਜਿਹੜੀ ਦੁਨੀਆ ਜੁੜੀ ਹੋਈ ਹੈ ਆਪਦੀ ਜਗ੍ਹਾ ਬਹਿ ਕੇ ਜੁੜੀ ਹੈ, ਪਰ ਜਿਵੇਂ ਬੇਸ ਹੁੰਦਾ ਨਾ, ਉਹ ਬੇਸ ਆ ਹੈ। ਇੱਥੋਂ ਉਹਨਾਂ ਨੂੰ ਥੋੜੀ ਦੇਰ ਬਾਅਦ ਮੈਸੇਜ ਜਾਣਾ ਕਿ ਜੋ ਤੁਹਾਡੀ ਸਪੋਰਟ ਉੱਥੇ ਬੈਠ ਕੇ ਹੈ, ਇੱਥੋਂ ਵਾਲੇ ਉਵੇਂ ਹੀ ਡਟੇ ਹੋਏ ਨੇ ਔਰ ਜਿੱਤਣ ਤੋਂ ਬਾਅਦ ਹੀ ਉੱਠਾਂਗੇ। ਉਹਦੇ 'ਚ ਬਹੁਤ ਸਾਰੀਆਂ ਗੱਲਾਂ ਨੇ ਜੋ ਗਵਰਨਮੈਂਟ ਕਰ ਰਹੀ ਹੈ, ਜੋ ਅੱਗੋਂ ਲੀਡਰਾਂ ਦੀ ਰਹਿਨੁਮਾਈ 'ਚ ਅਗਵਾਈ 'ਚ ਜਵਾਬ ਦਿੱਤਾ ਜਾ ਰਿਹਾ। ਜਿਸ ਤਰ੍ਹਾਂ ਨਾਲ ਜਿਵੇਂ ਇੱਕ ਸੰਸਦ ਦੇ ਮੁਕਾਬਲੇ ਸੰਸਦ ਲਗਾਈ ਗਈ, ਦੱਸਿਆ ਗਿਆ ਕਿ ਇੱਥੇ ਕੰਮ ਕਿਵੇਂ ਹੁੰਦਾ ਹੈ, ਉੱਥੇ ਕਿਵੇਂ ਹੁੰਦਾ ਹੈ, ਇਹ ਫਰਕ ਮਹਿਸੂਸ ਹੋਵੇ। ਔਰ ਥੋੜ੍ਹਾ ਜਿਹਾ ਇੱਕ ਗੱਲ ਅਸੀਂ ਉਹਨਾਂ ਨੂੰ ਕਹਿ ਸਕੀਏ ਕਿ ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਕ ਵਾਰੀ ਜਿੱਤ ਗਏ ਫਿਰ 5 ਸਾਲਾਂ ਬਾਅਦ। ਡੈਮੋਕ੍ਰੇਸੀ ਦਾ ਮਤਲਬ ਹੁੰਦਾ ਹਰ ਰੋਜ਼ ਇਹ ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਸਰਕਾਰ ਹੁੰਦੀ ਹੈ, ਤਾਂ ਲੋਕਾਂ ਦੀ ਗੱਲ ਸੁਣਨੀ ਪਊਗੀ, ਹਰ ਰੋਜ਼ ਉਹਦਾ ਜਵਾਬ ਦੇਣਾ ਪਊਗਾ, ਉਹ ਮਸਲਿਆਂ ਨੂੰ ਹੱਲ ਕਰਨਾ ਪਊਗਾ। ਜਦੋਂ ਇੰਨੇ ਲੋਕ ਜੁੜੇ ਹੋਣ, ਮੰਗ ਸਪਸ਼ਟ ਹੋਵੇ, ਕਲੀਅਰ ਹੋਵੇ, ਇੱਕ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰਨਾ ਕਿ ਨਹੀਂ ਜੀ ਕਿਸਾਨ ਤਾਂ ਜ਼ਿੱਦੀ ਨੇ, ਜਾਂ ਇਹ ਤਾਂ ਦੱਸ ਨਹੀਂ ਰਹੇ ਕਿ ਅਸਲ ਮਸਲਾ ਕੀ ਹੈ। ਕਲੌਜ਼ ਦਰ ਕਲੌਜ਼ ਇਹਨਾਂ ਨੇ ਸਮਝਾਇਆ ਹੈ। ਜੇ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ, ਮੈਂ ਗੌਰਮੈਂਟ ਦੇ ਨੁਮਾਇੰਦਿਆਂ ਨੂੰ ਵੀ ਆਉਣਾ ਹੈ, ਇਹਨਾਂ ਨੂੰ ਤਾਂ ਛੱਡੋ, ਇਹਨਾਂ ਨੂੰ ਤਾਂ ਪਤਾ ਹੀ ਹੈ ਕਿ ਕਲੌਜ਼ ਦਾ। ਸਾਡੇ 'ਚੋਂ ਕਿਸੇ ਨਾਲ ਆ ਕੇ ਬਹਿ ਜਾਓ, ਤੁਹਾਡੇ 'ਚੋਂ ਕਿਸੇ ਨਾਲ ਬਹਿ ਜਾਣ, ਡਿਸਕਸ ਕਰ ਲੈਣ, ਅਸੀਂ ਦੱਸ ਦਿਆਂਗੇ ਕਿ ਇਸ ਬਿੱਲ ਦਾ ਕਿਵੇਂ ਨੁਕਸਾਨ ਹੈ। ਔਰ ਤੁਸੀਂ ਸਾਡੀਆਂ ਜ਼ਮੀਨਾਂ 'ਤੇ ਵੀ ਅਗਰ ਜਿਵੇਂ ਹਰ ਰੋਜ਼ ਮੀਡੀਆ ਕਹਿੰਦਾ ਜ਼ਮੀਨਾਂ ਕਿਵੇਂ ਖੋਵਾਂਗੇ, ਉਹ ਲਿਖ ਕੇ ਥੋੜ੍ਹੀ ਖੋਈਆਂ ਜਾਂਦੀਆਂ ਹੁੰਦੀਆਂ ਜ਼ਮੀਨਾਂ। ਇਹ ਹਿਡਨ ਏਜੰਡੇ ਹੁੰਦੇ ਨੇ ਜਿਹੜੇ ਕਿ ਇਹਨਾਂ ਦੇ ਬਿੱਲਾਂ ਦੇ ਪਿੱਛੇ ਸਾਫ਼ ਨੇ, ਜੋ ਕਲੀਅਰ ਨੇ। ਸੋ ਮੈਨੂੰ ਲੱਗਦਾ ਓਪਨਿੰਗ ਰਿਮਾਰਕਸ ਕਾਫੀ ਹੋ ਗਿਆ। ਹੁਣ ਤੁਸੀਂ ਜੋ ਪੁੱਛਣਾ ਚਾਹੋਗੇ, ਜਿਸ ਤੋਂ ਪੁੱਛਣਾ ਚਾਹੋਗੇ, ਉਹਦਾ ਅਸੀਂ ਜਵਾਬ ਦਿੰਦੇ ਜਾਵਾਂਗੇ। ਪਲੀਜ਼ ਪ੍ਰੋਸੀਡ। ਪੁੱਛੋ ਕੁਛ। ਹੁਣ ਬੈਠੇ ਨੇ ਦਵਿੰਦਰ ਜੀ, ਬੈਠੇ ਨੇ, ਇਹਨਾਂ ਨੂੰ ਦੱਸੋਗੇ, ਦੱਸਣਗੇ। ਬਲਕਿ ਮੈਂ ਕਹੂੰਗਾ ਇੱਕ, ਦਵਿੰਦਰ ਜੀ ਥੋੜ੍ਹਾ ਜਿਹਾ ਤੁਸੀਂ ਇਹ ਜ਼ਰੂਰ ਸਮਝਾਓ ਕਿ ਇਹ ਜੋ ਬਿੱਲਾਂ ਬਾਰੇ ਗੱਲ ਕਰ ਰਹੇ ਨੇ, ਵਾਰ-ਵਾਰ ਇੱਕ ਮੀਡੀਆ ਕਹਿੰਦਾ ਆ ਕਿ ਨੈਸ਼ਨਲ ਮੀਡੀਆ ਕਿ ਜੀ ਅਸੀਂ ਜ਼ਮੀਨਾਂ ਕਿੱਥੇ ਖੋ ਰਹੇ ਹਾਂ, ਇਹਨਾਂ ਦਾ ਨੁਕਸਾਨ ਕੀ ਹੈ, ਤੁਸੀਂ ਦੱਸਦੇ ਕਿਉਂ ਨਹੀਂ? ਵੈਸੇ ਤਾਂ ਸਮਝਾ ਚੁੱਕੇ ਨੇ, ਮਾੜਾ ਜਿਹਾ ਤੁਸੀਂ ਸੰਖੇਪ 'ਚ ਅਗਰ ਇਹ ਸਮਝਾ ਪਾਓ ਕਿ ਭਾਈ ਐ ਜ਼ਮੀਨਾਂ ਖੋਈਆਂ ਜਾਣਗੀਆਂ ਤੇ ਆ ਇਹਨਾਂ ਬਿੱਲਾਂ ਦੇ ਨੁਕਸਾਨ ਨੇ ਜੇ ਪਾਸ ਹੁੰਦੇ ਨੇ ਜਾਂ ਇਹਨਾਂ ਨੂੰ ਲਾਗੂ ਹੁੰਦੇ ਨੇ। ਪਲੀਜ਼ ਜ਼ਰਾ ਇਹ ਜ਼ਰੂਰ ਦੱਸੋ। ਬੇਸਿਕਲੀ ਜੋ ਇਹ ਲਾਜ਼ ਆਏ ਹੈਗੇ ਆ, ਦੇ ਆਰ ਓਨਲੀ ਟਰਾਈਂਗ ਟੂ, ਉਹਨਾਂ ਦੀ ਕੋਸ਼ਿਸ਼ ਇਹ ਹੈ ਲਾਜ਼ ਦੇ ਮਾਧਿਅਮ ਤੋਂ ਕਿ ਇੱਕ ਫ੍ਰੀ ਮਾਰਕੀਟ ਦਾ ਇਦਾਰਾ ਕ੍ਰੀਏਟ ਕੀਤਾ ਜਾਏ, ਮਤਲਬ ਕਿਸਾਨ ਨੂੰ ਮਾਰਕੀਟ ਦੇ ਹਵਾਲੇ ਕਰਤਾ ਜਾਏ। ਔਰ ਇਹ ਆਰਗੂਮੈਂਟ ਇਹ ਹੈ ਕਿ ਮਾਰਕੀਟਸ ਆਰ ਦੀ ਬੈਟਰ ਜੱਜ, ਦੇ ਵਿਲ ਪ੍ਰੋਵਾਈਡ ਪ੍ਰਾਈਸ ਡਿਸਕਵਰੀ, ਯਾਨੀ ਮਾਰਕੀਟ ਜਦ ਆਪਰੇਟ ਕਰੇਗਾ ਤਾਂ ਕਿਸਾਨਾਂ ਨੂੰ ਆਪਣੇ ਆਪ ਹੀ ਅੱਛਾ ਦਾਮ ਮਿਲੇਗਾ, ਕਿਉਂਕਿ ਸਪਲਾਈ ਡਿਮਾਂਡ ਦਾ ਫੈਕਟਰ ਜਦ ਪਲੇ ਕਰਦਾ ਹੈਗਾ। ਦੈਟ ਇਜ਼ ਵਾਟ ਦੀ ਆਰਗੂਮੈਂਟ ਇਜ਼। ਲੇਕਿਨ ਸੱਚਾਈ ਇਹ ਹੈਗਾ ਕਿ ਭਾਈ ਆਪਣੇ ਹਿੰਦੁਸਤਾਨ 'ਚ ਵੀ ਅਗਰ ਅਸੀਂ ਦੇਖ ਲਈਏ, ਇਹ ਜੀ ਐਕਸਾਈਟਮੈਂਟ ਹੁਣ ਤੱਕ ਬਹੁਤ ਜ਼ਿਆਦਾ ਹੋ ਗਈ, ਕਿਸਾਨਾਂ ਨੇ ਜ਼ਿਆਦਾ ਐਕਸਾਈਟਮੈਂਟ ਕਰਾਤੀ ਹੈਗੀ ਹਰੇਕ ਇਸ ਇਸ਼ੂ ਦੀ। ਲੇਕਿਨ 2006 ਵਿੱਚ ਵੀ ਇਸ ਤਰ੍ਹਾਂ ਦੀ ਐਕਸਾਈਟਮੈਂਟ ਸੀਗੀ। ਮੈਨੂੰ ਹਾਲੇ ਤੱਕ ਯਾਦ ਹੈ ਉਸ ਟਾਈਮ ਕਿਹਾ ਗਿਆ ਸੀਗਾ ਕਿ ਭੁੱਲ ਜਾਓ ਪੰਜਾਬ ਨੂੰ, ਭੁੱਲ ਜਾਓ ਹਰਿਆਣਾ ਨੂੰ, ਨਾਓ ਬਿਹਾਰ ਵਿਲ ਬੀ ਦੀ ਹਾਰਬਿੰਗਰ ਆਫ ਏ ਨਿਊ ਮਾਰਕੀਟ ਡਰਿਵਨ ਐਗਰੀਕਲਚਰ। ਯਾਨੀ ਬਿਹਾਰ ਜਿਹੜਾ ਹੈਗਾ ਹੁਣ ਇੱਕ ਨਵਾਂ ਮਾਡਲ ਹੋਏਗਾ ਮਾਰਕੀਟ ਡਰਿਵਨ ਐਗਰੀਕਲਚਰ ਦਾ। ਕਿਉਂਕਿ APMC ਦੀ ਜਿਹੜੀ ਮੰਡੀਆਂ, ਤੁਸੀਂ ਜਾਣਦੇ ਹੀ ਹੋ APMC ਦਾ ਜਿਹੜਾ ਇਸ਼ੂ ਹੈਗਾ, ਉਹ ਮੰਡੀਆਂ ਉਹਨਾਂ ਦਾ ਜਿਹੜਾ ਐਕਟ ਸੀਗਾ APMC ਦਾ, ਉਹ ਉਹਨਾਂ ਨੇ ਹਟਾ ਕੇ ਸੁੱਟਤਾ ਬਿਹਾਰ ਨੇ। ਔਰ ਉਹਨਾਂ ਨੇ ਕਿਹਾ ਕਿ ਭਈ ਹੁਣ ਪ੍ਰਾਈਵੇਟ ਇਨਵੈਸਟਮੈਂਟ ਆਏਗੀ, ਪ੍ਰਾਈਵੇਟ ਮੰਡੀਆਂ ਬਣਨਗੀਆਂ, ਪ੍ਰਾਈਸ ਡਿਸਕਵਰੀ ਹੋਏਗੀ, ਯਾਨੀ ਕਿ ਕੀਮਤਾਂ ਕਿਸਾਨਾਂ ਨੂੰ ਅੱਛੀ ਮਿਲਣਗੀਆਂ। ਅੱਜ 15 ਸਾਲ ਹੋ ਗਏ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ ਉਸ ਰੈਵੋਲੂਸ਼ਨ ਦਾ ਬਿਹਾਰ ਵਿੱਚ। ਔਰ ਅਸੀਂ ਜਾਣਦੇ ਹਾਂ ਕਿ ਹਰ ਸਾਲ ਬਿਹਾਰ ਤੋਂ ਲੋਕੀ ਜਿਹੜੇ ਵਰਕਰਸ ਹੈਗੇ ਸਿਰਫ ਪੰਜਾਬ ਹਰਿਆਣਾ 'ਚ ਨਹੀਂ, ਸਾਰੇ ਦੇਸ਼ ਵਿੱਚ ਜਾਂਦੇ, ਈਵਨ ਲੱਦਾਖ ਵਿੱਚ ਵੀ ਤੁਹਾਨੂੰ ਬਿਹਾਰ ਦੇ ਵਰਕਰਸ ਮਿਲਣਗੇ ਇਸ ਹਾਰਸ਼ ਐਨਵਾਇਰਨਮੈਂਟ ਵਿੱਚ ਵੀ। क्यों? क्योंकि उत्थे जो एक्सपैक्टेशन सीगी, जो मिराकल दिखाया गया सीगा,
ਉਹ ਸਾਰਾ ਫਲॉप ਕਰ ਗਿਆ। 15 ਸਾਲ ਬਹੁਤ ਪੀਰੀਅਡ ਹੁੰਦਾ ਟੂ ਅੰਡਰਸਟੈਂਡ ਕਿ ਵੀ ਇਹ ਸਿਸਟਮ ਨਹੀਂ ਚੱਲੇਗਾ। ਇੱਕ ਗੱਲ ਤਾਂ ਇਹ ਹੋਈ। ਦੂਜੀ ਗੱਲ ਹੈ ਕਿ ਵੀ ਜੇ ਬਿਹਾਰ ਦੇ ਕਿਸਾਨਾਂ ਨੂੰ ਅੱਛੀ ਇਨਕਮ ਮਿਲਦੀ ਹੁੰਦੀ ਹੈ, ਮਿਨੀਮਮ ਸਪੋਰਟ ਪ੍ਰਾਈਸ ਤੋਂ ਜ਼ਿਆਦਾ ਇਨਕਮ ਮਿਲਦੀ ਹੁੰਦੀ ਜਾਂ ਪ੍ਰਾਈਸ ਮਿਲਿਆ ਹੁੰਦਾ ਤਾਂ ਅਜੇ ਹਾਲਾਤ ਨਹੀਂ ਹੋਣੇ ਸੀਗੇ ਕਿ ਪਿਛਲੇ ਸਾਲ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਪੈਡੀ ਦੀ ਯਾਨੀ ਝੋਨੇ ਦੀ 50 ਲੱਖ ਟਨ ਬਿਹਾਰ ਔਰ ਈਸਟਰਨ ਯੂਪੀ ਤੋਂ ਆ ਕੇ ਪੰਜਾਬ ਵਿੱਚ ਵਿਕੇ। 50 ਲੱਖ ਟਨ ਕੋਈ ਛੋਟੀ ਕੁਆਂਟੀਟੀ ਨਹੀਂ ਹੁੰਦੀ ਹੈ। ਕੋਈ 200 FIR ਵੀ ਦਰਜ ਹੋਈਆਂ ਹੈਗੀਆਂ ਟ੍ਰੇਡਰਸ ਦੇ ਉੱਪਰ ਜੋ ਲੈ ਕੇ ਆਏ ਹੈਗੇ ਆ। ਕਿਉਂ? ਕਿਉਂਕਿ ਪੰਜਾਬ ਵਿੱਚ ਜੋ ਵੀ ਰੇਟ ਸੀਗਾ MSP ਉਹ ਮਿਲਦਾ ਸੀਗਾ, ਲੇਕਿਨ ਬਿਹਾਰ ਵਿੱਚ 1100-1200 ਰੁਪਏ ਮੈਕਸਿਮਮ ਪ੍ਰਤੀ ਕੁਇੰਟਲ ਵਿੱਚ ਕਿਸਾਨ ਨੂੰ ਆਪਣਾ ਪ੍ਰੋਡਿਊਸ ਵੇਚਣਾ ਪੈਂਦਾ ਹੈ। ਸੋ ਇਹ ਮਾਰਕੀਟਸ ਦਾ ਜਿਹੜਾ ਰੋਲ ਹੈਗਾ ਉਹ ਬਿਹਾਰ ਨੇ ਬੜਾ ਖਾਸ ਦਿਖਾਤਾ ਕਿ ਮਾਰਕੀਟਸ ਆਰ ਨਾਟ ਅ ਪ੍ਰੋਵਾਈਡਰ ਆਫ ਅ ਬੈਟਰ ਇਨਕਮ। ਇਹ ਹਿੰਦੁਸਤਾਨ 'ਚ ਨਹੀਂ, ਅਗਰ ਅਸੀਂ ਦੁਨੀਆ ਦਾ ਮਾਡਲ ਵੀ ਦੇਖ ਲਈਏ, ਸਾਰੀ ਦੁਨੀਆ ਵਿੱਚ ਇਹ ਜਿਹੜਾ ਪ੍ਰਿੰਸੀਪਲੀ ਜੋ ਅਸੀਂ ਲੈ ਕੇ ਆਏ ਹੈਗੇ ਕਿ ਫ੍ਰੀ ਮਾਰਕੀਟਸ ਦੇ ਹਵਾਲੇ ਛੱਡਿਆ ਜਾਏ ਕਿਸਾਨਾਂ ਨੂੰ, ਸਾਰੀ ਦੁਨੀਆ ਵਿੱਚ ਉਹ ਮਾਡਲ ਫੇਲ ਹੋ ਚੁੱਕਾ ਹੈ। ਅੱਜ ਇਹ ਹਾਲਾਤ ਹੈਗੀ ਹੈ ਕਿ ਅਮਰੀਕਾ ਵਿੱਚ 100 ਸਾਲ ਤੋਂ ਜ਼ਿਆਦਾ ਤੋਂ ਇਹ ਸਿਸਟਮ ਆਪਰੇਟ ਕਰ ਰਿਹਾ ਹੈਗਾ ਔਰ ਉਹਦੇ ਬਾਵਜੂਦ ਪਿਛਲੇ ਸਾਲ 2020 ਵਿੱਚ 425 ਬਿਲੀਅਨ ਡਾਲਰ ਦਾ ਕਰਜ਼ਾ ਕਿਸਾਨਾਂ ਦੇ ਸਿਰ ਤੇ ਖੜਾ ਹੈ। 425 ਬਿਲੀਅਨ ਡਾਲਰ ਦਾ ਕਰਜ਼ਾ ਮਤਲਬ ਹੈ ਕਿ ਮੈਂ ਉਸ ਸਮੁਦਾਇ ਦੀ ਗੱਲ ਕਰ ਰਿਹਾ ਜਿਹੜਾ ਕਿ ਸਿਰਫ 1.5% 1.5% ਰਹਿ ਗਿਆ ਹੈ ਅਮਰੀਕਨ ਪੋਪੂਲੇਸ਼ਨ ਦਾ ਜਿਹੜਾ ਹਿੱਸਾ ਹੈ ਕਿਸਾਨੀ ਦਾ। ਔਰ ਉਹ ਇਸ ਕਰਕੇ ਵੀ ਇੰਪੋਰਟੈਂਟ ਸਮਝਣਾ ਹੈ ਕਿਉਂਕਿ ਹਰ 5 ਸਾਲ ਵਿੱਚ ਅਮਰੀਕਾ ਮੈਸਿਵ ਸਬਸਿਡੀਜ਼ ਅਨਾਉਂਸ ਕਰਦਾ ਹੈਗਾ ਐਗਰੀਕਲਚਰ ਵਿੱਚ। ਕਿੰਨੀਆਂ ਅਨਾਉਂਸ ਕੀਤੀਆਂ? ਜਸਟ ਟੂ ਗਿਵ ਯੂ ਐਨ ਆਈਡੀਆ, 2018 ਵਿੱਚ ਅਮਰੀਕਨ ਸਰਕਾਰ ਨੇ 867 ਬਿਲੀਅਨ ਡਾਲਰ ਦੀ ਸਬਸਿਡੀ ਜਾਂ ਇਨਵੈਸਟਮੈਂਟ ਅਨਾਉਂਸ ਕੀਤੀ ਹੈ ਅਗਲੇ 10 ਸਾਲਾਂ ਬਾਅਦ। ਔਰ ਉਹਦੇ ਬਾਵਜੂਦ ਵੀ 2020 ਚ 425 ਬਿਲੀਅਨ ਡਾਲਰ ਦਾ ਕਰਜ਼ਾ ਕਿਸਾਨਾਂ ਦੇ ਸਿਰ ਤੇ ਖੜਾ ਸੀਗਾ। ਯਾਨੀ ਇਹ ਜਿੱਥੋਂ ਅਸੀਂ ਕੱਟ ਐਂਡ ਪੇਸਟ ਕੀਤਾ ਹੈ ਮਾਡਲ ਜਿਹੜਾ ਅਸੀਂ ਇੰਡੀਆ 'ਚ ਲੈ ਕੇ ਆਏ ਹੈਗੇ ਆ, ਉੱਥੇ ਵੀ ਇਹ ਫੇਲ ਹੋ ਚੁੱਕਿਆ। ਉੱਥੇ ਵੀ ਐਗਜ਼ਾਮਪਲ ਜੋ ਅਮਿਤੋਸ਼ ਜੀ ਦੱਸ ਰਹੇ ਸੀਗੇ ਕਿ ਜ਼ਮੀਨ ਕਿਸ ਤਰ੍ਹਾਂ ਨਿਕਲ ਜਾਏਗੀ ਕਿਸਾਨਾਂ ਦੇ ਹੱਥਾਂ ਵਿੱਚ, ਉੱਥੇ ਵੀ ਇਹ ਬਹੁਤ ਬੜਾ ਇੱਕ ਇਸ਼ੂ ਹੈਗਾ ਕਿ ਓਵਰ ਦੀ ਲਾਸਟ ਐਟਲੀਸਟ 50 ਸਾਲ ਤੋਂ ਜਦ ਤੋਂ ਉਹਨਾਂ ਦੇ ਇੱਕ ਪ੍ਰੈਜ਼ੀਡੈਂਟ ਹੁੰਦੇ ਸੀ, ਤੁਹਾਨੂੰ ਯਾਦ ਹੋਏਗਾ ਰਿਚਰਡ ਨਿਕਸਨ ਸਾਹਿਬ, 1970 ਦੇ ਸ਼ੁਰੂਆਤ ਵਿੱਚ ਉਹਨਾਂ ਦੇ ਇੱਕ ਐਗਰੀਕਲਚਰ ਸੈਕਟਰੀ ਸਾਹਿਬ ਸੀਗੇ। ਉਹਨਾਂ ਨੇ ਕਿਹਾ ਸੀਗਾ, ਬੜੀ ਫੇਮਸ ਸਟੇਟਮੈਂਟ ਹੈ, ਗੈਟ ਬਿਗ ਔਰ ਗੈਟ ਆਊਟ। ਇਹ ਜਿਹੜੀ ਸਟੇਟਮੈਂਟ ਹੈ ਇਸੇ ਕਾਰਨ ਅਮਰੀਕਾ ਵਿੱਚ ਲੋਕਾਂ ਨੇ ਖੇਤੀ ਛੱਡ ਕੇ ਬਾਹਰ ਹੋਏ। ਉਹਨਾਂ ਦੀ ਜ਼ਮੀਨ ਜਿਹੜੀ ਹੈ ਹਥਿਆਲੀ ਗਈ ਬਾਈ ਦੀ ਕਾਰਪੋਰੇਟਸ। ਇਹ ਅਮਰੀਕਾ ਵਿੱਚ ਹੋਇਆ ਹੈਗਾ। ਔਰ ਹੁਣ ਤੁਸੀਂ ਜਾਣਦੇ ਹੋਗੇ ਕਿ ਪਹਿਲੇ ਵੀ ਗੱਲ ਕੀਤੀ ਜਾ ਚੁੱਕੀ ਹੈ ਕਿ ਬਿਲ ਗੇਟਸ ਇਸ ਸਮੇਂ ਦੁਨੀਆ ਦੇ ਸਭ ਤੋਂ ਬੜੇ ਜ਼ਮੀਨ ਦੇ ਮਾਲਿਕ ਨੇ ਹੈਗੇ ਇਸ ਟਾਈਮ, ਔਰ 2 ਲੱਖ ਏਕੜ ਤੋਂ ਜ਼ਿਆਦਾ ਉਹਨਾਂ ਕੋਲ ਜ਼ਮੀਨ ਹੈ ਇਸ ਟਾਈਮ, ਰਕਬਾ ਹੈ ਉਹਨਾਂ ਕੋਲ। ਔਰ ਇਸ ਤਰ੍ਹਾਂ ਦੇ ਹੋਰ ਵੀ ਦੇਖੋ ਤਾਂ ਉਸੇ ਲੜੀ ਵਿੱਚ ਹੈਗੇ ਆ, ਕੋਈ 1.5 ਲੱਖ, ਕੋਈ 2.25 ਲੱਖ, ਇਸ ਤਰ੍ਹਾਂ ਜਿਹੜੇ ਜਿਨ੍ਹਾਂ ਲੋਕਾਂ ਨੇ ਜ਼ਮੀਨ ਹਥਿਆਰ ਲਈ ਹੈ ਜਾਂ ਜਿਨ੍ਹਾਂ ਦਾ ਕਬਜ਼ਾ ਹੋ ਗਿਆ ਹੈ। ਪੰਜਾਬ ਹਰਿਆਣੇ ਵਿੱਚ ਵੀ ਲੋਕਾਂ ਨੂੰ ਡਰ ਹੈਗਾ ਕਿ ਜਦ ਕੰਟਰੈਕਟ ਫਾਰਮਿੰਗ ਆ ਜਾਏਗੀ ਤਾਂ ਉਹਦੇ ਵਿੱਚ ਇੱਕ ਅਧਿਨਿਯਮ ਹੈ ਜਿਹੜਾ ਅਲਾਉ ਕਰਦਾ ਹੈ ਕਿ ਤੁਸੀਂ ਉਸ ਜ਼ਮੀਨ ਦੇ ਉੱਪਰ ਜੋ ਵੀ ਕੰਟਰੈਕਟ ਕਰਨਗੇ ਉਹਦੇ ਉੱਪਰ ਤੁਸੀਂ ਕਰਜ਼ਾ ਲੈ ਸਕਦੇ ਹੋ। ਮੇਰਾ ਐਵੇਂ ਗਲਤ ਨਹੀਂ ਬੋਲ ਰਿਹਾ ਮੈਂ? ਨਹੀਂ ਬਿਲਕੁਲ ਸਹੀ। ਉਹ ਜਦ ਆਏਗਾ ਤਾਂ ਆਬਵੀਅਸਲੀ ਉਹ ਜਿਹੜੀ ਜ਼ਮੀਨ ਹੈ ਕਿਸਾਨਾਂ ਨੂੰ ਜਿਹੜਾ ਡਰ ਹੈਗਾ ਕਿ ਵੀ ਉਹਨਾਂ ਦੇ ਹੱਥ ਤੋਂ ਜ਼ਮੀਨ ਨਿਕਲ ਜਾਏਗੀ, ਉਹਨਾਂ ਤੋਂ ਵਿਥਡਰੋ ਹੋ ਜਾਏਗੀ। ਔਰ ਉਹੀ ਹਾਲ ਅਮਰੀਕਾ ਵਿੱਚ ਹੋਇਆ ਸੀਗਾ, ਉਹੀ ਹੁਣ ਇੰਡੀਆ ਵਿੱਚ ਲਾਜ਼ ਲੈ ਕੇ ਆਏ ਹੈ। ਜੋ ਮਰਜ਼ੀ ਸਰਕਾਰ ਕਲੇਮ ਕਰੇ ਲੇਕਿਨ ਸਾਰੀ ਜੋ ਪ੍ਰੋਗਰੈਸ ਹੈ ਉਸ ਤਰਫ ਹੈ। ਇੱਕ ਹੋਰ ਗੱਲ ਦੇਖਣੀ ਬੜੀ ਇੰਪੋਰਟੈਂਟ ਹੈ ਕਿ ਕਰਨਾਟਕਾ ਨੇ ਇੱਕ ਲਾਅ ਲੈ ਕੇ ਆ ਗਏ ਹੈਗੇ ਆ ਕਿ ਕੋਈ ਵੀ ਆਦਮੀ ਕਰਨਾਟਕਾ ਵਿੱਚ 220 ਹੈ ਕਿ 250 ਏਕੜ ਜ਼ਮੀਨ ਹੈਗੀ ਹੈ, ਐਗਜ਼ੈਕਟਲੀ ਕਿੰਨਾ ਹੈ ਇਹ ਅਸੀਂ ਕ੍ਰਾਸ ਚੈੱਕ ਕਰ ਸਕਦੇ ਹਾਂ ਬਾਅਦ ਵਿੱਚ, ਲੇਕਿਨ 220 ਏਕੜ ਤੋਂ ਜ਼ਿਆਦਾ ਜ਼ਮੀਨ ਤੁਸੀਂ ਖਰੀਦ ਸਕਦੇ ਹੋ। ਮਤਲਬ ਉਹਨਾਂ ਨੇ ਇੱਕ ਤਰਫ ਤਾਂ ਅਸੀਂ ਲਾਜ਼ ਲੈ ਕੇ ਆਏ ਹੈਗੇ, ਨਾਲ ਉਹਨਾਂ ਨੇ ਇਹ ਪ੍ਰੋਵੀਜ਼ਨ ਲਿਆ ਹੈ ਕਿ ਕੋਈ ਵੀ ਆਦਮੀ ਆ ਕੇ 200 ਏਕੜ ਤੋਂ ਜ਼ਮੀਨ ਜ਼ਿਆਦਾ ਖਰੀਦ ਸਕਦਾ ਹੈਗਾ। ਤਾਂ ਮਤਲਬ ਇੱਕ ਤਰ੍ਹਾਂ ਦਾ ਪ੍ਰਿੰਸੀਪਲੀ ਲਾਅ ਅਸੀਂ ਇਸ ਤਰ੍ਹਾਂ ਬਦਲਤੇ ਹੈਗੇ ਆ। ਔਰ ਇੱਕ ਸਟੇਟ ਸ਼ੁਰੂਆਤ ਹੋ ਗਈ ਹੈ, ਸਾਰੀ ਸਟੇਟਾਂ ਵਿੱਚ ਹੋਣਾ ਹੀ ਹੋਣਾ ਹੈਗਾ। ਇਹ ਇੱਕ ਡੋਮੀਨੋ ਇਫੈਕਟ ਜਿਹਨੂੰ ਕਹਿੰਦੇ ਹੈਗੇ ਉਹ ਚੱਲੇਗਾ। ਸੋ ਇਹ ਬੜਾ ਕਲੀਅਰ ਹੈ। ਇੱਕ ਗੱਲ ਤਾਂ ਇਹ ਹੋ ਗਈ। ਦੂਸਰੀ ਗੱਲ ਹੈ ਕਿ ਵੀ ਇਹ ਕਿਹਾ ਜਾਂਦਾ ਹੈ ਕਿ ਬਈ ਜਦ ਕਿਸਾਨ ਦਾ ਨੰਬਰ ਘਟ ਜਾਏਗਾ, ਖੇਤੀ 'ਚੋਂ ਲੋਕੀ ਬਾਹਰ ਜਾਣਗੇ, ਸਭ ਮੰਨਦੇ ਹੈ, ਖੇਤੀ 'ਚੋਂ ਲੋਕੀ ਬਾਹਰ ਜਾਣਗੇ ਤਾਂ ਕਿਸਾਨ ਦਾ ਨੰਬਰ ਘਟ ਜਾਏਗਾ। ਇਹਦਾ ਮਤਲਬ ਹੈ ਕਿ ਕਿਸਾਨ ਦੀ ਇਨਕਮ बढ़ ਜਾਏਗੀ। ਕਿ ਮੈਂ ਅੱਜ ਵੀ ਕਿਹਾ ਸੀਗਾ ਕਿ ਬਈ ਅਮਰੀਕਾ ਵਿੱਚ ਤਾਂ 1.5% ਕਿਸਾਨ ਰਹਿ ਗਏ ਹੈਗੇ ਆ। ਤੁਸੀਂ ਅਗਰ ਕੈਨੇਡਾ ਵਿੱਚ ਜਾਓ ਤਾਂ ਉੱਥੇ 1.7% ਕਿਸਾਨ ਰਹਿ ਗਏ ਹੈਗੇ ਆ। ਤਾਂ ਉਹਨਾਂ ਦੀ ਇਨਕਮ ਕਿਉਂ ਨਹੀਂ बढ़ी? ਉਹਨਾਂ ਦੀ ਇਨਕਮ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ 425 ਬਿਲੀਅਨ ਡਾਲਰ ਦਾ ਕਰਜ਼ਾ ਅਗਰ ਅਮਰੀਕਾ ਦੇ ਕਿਸਾਨਾਂ ਤੇ ਖੜਾ ਹੈਗਾ। ਯੂਰਪ ਦੇ ਕਿਸਾਨਾਂ ਦੇ ਜਿੰਨੇ ਵੀ ਹੈਗੇ ਆ ਉਹਨਾਂ ਤੇ 100 ਬਿਲੀਅਨ ਡਾਲਰ ਦੀ ਹਰ ਸਾਲ ਸਬਸਿਡੀ ਦਿੱਤੀ ਜਾਂਦੀ ਹੈ। 100 ਬਿਲੀਅਨ ਡਾਲਰ ਦੀ ਸਬਸਿਡੀ, ਉਹਦਾ ਮਤਲਬ ਹੈ ਕਿ ਜਿਹੜੀ ਕਿਸਾਨ ਦੀ ਇਨਕਮ ਹੈਗੀ ਹੈ
ਉਹ ਮਾਰਕੀਟ ਜੋ ਕਹਿੰਦੇ ਨੇ ਮਾਰਕੀਟ ਅੱਛਾ ਦਾਮ ਦੇਣਗੇ 57% ਜਿਹੜੀ ਕਿਸਾਨ ਦੀ ਇਨਕਮ ਹੈਗੀ ਯੂਰਪ 'ਚ ਉਹ ਸਬਸਿਡੀ ਤੋਂ ਆਉਂਦੀ ਹੈ। ਜੇ ਸਬਸਿਡੀ ਹਟਾ ਦਿਓ ਤਾਂ ਯੂਰਪ ਦਾ ਕਿਸਾਨ ਵੀ ਕੋਲੈਪਸ ਕਰ ਜਾਂਦਾ ਹੈ। ਅਗਰ ਅਮਰੀਕਾ ਵਿੱਚ ਦੇਖੀਏ ਤਾਂ 40% ਜਿਹੜੀ ਉਹਦੀ ਇਨਕਮ ਹੈ ਉਹ ਮਾਰਕੀਟ ਤੋਂ ਨਹੀਂ ਆ ਰਹੀ ਹੈ, ਮਾਰਕੀਟ ਦੇ ਉੱਪਰ 40% ਸਬਸਿਡੀ ਦੇ ਨਾਲ ਉਹਨਾਂ ਦੀ ਇਨਕਮ ਜਿਹੜੀ ਹੈ ਕੁਛ ਇੱਕ ਲੈਵਲ ਤੇ ਆਈ ਹੈ ਤਾਂ ਕਿ ਉਹ ਰਿਸਪੈਕਟੇਬਲ ਸਿਟੀਜ਼ਨ ਬਣ ਜਾਣ ਆਪਣੀ ਕੰਟਰੀ ਵਿੱਚ। ਤੇ ਇਹੀ ਚੀਜ਼ ਜਿਹੜੀ ਹੈਗੇ ਹਿੰਦੁਸਤਾਨ ਦੇ ਕਿਸਾਨ ਜੋ ਪ੍ਰੋਟੈਸਟ ਕਰ ਰਹੇ ਹੈ ਬੇਸਿਕਲੀ ਉਹ ਉਸੇ ਮਾਡਲ ਨੂੰ ਚੈਲੰਜ ਕਰ ਰਹੇ ਹੈਗੇ ਜਿਹੜਾ ਦੁਨੀਆ ਵਿੱਚ ਫੇਲ ਹੋ ਚੁੱਕਾ ਹੈ। ਔਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਮਾਡਲ ਦੁਨੀਆ ਵਿੱਚ ਫੇਲ ਹੋ ਗਏ ਹੈ ਉਹ ਹਿੰਦੁਸਤਾਨ ਵਿੱਚ ਕਿਸ ਤਰ੍ਹਾਂ ਸਕਸੈਸਫੁਲ ਹੋ ਜਾਣਗੇ। ਇਹ ਕਿਹਾ ਜਾ ਰਿਹਾ ਕਿ ਸਭ ਤੁਹਾਡੇ ਸਕਸੈਸਫੁਲ ਇਸ ਕਰਕੇ ਹੋਣਗੇ ਕਿਉਂਕਿ 5 ਏਕੜ ਦੀ ਜ਼ਮੀਨ ਜ਼ਿਆਦਾ 86% ਕੋਲ ਜ਼ਮੀਨ ਜਿਹੜੀ ਹੈ ਮੈਕਸਿਮਮ 5 ਏਕੜ ਦੀ ਹੈਗੀ ਹੈ ਤਾਂ ਉਹ ਛੋਟਾ ਜਿਹੜਾ ਕਿਸਾਨ ਹੈ ਉਹ ਆਪਣਾ ਗੁਜ਼ਾਰਾ ਨਹੀਂ ਕਰ ਸਕਦਾ, ਉਹ ਖੇਤੀ ਵਿੱਚੋਂ ਗੁਜ਼ਾਰਾ ਨਹੀਂ ਹੋ ਸਕਦਾ। ਇਸ ਕਰਕੇ ਉਹਨੂੰ ਐਗਰੀਗੇਟ ਕਰਨਾ ਪਏਗਾ, ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ, ਉਹਨੂੰ ਪੂਲ ਕੀਤਾ ਜਾਏਗਾ। ਯਾਨੀ ਕੰਟਰੈਕਟ ਫਾਰਮਿੰਗ ਜਾਂ ਬੜੀ ਬੜੀ ਕੰਪਨੀਆਂ ਆਉਣਗੀਆਂ, ਉਹ 3000 ਏਕੜ ਸਪੋਜ਼ ਕਰ ਲਓ ਉਹਨਾਂ ਨੇ ਜ਼ਮੀਨ ਬਣਾ ਲਈ ਤੇ ਕਿਹਾ ਜਾਂਦਾ ਕਿ ਬਾਰਗੇਨਿੰਗ ਪਾਵਰ ਉਹਦੀ ਹੋ ਜਾਏਗੀ ਤਾਂ ਕਰਕੇ ਉਹ ਮਾਰਕੀਟ ਵਿੱਚ ਆਪਣਾ ਉਹ ਡਿਮਾਂਡ ਕਰ ਸਕੇਗਾ ਜੋ ਉਹਦਾ ਹੱਕ ਬਣਦਾ ਹੈਗਾ। ਪਰ ਇਹ ਗੱਲ ਅਗਰ ਸੱਚੀ ਹੈ ਤਾਂ ਅਮਰੀਕਾ ਵਿੱਚ ਤਾਂ 444 ਏਕੜ ਦੀ ਐਵਰੇਜ ਲੈਂਡ ਹੋਲਡਿੰਗ ਹੈ। ਜੇ ਉੱਥੇ 10 ਕਿਸਾਨ ਵੀ ਮਿਲ ਜਾਣ ਤਾਂ ਉਹਨਾਂ ਦੀ ਤਾਂ 4000 ਏਕੜ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਉਹਨਾਂ ਦੀ ਬਾਰਗੇਨਿੰਗ ਪਾਵਰ ਤਾਂ ਜ਼ਿਆਦਾ ਹੋਣੀ ਚਾਹੀਦੀ ਸੀਗੀ। ਇਹ ਕਿਆ ਕਾਰਨ ਹੈ ਕਿ ਅਮਰੀਕਨ ਕਿਸਾਨ ਕਰਜ਼ੇ ਦੇ ਥੱਲੇ ਦਬਿਆ ਹੋਇਆ ਹੈਗਾ, ਯੂਰਪੀਅਨ ਕਿਸਾਨ ਸਕਸੀਡ ਨਹੀਂ ਕਰ ਪਾ ਰਿਹਾ। ਮੈਂ ਤੁਹਾਨੂੰ ਪਹਿਲੇ ਦੱਸਿਆ ਕਿ $100 ਬਿਲੀਅਨ ਦੀ ਸਬਸਿਡੀ ਉਹਨਾਂ ਨੂੰ ਹਰ ਸਾਲ ਮਿਲਦੀ ਹੈ ਯੂਰਪ 'ਚ, ਜਿਹਦੇ ਵਿੱਚੋਂ 40% ਜਿਹੜੀ ਹੈਗੀ ਹੈ ਉਹ ਡਾਇਰੈਕਟ ਇਨਕਮ ਸਪੋਰਟ ਹੈ। ਸੋ ਮਤਲਬ ਕਹਿੰਦਾ ਹੈ ਕਿ ਮੈਂ ਸਾਰੀ ਦੁਨੀਆ ਵਿੱਚ ਅਗਰ ਇਹ ਮਾਡਲ ਫੇਲ ਹੋ ਗਿਆ ਤਾਂ ਕਿਆ ਇੱਕ ਸੋਲੂਸ਼ਨ ਹੋਣਾ ਚਾਹੀਦਾ ਹੈਗਾ। ਮੈਂ ਉਹ ਗੱਲ ਕਰਕੇ ਖਤਮ ਕਰਾਂਗਾ ਕਿਉਂਕਿ ਕੋਈ ਚਾਰਾ ਨਹੀਂ ਹੈਗਾ, ਇੱਕ ਗਾਰੰਟਿਡ ਪ੍ਰਾਈਸ ਕਿਸਾਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈਗਾ। ਇਹ ਬਹੁਤ ਜਗ੍ਹਾ ਕਿਹਾ ਜਾਂਦਾ ਕਿ ਵੀ ਮਾਰਕੀਟਸ ਜਿਹੜੀ ਹੈਗੀਆਂ ਡਿਸਾਈਡ ਕਰਦੀਆਂ ਪ੍ਰਾਈਸ ਨੂੰ, ਬਾਕੀ ਜਿਹੜੀ ਚੀਜ਼ਾਂ ਮਾਰਕੀਟ 'ਚ ਵਿਕਦੀਆਂ ਹੈਗੀਆਂ ਉਹ ਵੀ ਜਿਹੜੀ ਹੈਗੀਆਂ ਉਹ ਮਾਰਕੀਟ ਡਿਸਾਈਡ ਕਰਦੀ ਹੈ। ਤਾਂ ਉਹਨਾਂ ਨੂੰ ਕਿਉਂ ਨਹੀਂ ਨੁਕਸਾਨ ਹੁੰਦਾ? ਦੇਖੋ ਕਿਉਂ ਨਹੀਂ ਹੁੰਦਾ ਸਮਝਣਾ ਬਹੁਤ ਜ਼ਰੂਰੀ ਹੈ। ਕਿਸਾਨ ਆਪਣੀ ਕਣਕ ਲੈ ਕੇ ਮਾਰਕੀਟ ਵਿੱਚ ਆਉਂਦਾ ਹੈ, ਉਹਦੀ ਕੀਮਤ ਨਹੀਂ ਤੈਅ ਹੁੰਦੀ ਹੈ, ਉਹਦੀ ਅਗਰ MSP ਹਟਾ ਦਿਓ ਤਾਂ ਮਾਰਕੀਟ ਡਿਸਾਈਡ ਕਰਦੀ ਹੈ ਉਹਦੀ ਕੀਮਤ ਕੀ ਹੋਏਗੀ। ਤੇ ਉਹੀ ਬਿਹਾਰ ਵਿੱਚ ਜਿਹੜਾ 1100-1200 ਮੈਕਸਿਮਮ ਮਿਲਦਾ ਹੈਗਾ। ਜਿਹੜਾ ਕਾਰ ਬਣਾ ਕੇ ਕਾਰ ਲੈ ਕੇ ਆਉਂਦਾ, ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ, ਉਹ ਆਪਣੀ ਕਾਰ ਪਹਿਲੇ ਪ੍ਰਾਈਸ ਟੈਗ ਲਗਾ ਕੇ ਆਉਂਦਾ ਹੈ, ਫਿਰ ਉਹਦੇ ਉੱਪਰ ਸਪਲਾਈ ਡਿਮਾਂਡ ਕੰਮ ਕਰਦੀ ਹੈ। ਜੇ ਉਹ ਆਪਣੀ 2 ਕਰੋੜ ਦੀ ਕਾਰ ਹੈ, ਅਗਰ 2 ਕਰੋੜ ਨਾ ਲਿਖੇ ਫਿਰ ਮਾਰਕੀਟ 'ਚ ਆਏ, ਫਿਰ ਮੈਂ ਦੇਖਦਾ ਕਿਹੜੀ ਕਾਰ ਸਕਸੀਡ ਕਰਦੀ ਹੈ। ਇਹ ਤੁਸੀਂ ਮੰਨੋਗੇ ਕੋਈ ਨਹੀਂ ਦੇਣ ਨੂੰ ਤਿਆਰ ਹੋਏਗਾ 2 ਕਰੋੜ ਦਾ ਪ੍ਰਾਈਸ ਜਿਹੜਾ ਹੈਗਾ। ਉਹ ਕੰਪਨੀਆਂ ਪਹਿਲੇ 2 ਕਰੋੜ ਤੈਅ ਕਰਕੇ ਆਉਂਦੀਆਂ। ਅਗਰ ਕਿਸਾਨ ਦਾ ਵੀ 2500 ਰੁਪਏ ਅਗਰ ਕਣਕ ਦਾ ਪ੍ਰਾਈਸ ਰੱਖਦੇ ਆ ਕਿਸਾਨ ਔਰ ਫਿਰ ਮਾਰਕੀਟ 'ਚ ਆਉਂਦੇ, ਫਿਰ ਤੁਸੀਂ ਉਹ ਗੱਲ ਕਰ ਸਕਦੇ ਹੋ ਕਿ ਭਾਈ ਜੋ ਕਹਿੰਦੇ ਕਿ ਬਾਕੀ ਜਗ੍ਹਾ ਮਾਰਕੀਟ ਕੰਮ ਕਰਦੀ ਹੈ ਤਾਂ ਕਿਸਾਨਾਂ ਵਾਸਤੇ ਕਿਉਂ ਨਹੀਂ ਕੰਮ ਕਰਦੀ ਹੈ। ਕਿਸਾਨਾਂ ਵਾਸਤੇ ਇਸ ਤਰ੍ਹਾਂ ਕਿਉਂ ਕੰਮ ਕਰਦੀ ਹੈ, ਇਸ ਕਰਕੇ ਕੰਮ ਨਹੀਂ ਕਰਦੀ ਹੈ। ਕਿਸਾਨਾਂ ਦੀ ਜਿਹੜੀ ਕੀਮਤ ਹੈ ਉਹ ਜਿਹੜਾ ਪ੍ਰੋਡਿਊਸ ਹੈ ਉਹਦਾ ਦਾਮ, ਉਹਦਾ ਪ੍ਰਾਈਸ ਜਿਹੜਾ ਹੈਗਾ ਪ੍ਰਾਈਸ ਜਿਹੜਾ ਹੈਗਾ ਉਹ ਇਹ ਨਹੀਂ ਫਿਕਸ ਕਰਦੇ ਹੈਗੇ, ਉਹ ਬਾਜ਼ਾਰ ਫਿਕਸ ਕਰਦਾ ਹੈ ਔਰ ਬਾਜ਼ਾਰ ਉਹਨੂੰ ਐਕਸਪਲੋਇਟ ਕਰਨਾ ਚਾਹੁੰਦਾ ਹੈਗਾ। ਸੋ ਆਈ ਥਿੰਕ ਇਟ ਸ਼ੁੱਡ ਬੀ ਕਲੀਅਰ ਫॉर ਆਲ ਆਫ ਅਸ ਕਿ ਇਹ ਕਿਉਂ ਹੋ ਰਿਹਾ ਹੈਗਾ ਔਰ ਇਹ ਦੁਨੀਆ ਦੀ ਇੱਕ ਸੋਚੀ ਸਮਝੀ ਰਣਨੀਤੀ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਗੱਲ ਖਤਮ ਕਰਾਂਗਾ ਸਰ। ਜੀ ਪਲੀਜ਼ 1980 ਦੇ ਦਸ਼ਕ ਦੀ ਗੱਲ ਹੈ। ਅਮਰੀਕਾ ਦੇ ਤੁਹਾਨੂੰ ਯਾਦ ਹੋਏਗਾ ਇੱਕ ਡਾਕਟਰ ਨੋਮਨ ਬੋਰਲੌਗ ਸੀਗੇ, ਹੁਣ ਤਾਂ ਉਹਨਾਂ ਦਾ ਦੇਹਾਂਤ ਹੋ ਗਿਆ। ਹੂ ਵਾਸ ਦ ਨੋਬਲ ਲੌਰੀਏਟ ਜਿਨ੍ਹਾਂ ਦਾ ਪੀਸ ਦਾ ਮਿਲਿਆ ਸੀਗਾ ਔਰ ਗ੍ਰੀਨ ਰੈਵੋਲੂਸ਼ਨ ਦੇ ਕਰਤਾ ਧਰਤਾ ਉਹ ਸੀਗੇ। ਮੈਨੂੰ ਯਾਦ ਹੈ ਇੱਕ ਵਾਰ ਪੰਤ ਨਗਰ ਤੇ ਆਏ ਸੀਗੇ ਐਂਡ ਉਸੇ ਸਾਲ ਮੈਂ ਵੀ ਉੱਥੇ ਸੀਗਾ ਐਜ਼ ਬਤੌਰ ਇੰਡੀਅਨ ਐਕਸਪ੍ਰੈਸ ਦਾ ਐਗਰੀਕਲਚਰ ਕੋਰਸਪੋਂਡੈਂਟ। ਔਰ ਜਦ ਵੀ ਉਹ ਆਉਂਦੇ ਸੀ ਹਿੰਦੁਸਤਾਨ 'ਚ ਤਾਂ ਮੇਰੀ ਅਖਬਾਰ ਮੈਨੂੰ ਭੇਜਿਆ ਕਰਦੇ ਸੀਗੇ। ਸੋ ਆਈ ਹੈਡ ਅ ਵੈਰੀ ਗ੍ਰੇਟ ਪ੍ਰਿਵਿਲੇਜ ਕਿ ਉਹਨਾਂ ਨਾਲ ਮੈਂ ਟਰੈਵਲ ਕਰਦਾ ਸੀਗਾ, ਮੈਨੂੰ ਸਿੱਖਣ ਦਾ ਬਹੁਤ ਕੁਝ ਮਿਲਿਆ। ਮੈਂ ਉਹਨਾਂ ਨੇ ਉਸ ਸਾਲ ਜਿਹੜਾ ਹੈਗਾ ਪੋਲੈਂਡ ਦੇ ਇੱਕ ਨੇਤਾ ਸੀਗੇ ਵਾਲੇਸਾ, ਇਹ ਨੇਤਾਵਾਂ ਵਾਸਤੇ ਬੜੀ ਇੰਪੋਰਟੈਂਟ ਗੱਲ ਹੈ। ਵਾਲੇਸਾ ਸੀਗੇ ਉਹ ਇੱਕ ਵਰਕਰ ਸੋਲਿਡਰਿਟੀ ਮੂਵਮੈਂਟ ਦੇ ਲੀਡਰ ਸੀਗੇ। ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ 1983 'ਚ। ਮੈਂ ਬੋਰਲੌਗ ਸਾਹਿਬ ਨੂੰ ਪੁੱਛਿਆ, ਇੱਕ ਪੱਤਰਕਾਰਾਂ ਦੀ ਇੱਕ ਆਦਤ ਵੀ ਹੁੰਦੀ ਹੈ ਨਾ, ਜਦ ਕੋਈ ਸਵਾਲ ਖਤਮ ਹੋ ਜਾਏ ਤਾਂ ਇੱਕ ਬਡੰਗਾ ਜਿਹਾ ਸਵਾਲ ਪੁੱਛ ਲੈਂਦੇ ਆ। ਮੈਂ ਵੀ ਇੱਕ ਬਡੰਗਾ ਸਵਾਲ ਪੁੱਛ ਲਿਆ ਉਹਨਾਂ ਨੂੰ ਕਿ ਭਾਈ ਕਿ ਸਰ ਵਾਲੇਸਾ ਸਾਹਿਬ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਹੈਗਾ, ਤੁਹਾਡਾ ਕੀ ਇੰਪ੍ਰੈਸ਼ਨ ਹੈ ਇਸ ਬਾਰੇ? ਉਹਨਾਂ ਨੇ ਮੈਨੂੰ ਕਿਹਾ ਕਿ ਆਈ ਐਮ ਸੋ ਹੈਪੀ ਕਿ ਯੂ ਆਸਕ ਮੀ ਦਿਸ ਕੁਐਸਚਨ। ਉਹਨਾਂ ਨੇ ਕਿਹਾ ਕਿ ਵਾਲੇਸਾ ਸਾਹਿਬ ਨੂੰ ਜਦ ਨੋਬਲ ਪ੍ਰਾਈਜ਼ ਮਿਲਿਆ ਹੈਗਾ ਉਹ ਤੋਂ ਪਹਿਲੇ ਇੱਕ ਨੋਬਲ ਕਮੇਟੀ ਨੇ ਇੱਕ ਟੀਮ ਬਣਾਈ, ਉਹਨੂੰ ਉੱਥੇ ਭੇਜਿਆ ਗਿਆ ਪੋਲੈਂਡ 'ਚ ਦੇਖਣ ਵਾਸਤੇ, ਸਟੱਡੀ ਕਰਨ ਵਾਸਤੇ ਕਿ ਵੈਦਰ ਵਾਲੇਸਾ ਡਿਜ਼ਰਵਸ ਅ ਨੋਬਲ ਪ੍ਰਾਈਜ਼ ਔਰ ਨੋਟ। ਉਸ ਕਮੇਟੀ ਦੇ ਚੇਅਰਮੈਨ ਨੋਮਨ ਬੋਰਲੌਗ ਸੀਗੇ। ਨੋਮਨ ਬੋਰਲੌਗ ਕਹਿੰਦੇ ਹੈ ਕਿ ਮੈਂ ਆ ਕੇ ਰਿਪੋਰਟ ਦਿੱਤੀ ਹੈ ਕਿ ਵਾਲੇਸਾ ਡਜ਼ ਨਾਟ ਡਿਜ਼ਰਵ ਅ ਨੋਬਲ ਪ੍ਰਾਈਜ਼ ਔਰ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲ ਗਿਆ। तो मैं पूछा कि मैं क्या डॉक्टर साहब कि अगर वो आपकी रिपोर्ट इतनी इम्पोर्टेंट तो थी ही जो आपने दी है, तो फिर उन्होंने उसका उल्टा डिसीजन क्यों लिया? तो मुझे मैं और क्या कारण था कि आपने भी लिखा कि भाई उसको नहीं मिलना चाहिए था नोबेल प्राइज़? तो उन्होंने मुझे कहा
कि जब मैं वहाँ गया तो मैंने देखा कि वालेसा वॉज एक्चुअली अ वर्कर्स लीडर. ही वॉज फाइटिंग फॉर चीपर फूड फॉर दी वर्कर्स, कि सस्ता अनाज मिले वर्कर्स को. लेकिन इन दी बार्गेन ही वॉज फॉरगेटिंग कि उन करोड़ों लोगों का क्या होगा जो सस्ता अनाज पैदा करेंगे. लेकिन दुनिया की इकोनॉमिक सोच ये है कि अनाज को सस्ता रखना है ताकि इकोनॉमिक रिफॉर्म्स वायबल हो. तो एग्रीकल्चर को सेक्रीफाइस करना है फॉर द सेक ऑफ इकोनॉमिक रिफॉर्म्स. और ये जो नीतियां चलती आ रही हैं, ये आपको इस एग्जाम्पल से समझ आना चाहिए कि ये दुनिया की एक रणनीति है ये, कि एग्रीकल्चर या फूड के प्राइसेस कम रखेंगे तो ऑब्वियसली किसान मरेगा, और किसान मरेगा तो उसको खेती छोड़ के बाहर आना पड़ेगा. और इसीलिए किसान खेती वो छोड़ने के लिए, जो वर्ल्ड बैंक ने हमें 1996 में कहा था, वर्ल्ड बैंक ने कहा था कि जो लोग भारत में गांव से शहरों की तरफ प्लान करेंगे अगले 20 साल में, यानी 2015 तक, उनकी जनसंख्या इंग्लैंड, फ्रांस और जर्मनी की जनसंख्या से दुगनी होगी. उस समय इंग्लैंड, फ्रांस और जर्मनी की जनसंख्या 20 करोड़ थी, आज भी 20 करोड़ है. तो 40 करोड़ लोगों को गांव से शहरों के गांव से निकलकर शहरों में आना था, लेकिन वो नहीं हुआ. बहुत साल तो मैं सोचता रहा कि हमें वो सचेत कर रहे हैं, लेकिन एक्चुअली वो डायरेक्टिव था. तो हमारी सक्सेसिव गवर्नमेंट्स वही कर रही हैं कि गांव से लोगों को निकालकर शहर में लाया जाए. उसका बेस्ट तरीका ये है कि एग्रीकल्चर को इकोनॉमिकली अनवायबल कर दीजिए. किसान की मजबूरी हो कि वो खेती छोड़कर शहर में आए. और यही बात है, रघुराम राजन साहब ने जब वो गवर्नर थे एक इंटरव्यू में कहा था कि बेस्ट रिफॉर्म्स इंडिया के तब होंगे जब हम खेती से लोगों को निकाल कर शहर में लाएंगे, क्योंकि शहर में सस्ती लेबर की जरूरत है. इसका मतलब साफ है कि लोगों को निकाल कर आप शहर में लाए, क्योंकि शहर में दिहाड़ी मजदूर की जरूरत है. अगर दिहाड़ी मजदूर इज इकोनॉमिक ग्रोथ, तो मुझे लगता है कि सारे इकोनॉमिक मॉडल को हमें दोबारा देखना पड़ेगा. और यही हमारे किसान जो प्रोटेस्ट कर रहे हैं, जाने अनजाने में वो यही कर रहे हैं, वो सारे मॉडल को आज चैलेंज कर रहे हैं. आई थिंक दैट इज ए लेसन जो बहुत बड़ा है, सिर्फ भारत के लिए नहीं, सारी दुनिया के लिए. एक ना इसे गल ची कि मार्केट ਤੇ ਛੱਡ ਦਿੱਤਾ ਜਾਵੇ, ਤਾਂ ਫਿਰ ਇੱਕ ਕੰਮ ਕਰਨਾ ਚਾਹੀਦਾ ਹੈ ਕਿ ਜਿੰਨੀਆਂ IAS IPS ਜਾਂ ਜਿੰਨੇ ਵੀ ਲੋਕ ਨੇ, ਇਹਨਾਂ ਦੀਆਂ ਤਨਖਾਹਾਂ ਵੀ ਮਾਰਕੀਟ ਤੇ ਛੱਡ ਦਿਓ. ਮੈਂਬਰ ਪਾਰਲੀਮੈਂਟ ਨੇ ਜੋ, ਇਹਨਾਂ ਦੀਆਂ ਜੋ ਪੈਨਸ਼ਨਾਂ ਉਹ ਵੀ ਮਾਰਕੀਟ ਤੇ ਛੱਡ ਦਿਓ. ਇਹ ਕਿਉਂ ਨਹੀਂ ਛੱਡਦੇ? ਇਹਨਾਂ ਨੂੰ ਕਿਉਂ ਸਿਕਿਉਰ ਕੀਤਾ ਜਾਂਦਾ ਹੈ? ਇਹਨਾਂ ਕਿਸਾਨ ਜਿਹੜਾ ਕਿ ਧੁੱਪ 'ਚ ਮਰਦਾ ਹੈ, ਪਾਲੇ 'ਚ ਠਰਦਾ ਹੈ, ਮੀਂਹਾਂ 'ਚ ਭਿੱਜਦਾ ਹੈ, ਉਹਨੂੰ ਮਾਰਕੀਟ ਤੇ ਛੱਡ ਦਿਓ. ਔਰ ਮਾਰਕੀਟ ਦੇ ਵਿੱਚ ਕੀ ਹੁੰਦਾ ਉਹ ਆਪਾਂ ਦੇਖ ਹੀ ਚੁੱਕੇ ਹਾਂ. ਸੇਬ ਦਾ ਕੀ ਹੋਇਆ ਹਿਮਾਚਲ 'ਚ, 25 ਰੁਪਏ ਵਾਲਾ ਕਿਵੇਂ 11-12 ਰੁਪਏ ਤੇ ਵਿਕ ਰਿਹਾ ਹੈ. ਸਰੋਂ ਦੇ ਤੇਲ ਦਾ ਕੀ ਹੋਇਆ? ਅਸਲ 'ਚ ਕੀ ਹੈ, ਟੋਟੈਲਿਟੀ ਦੇ ਵਿੱਚ ਇੱਕ ਗੱਲ ਹੈ ਜੋ ਦਵਿੰਦਰ ਜੀ ਨੇ ਹੁਣੇ ਗੱਲ ਕਹੀ ਕਿ ਕੰਜ਼ਿਊਮਰ ਨੂੰ ਮਾਰਿਆ ਜਾਊਗਾ ਬਾਅਦ 'ਚ, ਔਰ ਮਾਰਿਆ ਉਦੋਂ ਜਾਊਗਾ ਜਦੋਂ ਕਿਸਾਨ ਖਤਮ ਹੋ ਜਾਊਗਾ. ਮੰਡੀਆਂ ਨੂੰ ਇਹ ਆਂਦੇ ਨਾ, ਜ਼ਮੀਨ ਕਿਵੇਂ ਜਾਊਗੀ? ਮੰਡੀਆਂ ਖਤਮ ਹੋ ਗਈਆਂ, ਕਿਸਾਨ ਕੰਪੀਟੀਸ਼ਨ ਕਿਹਦੇ ਨਾਲ ਕਰੂਗਾ? ਕਾਰਪੋਰੇਟ ਨਾਲ, ਜਿਹਦੇ ਕੋਲੇ ਵੱਡੇ ਵੱਡੇ ਵਕੀਲ ਨੇ, ਅਰਬਾਂ ਰੁਪਏ ਨੇ. ਉਹ ਵਿਚਾਰਾ ਕੀ ਕਰੂਗਾ? ਇੱਕ ਟਾਈਮ ਤੋਂ ਬਾਅਦ ਕਹਿ ਦੂਗਾ ਯਾਰ ਤੁਸੀਂ ਜ਼ਮੀਨ ਤੁਹਾਡੀ, ਮੈਂ ਤੁਹਾਡੇ ਤੇ ਤਨਖਾਹ ਤੇ ਕੰਮ ਕਰ ਲੈਣਾ. ਤੇ ਤਨਖਾਹ ਦਾ ਕੰਮ ਮਤਲਬ ਕੀ ਹੋਇਆ? ਤੁਸੀਂ ਉਹਨਾਂ ਤੋਂ ਜ਼ਮੀਨ ਲੈ ਲਈ, ਫਿਰ ਉਹ ਇੱਕ ਕਾਰਪੋਰੇਟ ਕੋਲੇ ਹੋ ਜੂਗੀ. ਇਹ ਜਿਹੜਾ ਪੁੱਛਦੇ ਨੇ ਨਾ ਵਾਰ-ਵਾਰ, ਜ਼ਮੀਨ ਕਿਵੇਂ ਜਾਊਗੀ? ਜ਼ਮੀਨ ਐ ਜਾਊਗੀ. ਕੰਪੀਟੀਸ਼ਨ ਕਿਹਦੇ ਨਾਲ ਹੋਊਗਾ? ਤੁਹਾਡਾ ਕਾਰਪੋਰੇਟ ਨਾਲ. ਔਰ ਫਿਰ ਜੇ ਮਾਰਕੀਟ ਤੇ ਛੱਡਣਾ, ਸਾਰਾ ਕੁਝ ਛੱਡ ਦਿਓ. ਇਹਨੂੰ ਕਿਸਾਨ ਨੂੰ ਕਿਉਂ ਛੱਡਣਾ ਹੈ? ਇਹਨੂੰ ਕਿਉਂ ਕਰਨਾ? ਸੋ ਇਹ ਗੱਲਾਂ ਕਾਫੀ ਨੇ. ਮਤਲਬ ਤਾਂ ਰਾਜਵੀਰ, ਤੁਸੀਂ ਵੀ ਜੋ ਕਿਉਂਕਿ ਪਿੰਡਾਂ ਤੋਂ ਆਉਣੇ ਹੋ, ਮਾੜਾ ਜਿਹਾ ਆਪਦੇ ਵੱਲੋਂ ਜੋ ਪਿੰਡਾਂ ਵਾਲੇ ਸਾਡੇ ਸੋਚਦੇ ਨੇ, ਮੈਨੂੰ ਲੱਗਦਾ ਅਸੀਂ ਇਹਨਾਂ ਦੇ ਰਾਹੀਂ ਉਹ ਗੱਲਾਂ ਜ਼ਰੂਰ ਦੱਸੀਏ ਜੋ ਸਾਡੇ ਪਿੰਡਾਂ 'ਚ ਲੋਕ ਸੋਚ ਰਹੇ ਨੇ. ਸਾਡੇ ਲੀਡਰ ਤਾਂ ਜੋ ਕਰ ਰਹੇ ਨੇ, ਇਹਨਾਂ ਨੂੰ ਤਾਂ ਖੈਰ ਸਾਰੀ ਗੱਲ ਦੀ ਸਮਝ ਹੈ. ਸਾਡੇ ਪਿੰਡਾਂ ਵਾਲੇ ਇਹਨੂੰ ਕਿਵੇਂ ਰਿਐਕਟ ਕਰਦੇ ਨੇ? ਉਹਨਾਂ ਨੂੰ ਕੀ ਲੱਗਦਾ ਬੈਠ ਕੇ ਉੱਥੇ ਕਿ ਯਾਰ ਆਹ ਹੋ ਰਿਹਾ ਤਾਂ ਆਹ ਹੋ ਜਾਊਗਾ? ਉਹ ਜ਼ਰੂਰ ਆਪਦੇ ਵੱਲੋਂ ਚਾਨਣਾ. ਸ਼ਰਮਾ ਜੀ, ਇੱਕ ਸਵਾਲ ਹੈ, ਜਿਸ ਤਰੀਕੇ ਨਾਲ ਅਡੈਪਟਿਵ ਪਾਲਿਸੀ ਦੀ ਗੱਲ ਕੀਤੀ ਤੁਸੀਂ, ਅਮਰੀਕਾ ਦੇ ਵਿੱਚ ਮਿਲੀਅਨਸ ਦਾ ਕਰਜ਼ਾ ਆ. ਇੰਡੀਆ ਦੀ ਗੱਲ ਕਰੀਏ 16.80 ਲੱਖ ਕਰੋੜ ਦਾ ਕਰਜ਼ਾ ਆ. ਕਰਜ਼ੇ ਨੂੰ ਲਾਉਣ ਦੀ ਜੇ ਗੱਲ ਕਰੀਏ, ਕਿਵੇਂ ਲੱਥੂਗਾ ਉਹ ਕਰਜ਼ਾ? ਸਰਕਾਰ ਵਾਰ-ਵਾਰ ਕਹਿੰਦੀ ਆ ਕਿ ਦੁੱਗਣੀ ਇਨਕਮ ਹੋ ਜੂਗੀ ਕਿਸਾਨਾਂ ਦੀ, ਇਹ ਐਗਜ਼ਾਮਪਲ ਦਿੰਦੀ ਆ ਸਰਕਾਰ. ਤੁਹਾਨੂੰ ਕੀ ਲੱਗਦਾ ਕਰਜ਼ਾ ਕਿਵੇਂ ਲਊਗਾ? ਦੇਖੋ, ਹੁਣ ਸਰਕਾਰ ਨੇ ਆਪਣੇ ਆਪ ਹੀ ਪਾਰਲੀਮੈਂਟ 'ਚ ਕਿਹਾ ਹੈਗਾ ਕਿ 16.80 ਲੱਖ ਦਾ ਕਰਜ਼ਾ ਹੈਗਾ, 16.80 ਹਜ਼ਾਰ ਦਾ, 80 ਲੱਖ ਕਰੋੜ ਦਾ ਕਰਜ਼ਾ, ਮਤਲਬ ਯਾਨੀ 17 ਲੱਖ ਕਰੋੜ ਦੇ ਆਸ-ਪਾਸ ਕਿਸਾਨਾਂ ਤੇ ਕਰਜ਼ਾ ਹੈਗਾ. ਔਰ ਨਾਲ ਇਹ ਵੀ ਕਿਹਾ ਕਿ ਕਰਜ਼ਾ ਮਾਫੀ ਦੀ ਸਾਡੀ ਕੋਈ ਪਲਾਨ ਨਹੀਂ ਹੈਗੀ ਹੈ. ਠੀਕ ਹੈ, ਕਰਜ਼ਾ ਕਿਉਂ ਹੈਗਾ? ਕਰਜ਼ਾ ਇਸ ਕਰਕੇ ਹੈਗਾ ਕਿ ਬਈ ਇੰਨੇ ਦਸ਼ਕਾਂ ਤੋਂ ਕਿਸਾਨਾਂ ਨੂੰ ਅਸੀਂ ਜਿਹੜੀ ਉਹਦੀ ਇਨਕਮ ਮਿਲਣੀ ਚਾਹੀਦੀ ਹੈ, ਜਿਹਦਾ ਹੱਕ ਸੀਗਾ, ਉਹ ਤੋਂ ਅਸੀਂ ਉਹਨੂੰ ਡਿਪਰਾਈਵ ਕੀਤਾ, ਨਹੀਂ ਦਿੱਤੀ. ਤੇ ਕਿਸਾਨ ਕੋਲ ਕੀ ਚਾਹ ਰਿਹਾ? ਕਰਜ਼ੇ ਉੱਪਰ ਕਰਜ਼ਾ, ਕਰਜ਼ੇ ਉੱਪਰ ਕਰਜ਼ਾ ਲੈਂਦਾ ਗਿਆ. ਇੱਕ ਸੋਰਸ ਨਹੀਂ, ਦੋ ਸੋਰਸ ਨਹੀਂ, ਤਿੰਨ ਸੋਰਸ ਨੇ. ਇੱਕ ਕਰਜ਼ਾ ਨਿਵਾਰਨ ਕਰਨ ਵਾਸਤੇ ਦੂਜੇ ਤੋਂ ਲਿਆ, ਦੂਜਾ ਹਟਾਉਣ ਵਾਸਤੇ ਤੀਜੇ ਤੋਂ ਲਿਆ, ਕਰਦੇ ਆਏ ਨਾ ਇਸ ਤਰੀਕੇ ਨਾਲ. ਹੁਣ ਦੇਖੋ, ਇੱਕ ਸਟੱਡੀ ਆਈ ਸੀਗੀ OECD,
OECD ਇਜ਼ ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਦੁਨੀਆ ਦਾ ਰਿਚੈਸਟ ਟ੍ਰੇਡਿੰਗ ਬਲੌਕ ਜਿਹੜਾ ਹੈਗਾ OECD, ਉਹਨਾਂ ਦੀ ਸਟੱਡੀ ਕਹਿੰਦੀ ਹੈ ਕਿ ਹਿੰਦੁਸਤਾਨ ਦੇ ਕਿਸਾਨਾਂ ਨੂੰ 2000 ਔਰ 2016 ਦੇ ਵਿੱਚ ਯਾਨੀ 16 ਸਾਲ ਦੇ ਪੀਰੀਅਡ ਵਿੱਚ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। 45 ਲੱਖ ਕਰੋੜ ਰੁਪਏ ਕਿ ਕਦੀ ਸੋਚਿਆ ਵੀ ਅਸੀਂ ਕਿੰਨਾ ਬੜਾ ਨੁਕਸਾਨ ਹੋਇਆ ਹੋਵੇਗਾ? ਕਦੀ ਦੇਸ਼ ਵਿੱਚ ਕਿਤੇ ਚਰਚਾ ਹੋਈ ਹੈ? ਕਿਸੇ ਨੇ ਚਰਚਾ ਨਹੀਂ ਕੀਤੀ ਇਸ ਗੱਲ ਦੀ ਕਿ 45 ਲੱਖ ਕਰੋੜ ਰੁਪਏ ਦਾ। ਮੇਰਾ ਮੰਨਣਾ ਹੈ ਕਿ ਉਹ ਅੰਡਰ ਐਸਟੀਮੇਟ ਸੀਗਾ, ਉਹ ਅੰਡਰ ਐਸਟੀਮੇਟ ਸੀਗਾ ਕਿਉਂਕਿ ਜਿਹੜੀ ਸਟੱਡੀ ਸੀਗੀ ਕੁਛ ਇੱਕ ਕ੍ਰੌਪਸ ਦੇ ਉੱਪਰ ਕੀਤੀ ਗਈ ਸੀਗੀ, ਨਾ ਕਿ ਪੂਰੇ ਐਗਰੀਕਲਚਰ ਸਪੈਕਟਰਮ ਤੇ ਕੀਤੀ ਗਈ ਸੀ। ਜੇ ਉਹ ਕੀਤਾ ਜਾਂਦਾ ਤਾਂ ਖਰਚਾ ਹੋਰ ਵੀ ਜ਼ਿਆਦਾ ਹੋਣਾ ਸੀਗਾ। ਯਾਨੀ ਹਰ ਸਾਲ ਤਕਰੀਬਨ 2.64 ਲੱਖ ਕਰੋੜ ਰੁਪਏ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਸੀਗਾ। ਕਿਸੇ ਨੇ ਚਰਚਾ ਨਹੀਂ ਕੀਤੀ। ਹੋਇਆ ਕੀ ਸੀਗਾ ਉਹਨਾਂ ਦੇ ਹਿਸਾਬ ਨਾਲ? ਉਹ ਮੇਰਾ ਤਾਂ ਮੰਨਣਾ ਹੈ ਕਿ ਉਹ ਅੰਡਰ ਐਸਟੀਮੇਟ ਇਸ ਕਰਕੇ ਵੀ ਸੀਗਾ ਕਿ ਜਿਹੜਾ ਨਾਪਣ ਦਾ ਤਰੀਕਾ ਸੀਗਾ ਉਹਦੇ ਵਿੱਚ ਵੀ ਕਮੀ ਸੀਗੀ, ਲੇਕਿਨ ਲੈਟਸ ਨਾਟ ਡਿਸਕਸ ਦੈਟ। ਇਹ ਮਜ਼ੇ ਦੀ ਗੱਲ ਹੈ ਕਿ ਵੀ 15% ਉਹ ਰਿਪੋਰਟ ਖੁਦ ਕਹਿੰਦੀ ਹੈ ਕਿਸਾਨਾਂ ਨੂੰ 15% ਦਾਮ ਘੱਟ ਮਿਲਿਆ ਔਰ ਕੰਜ਼ਿਊਮਰ ਨੂੰ 25% ਫਾਇਦਾ ਹੋਇਆ। ਇਹਦਾ ਮਤਲਬ ਹੈ ਕਿ ਐਕਚੁਅਲੀ ਕਿਸਾਨ ਜਿਹੜੇ ਸੀਗੇ ਦੇਸ਼ ਨੂੰ ਸਬਸਿਡਾਈਜ਼ ਕਰ ਰਹੇ ਸੀਗੇ। ਸਾਰੇ ਦੇਸ਼ ਦਾ ਜਿਹੜਾ ਬਰਡਨ ਸੀਗਾ ਕਿਸਾਨਾਂ ਦੇ ਇਕੱਲੇ ਸਿਰ ਤੇ ਰਿਹਾ ਹੈਗਾ। ਇਸੇ ਕਰਕੇ ਕਿਸਾਨਾਂ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਕਰਜ਼ਾ ਹੁਣ 17 ਲੱਖ ਕਰੋੜ ਰੁਪਏ ਤੁਸੀਂ ਕਹਿ ਰਹੇ ਹੋ, ਉਹ ਤਾਂ ਹੋਣਾ ਹੀ ਹੈ। ਫਿਰ ਜਦ ਇੰਨੇ ਸਾਲਾਂ ਤੁਸੀਂ ਦੇਖ ਲਿਆ ਇੰਨਾ ਕਰਜ਼ਾ ਉਹਨਾਂ ਦੇ ਉੱਪਰ ਸੀਗਾ। ਫਿਰ ਦੇਖੋ ਸਰਕਾਰ ਦੀ ਇੱਕ ਆਪਣੀ ਰਿਪੋਰਟ ਆਉਂਦੀ ਹੈ, ਉਹ ਇਕਨੋਮਿਕ ਸਰਵੇ 2016, ਮਤਲਬ ਇਕਨੋਮਿਕ ਸਰਵੇ 2 ਦਿਨ ਪਹਿਲੇ ਬਜਟ ਤੋਂ ਪੇਸ਼ ਕੀਤਾ ਜਾਂਦਾ ਹੈ। ਉਹਦੇ 'ਚ ਕਿਹਾ ਗਿਆ ਹੈ ਕਿ ਕਿਸਾਨ ਪਰਿਵਾਰ ਦੀ ਔਸਤਨ ਆਏ 17 ਰਾਜ ਵਿੱਚ, ਯਾਨੀ ਅੱਧਾ ਦੇਸ਼ ਮੰਨ ਲਈਏ 17 ਰਾਜ, ਇਜ਼ ਓਨਲੀ 20,000 ਰੁਪੀਜ਼ ਹੈ। 20,000 ਰੁਪਏ ਸਾਲ ਕਿਸਾਨ ਪਰਿਵਾਰ ਦੀ ਔਸਤਨ ਇਨਕਮ ਹੈਗੀ ਇਸ ਦੇਸ਼ ਵਿੱਚ। ਇਹ ਸਰਕਾਰ ਦਾ ਆਪਣਾ ਅੰਕੜਾ ਕਰੇ। ਜਿਹੜਾ ਕਿਸਾਨ 20,000 ਰੁਪਏ ਵਿੱਚ ਸਾਲ ਦਾ ਖਰਚਾ, ਯਾਨੀ ਮਹੀਨੇ ਵਿੱਚ 1700 ਰੁਪਏ ਘੱਟ ਤੋਂ ਗੁਜ਼ਾਰਾ ਕਰਦੇ। ਅਸੀਂ ਜਿਨ੍ਹਾਂ ਕੋਲ ਅਸੀਂ ਪੈਟ ਡੌਗਸ ਰੱਖੇ ਹੈਗੇ ਆ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਵੀ ਕੈਨ ਨਾਟ ਰੇਅਰ ਅ ਪੈਟ ਡੌਗ ਇਨ 1700 ਰੁਪਏ। ਹਾਂ, ਸੱਚ ਗੱਲ। अब ਤੁਸੀਂ ਆਪਣੇ ਸੋਚ ਲਓ, ਤੁਸੀਂ ਕੁੱਤਾ ਨਹੀਂ ਪਾਲ ਸਕਦੇ 1700 ਰੁਪਏ 'ਚ। ਇਮੇਜਿਨ ਕਰੋ 1700 ਰੁਪਏ 'ਚ ਕਿਸਾਨ ਪਰਿਵਾਰ ਕਿਸ ਤਰ੍ਹਾਂ ਜੀਵਿਤ ਹੋਏਗਾ ਅੱਧੇ ਦੇਸ਼ ਵਿੱਚ। ਤਾਂ ਉਸ ਕਿਸਾਨ ਦੇ ਉੱਪਰ ਤੁਸੀਂ ਕੀ ਐਕਸਪੈਕਟ ਕਰਦੇ ਹੋ? ਕਰਜ਼ਾ ਹੀ बढ़ेगा ਨਾ, ਤੇ ਕਰਜ਼ਾ ਹੀ ਕਰਜ਼ਾ बढ़ेगा। ਕਿਉਂ ਹੈ ਕਰਜ਼ਾ? ਉਹ ਕਿਉਂਕਿ ਕਿਸਾਨ ਨੂੰ ਜੋ ਕੀਮਤ ਮਿਲਣੀ ਚਾਹੀਦੀ ਹੈ, ਜੋ ਉਹਦਾ ਹੱਕ ਬਣਦਾ ਹੈ, ਉਹ ਨਹੀਂ ਮਿਲਦਾ। ਸੋ ਇਸੇ ਕਰਕੇ MSP ਨੂੰ ਕਾਨੂੰਨੀ ਅਧਿਕਾਰ ਬਣਾਉਣਾ ਹੀ ਇੱਕ ਤਰੀਕਾ ਹੈਗਾ ਕਿ ਉਹ ਕਿਸਾਨ ਉਸ ਚੱਕਰ 'ਚੋਂ ਬਾਹਰ ਆਏ। ਇੱਕ ਚੀਜ਼ ਉਹ ਹੈ। ਦੂਸਰੀ ਗੱਲ ਹੈ, ਉਹਦੇ ਬਾਵਜੂਦ ਵੀ ਹਰ ਕਿਸਾਨ ਨੂੰ ਫਾਇਦਾ ਨਹੀਂ ਹੋਏਗਾ। ਮੇਰਾ ਮੰਨਣਾ ਹੈ ਕਿ ਤਕਰੀਬਨ 40% ਕਿਸਾਨ ਉਹ ਹੋਣਗੇ ਜਿਨ੍ਹਾਂ ਨੂੰ MSP ਲੀਗਲ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ। ਇਸੇ ਕਰਕੇ ਡਾਇਰੈਕਟ ਇਨਕਮ ਸਪੋਰਟ ਉਹਨਾਂ ਵਾਸਤੇ ਹੋਣੀ ਚਾਹੀਦੀ ਹੈ। ਦੋ ਚੀਜ਼ਾਂ ਪੈਰਲਲ ਚੱਲਣ ਪਹਿਲੇ, ਇੱਕ ਮਿਨੀਮਮ ਸਪੋਰਟ ਪ੍ਰਾਈਸ ਲੀਗਲ ਕਰੋ ਸਾਰੀ ਫਸਲਾਂ ਤੇ, ਔਰ ਦੂਸਰਾ ਡਾਇਰੈਕਟ ਇਨਕਮ ਸਪੋਰਟ। ਜਿਨ੍ਹਾਂ ਕਿਸਾਨਾਂ ਕੋਲ ਮਾਰਕੀਟੇਬਲ ਸਰਪਲਸ ਨਹੀਂ ਹੈਗਾ ਉਹਨਾਂ ਨੂੰ ਡਾਇਰੈਕਟ ਇਨਕਮ ਸਪੋਰਟ ਮਿਲਣੀ ਚਾਹੀਦੀ ਹੈ। ਇਹ ਦੋ ਚੀਜ਼ਾਂ ਕਰਨੀ ਬਹੁਤ ਜ਼ਰੂਰਤ ਹੈ। ਹੁਣ ਤੁਸੀਂ ਕਹੋਗੇ ਪੈਸਾ ਕਿੱਥੋਂ ਆਏਗਾ? ਪੈਸੇ ਦੀ ਕਮੀ ਤਾਂ ਹਿੰਦੁਸਤਾਨ 'ਚ ਹੈ ਹੀ ਨਹੀਂ ਹੈ। ਮੈਂ ਤਾਂ ਹਰ ਜਗ੍ਹਾ ਬੋਲਦਾ ਕਿ ਜਿਹੜਾ ਹਰ ਸਾਲ ਅਸੀਂ ਕਾਰਪੋਰੇਟ ਨੂੰ ਜਿਸ ਤਰ੍ਹਾਂ ਰਾਈਟ ਆਫ ਕਰਦੇ ਹੈਗੇ ਆ, ਜਾਂ ਉਹਨਾਂ ਨੂੰ ਕੀ ਕਹਿੰਦੇ ਰੀਕਨਸਟੀਟਿਊਟ ਹੁੰਦੇ, ਉਹਨਾਂ ਦੇ ਲੋਨਸ ਵਗੈਰਾ ਸਭ ਹੁੰਦੇ ਆ, ਇਹਦਾ ਮਤਲਬ ਪੈਸੇ ਦੀ ਕਮੀ ਤਾਂ ਨਹੀਂ ਹੈ। ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਹੇਅਰ ਕੱਟ ਕਰਦੇ ਪਏ ਹਾਂ, ਮੈਂ ਜੀ ਦੀ ਗੱਲ ਵੀ ਕੀਤੀ ਸੀਗੀ। ਸੋ ਦੈਟ ਮੀਨਸ ਪੈਸੇ ਦੀ ਕਮੀ ਨਹੀਂ ਹੈ। ਦੇਖੋ ਨਾ, ਹੁਣ 7ਵਾਂ ਵੇਤਨ ਆਯੋਗ ਆਇਆ। 7ਵਾਂ ਵੇਤਨ ਆਯੋਗ ਕਿੰਨੇ % ਪੋਪੂਲੇਸ਼ਨ ਵਾਸਤੇ ਸੀਗਾ? 3% ਪੋਪੂਲੇਸ਼ਨ ਵਾਸਤੇ ਸੀਗਾ ਰਫਲੀ। ਹਾਂਜੀ, 7ਵਾਂ ਵੇਤਨ ਆਯੋਗ ਨੇ ਕਦੀ ਕਿਸਨੇ ਬੋਲਿਆ ਪੈਸਾ ਕਿੱਥੋਂ ਆਏਗਾ? ਕਿੱਥੋਂ ਪੈਸਾ ਆਊਗਾ? ਕਿਸਨੇ ਨਹੀਂ ਬੋਲਿਆ। ਕ੍ਰੈਡਿਟ ਸਵਿਸ ਕਹਿੰਦਾ ਹੈਗਾ ਕਿ ਜਦ 7ਵਾਂ ਵੇਤਨ ਆਯੋਗ ਸਾਰੇ ਦੇਸ਼ ਵਿੱਚ ਫੈਲ ਜਾਏਗਾ, ਨਾਟ ਓਨਲੀ ਸੈਂਟਰਲ ਗਵਰਨਮੈਂਟ ਬਟ ਸਟੇਟ ਗਵਰਨਮੈਂਟਸ, PSUs ਸਾਰੇ ਦੇਣਗੇ, ਤਾਂ 4,80,000 ਕਰੋੜ ਰੁਪਏ ਦਾ ਹਰ ਸਾਲ ਦਾ ਐਡੀਸ਼ਨਲ ਬਰਡਨ ਆਇਆ। 4,80,000 ਕਰੋੜ ਰੁਪਏ। ਕਿਸੇ ਨੇ ਕਿਹਾ ਪੈਸਾ ਕਿੱਥੋਂ ਆਏਗਾ? ਕਿਸੇ ਨੇ ਨਹੀਂ ਕਿਹਾ। ਲੇਕਿਨ ਕਿਸਾਨਾਂ ਵਾਸਤੇ ਜਦ ਗੱਲ ਹੁੰਦੀ ਹੈ ਤਾਂ ਇਮੀਡੀਏਟਲੀ ਸਾਰੇ ਇਹ ਕਹਿੰਦੇ ਕਿ ਪੈਸਾ ਕਿੱਥੋਂ ਆਏਗਾ। ਔਰ ਜਦ ਤੱਕ ਅਸੀਂ ਇਸ ਪੈਸੇ ਦੇ ਜਵਾਬ ਮਤਲਬ ਇਹਦਾ ਐਡਰੈਸ ਨਹੀਂ ਕਰਾਂਗੇ, ਆਈ ਡੋਂਟ ਥਿੰਕ ਵੀ ਵਿਲ ਬੀ ਏਬਲ ਟੂ ਐਡਰੈਸ ਕਿ ਕਿਸਾਨ ਨੂੰ ਉਸ ਚੱਕਰਵਿਊਹ ਤੋਂ ਕਿਸ ਤਰ੍ਹਾਂ ਕੱਢਿਆ ਜਾਏਗਾ। ਸੋ ਦੇयर इज ਓਨਲੀ ਵਨ ਵੇ, ਗਾਰੰਟੀਡ ਪ੍ਰਾਈਸ ਟੂ ਫਾਰਮਰਸ ਅਕੰਪਨੀਡ ਵਿਦ ਡਾਇਰੈਕਟ ਇਨਕਮ ਸਪੋਰਟ। ਔਰ ਉਹ 17 ਲੱਖ ਕਰੋੜ ਜੋ ਇਹ ਬੋਲ ਰਹੇ ਨੇ MSP ਤੋਂ ਬਾਅਦ ਦੇਣਾ ਪਊਗਾ, ਇਹ ਗਲਤ ਫਿਗਰ ਹੈ। 1.5 ਤੋਂ 2 ਲੱਖ ਕਰੋੜ ਤੱਕ ਇਹ ਫਿਗਰ ਹੈ ਜੋ ਜੈਨੂਇਨ ਫਿਗਰ ਹੈ। ਇਹ ਸਿਰਫ ਇਸ ਤਰ੍ਹਾਂ ਦੇ ਫਿਗਰ ਦਿੱਤੇ ਜਾਂਦੇ ਆ ਲੋਕਾਂ ਨੂੰ ਡਰਾਉਣ ਲਈ ਕਿ ਉਹ ਇਹ ਕਹਿ ਨਹੀਂ ਨਾ ਕਿ ਹਾਂ ਯਾਰ MSP ਤਾਂ ਜ਼ਰੂਰੀ ਹੈ। ਔਰ MSP ਯਾਰ ਤੁਸੀਂ ਸਬਸਿਡੀ ਥੋੜੀ ਦੇ ਰਹੇ ਹੋ, ਸਬਸਿਡੀ ਥੋੜੀ ਹੈ। ਤੁਹਾਡੀ ਕਣਕ ਸਸਤੀ ਕਰਨ ਨੂੰ ਫਿਰਦੇ ਹੋ, ਬ੍ਰੈਡ ਮਹਿੰਗਾ ਹੋਈ ਜਾਂਦਾ ਹੈ। ਇਹ ਕੀ ਚੱਕਰ ਹੋਇਆ? ਸੋ ਇਹ ਗੱਲ ਵੇਖਣੀ ਪਊਗੀ ਕਿ ਕਿਹੜੇ ਕਿਸਾਨ ਦੀ ਚੀਜ਼ ਨੂੰ ਦੱਬ ਦਿਓ, ਬਾਕੀ ਚੀਜ਼ਾਂ ਚੱਲਣ ਦਿਓ। ਰਾਜਵੀਰ ਤੋਂ ਪੁੱਛਿਆ ਸੀ ਕੁਛ ਜ਼ਰਾ ਉਹ ਪਿੰਡ ਵਾਲੇ ਆਪਣੇ ਕਿਵੇਂ ਸੋਚਦੇ, ਕਿਉਂਕਿ ਉਸ ਪਾਸੇ ਵੀ ਜਾਣਾ ਪਊਗਾ ਸਾਨੂੰ। ਜੋ ਦਵਿੰਦਰ ਜੀ ਕਹਿ ਰਹੇ ਨੇ, ਜੋ ਸਿਰਸਾ ਜੀ ਜਾਂ ਡੱਲੇਵਾਲ ਸਾਹਿਬ ਕਹਿੰਦੇ ਨੇ, ਜਾਂ ਆਪਾਂ ਬੈਠ ਕੇ ਗੱਲਾਂ ਕਰ ਲੈਂਦੇ ਹਾਂ, ਔਰ ਜੋ ਪਿੰਡ ਦੇ ਜਮਾਂ ਆਖਰੀ ਲਾਈਨ ਤੇ ਬੈਠਾ ਹੈ, ਇਹਨਾਂ ਦਾ ਜਿੰਨਾ ਇਹਨਾਂ ਨੂੰ ਆਪਾਂ ਨੇੜੇ ਲੈ ਆਵਾਂਗੇ, ਮੈਨੂੰ ਲੱਗਦਾ ਇਸ ਅੰਦੋਲਨ ਦੀ ਨਹੀਂ, ਉਹ ਪ੍ਰਦੇਸ਼ ਦੀ ਦੇਸ਼ ਦੀ ਜਿੱਤ ਹੋਊਗੀ। ਉਹ ਕੀ ਸੋਚਦੇ ਨੇ ਔਰ ਕਿਵੇਂ ਨੇੜੇ ਲੈ ਆਈਏ? ਪਲੀਜ਼ ਜ਼ਰਾ ਤੁਸੀਂ ਆਪ ਬਤਾਓ। ਇਸ ਤਰ੍ਹਾਂ ਜਿੱਦਾਂ ਸ਼ਰਮਾ ਜੀ ਨੇ ਤਾਂ ਬਹੁਤ ਬਰੀਕੀ 'ਚ ਅੰਕੜੇ ਕੱਢ ਕੇ ਦੱਸ ਦਿੱਤੇ ਆ। ਮੇਰੇ ਖਿਆਲ ਇਹ ਚੀਜ਼ਾਂ ਦੀ ਮੈਂ ਵੀ ਬਹੁਤ ਚੀਜ਼ਾਂ ਅੱਜ ਸੁਣੀਆਂ ਸਿੱਖੀਆਂ ਇਹਨਾਂ ਤੋਂ।
ਇਹ ਹਰ ਇੱਕ ਨੌਜਵਾਨ ਨੂੰ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਕਿ ਤੂਤ ਦੀ ਛਿੱਟੀ ਵਰਗੇ ਹੁੰਦੇ ਨੇ ਨੌਜਵਾਨ ਪਿੰਡਾਂ ਵਾਲੇ ਜਿਹੜੇ ਸਾਡੀ ਉਮਰ ਦੇ ਨੇ। ਜੇ ਅੱਜ ਉਹਨਾਂ ਨੂੰ ਕਿਸੇ ਨੇ ਕਹਦਾ ਯਾਰ ਉੱਥੇ ਗੱਲਾਂ ਇਹ ਚੱਲਦੀਆਂ ਹੁੰਦੀਆਂ ਮੋੜਾਂ ਤੇ, ਨਹੀਂ ਬਣਦਾ ਨਹੀਂ ਕੁਛ, ਉਹ ਘਰੇ ਬਹਿ ਜਾਂਦੇ ਆ, ਛੱਡੋ ਯਾਰ ਆਪਾਂ ਕੀ ਲੈਣਾ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣੀਆਂ ਅੰਕੜਿਆਂ ਤੇ ਵੀ ਤੁਹਾਨੂੰ। ਤੁਸੀਂ ਤਾਂ ਸਾਰੇ ਨੌਜਵਾਨ ਵੀਰ, ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਪੜ੍ਹੇ ਲਿਖੇ ਹੋ ਸਾਰੇ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਤੁਸੀਂ ਸਮਝੋਗੇ ਤੇ ਫਿਰ ਜਾ ਕੇ ਆਪਾਂ ਇਹ ਲੜਾਈ ਜਿੱਤ ਸਕਦੇ ਹਾਂ। ਮੈਂ ਛੋਟੀ ਜਿਹੀ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਮੈਂ ਜਦੋਂ ਪੜ੍ਹਦਾ ਹੁੰਦਾ ਸੀ, ਸਾਡੇ ਬਾਪੂ ਜੀ ਦੇ ਨਾਲ, ਮੈਂ ਬਜ਼ੁਰਗਾਂ ਦੇ ਨਾਲ ਮੈਂ ਗਿਆ ਬਾਜ਼ਾਰ 'ਚ ਕੱਪੜੇ ਲੈਣ ਵਾਸਤੇ। ਕੱਪੜੇ ਵਾਲੀ ਦੁਕਾਨ ਇੱਕ ਹੁੰਦਾ ਨਾ ਵੀ ਇੱਕ ਹੀ ਦੁਕਾਨ ਤੋਂ ਆਪਾਂ ਕੱਪੜੇ ਲੈਣੇ, ਸੌਦਾ ਵੀ ਆਪਣਾ ਪਿੰਡਾਂ ਵਾਲਿਆਂ ਦਾ ਇੱਕ ਹੀ ਦੁਕਾਨਾਂ ਤੋਂ ਆਉਂਦਾ ਹੁੰਦਾ। ਉਹ ਸੇਠ ਜੀ ਪੁੱਛਣ ਲੱਗੇ ਬਾਪੂ ਜੀ ਨੂੰ, ਕਹਿੰਦੇ ਵੀ ਯਾਰ ਕੀ ਕਿਵੇਂ ਹੋਈ ਫਸਲ? ਇਹ ਕਹਿੰਦੇ ਵੀ ਠੀਕ ਹੈ ਇਸ ਵਾਰੀ ਵਧੀਆ। ਕਹਿੰਦੇ ਚਲੋ ਸ਼ੁਕਰ ਆ। ਉੱਥੋਂ ਜਦੋਂ ਚਲੋ ਅਸੀਂ ਬਾਹਰ ਨਿਕਲੇ, ਮੈਂ ਬਾਪੂ ਨੂੰ ਮੈਂ ਵੈਸੇ ਹੱਸਣ ਲੱਗ ਗਿਆ। ਮੈਂ ਲੈ ਇਹਨੂੰ ਸੇਠ ਸਾਹਿਬ ਨੂੰ ਮੈਂ ਕਿਹਾ ਜ਼ਿਆਦਾ ਫਿਕਰ ਆਪਣੀ ਫਸਲ ਦਾ। ਉਹ ਕਹਿੰਦੇ ਹੋਵੇ ਕਿਉਂ ਨਾ ਯਾਰ, ਕਹਿੰਦੇ ਇਹਨੂੰ ਵੀ ਪਤਾ ਵੀ ਕਮਾਈ ਮੈਂ ਫੇਰ ਹੀ ਕਰੂੰਗਾ, ਜੇ ਮੈਂ 4 ਪੈਸੇ ਵੱਟਣਗੇ ਤਾਂ ਮੈਂ ਲਊਂਗਾ ਅੱਗੋਂ। ਮਤਲਬ ਬੇਸ ਸਾਡਾ ਖੇਤੀਬਾੜੀ ਹੈ, ਅਨਾਜ ਵਧੀਆ ਹੋਊਗਾ, ਸਾਨੂੰ ਸਾਡੀ ਆਮਦਨ ਵਧੂਗੀ ਤਾਂ ਉਹਦੇ ਨਾਲ ਹੋਰ ਬਹੁਤ ਬੰਦਿਆਂ ਦੀ ਇੱਥੋਂ ਸ਼ੁਰੂਆਤ ਹੁੰਦੀ ਹੈ। ਜਿਹੜੀ ਆਹ ਪੇ ਕਮਿਸ਼ਨ ਲੱਗਦੇ, ਹੋਰ ਲੱਗਦੇ, ਸਰਕਾਰਾਂ ਦੀ ਇਨਕਮ ਆ ਜਿਹੜੀ, ਉਹ ਵੀ ਤਾਂ ਇੱਥੋਂ ਨਿਕਲਣੀ ਹੈ। ਜੇ ਬੇਸ ਹੀ ਅਸੀਂ ਖਤਮ ਕਰ ਲਿਆ ਤਾਂ ਫਿਰ ਸਾਰਾ ਕੁਝ ਡੈਡ ਹੈ। ਉਹੀ ਹੈ ਨਾ, ਅਸੀਂ ਇੱਕ ਵਾਰੀ ਜਿਵੇਂ ਹਰੀ ਕ੍ਰਾਂਤੀ ਆਈ, ਇੱਕ ਵਾਰੀ ਸਾਨੂੰ ਲੱਗਿਆ ਵੀ ਲੈ ਵੀ ਕੰਮ ਓਕੇ ਆ, ਮੋਟਰਾਂ ਲੱਗ ਗਈਆਂ, ਟਰੈਕਟਰ ਆ ਗਏ ਤੇ ਕਮਾਈ ਆ। ਪਰ ਇਹ ਨਹੀਂ ਸੋਚਿਆ ਵੀ 20 ਸਾਲ ਬਾਅਦ 30 ਸਾਲ ਬਾਅਦ ਇਹਦਾ ਰਿਜ਼ਲਟ ਕੁਝ ਗਲਤ ਵੀ ਹੋ ਸਕਦਾ। ਅਸੀਂ ਖਾਦਾਂ ਪਾਉਣੀਆਂ ਸ਼ੁਰੂ ਕਰਤੀਆਂ, ਜ਼ਹਿਰਾਂ ਫੈਲਾਤੀਆਂ, ਤਾਂ ਉਹਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ। ਤੇ ਇਸੇ ਤਰ੍ਹਾਂ ਹੀ ਹੈ, ਥੋੜਾ ਜਿਹਾ ਇਹਨੂੰ ਟਾਈਮ ਜ਼ਰੂਰ ਲੱਗੂਗਾ, ਪਰ ਇਹ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਭੁਗਤਣਾ ਪਊਗਾ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਆ ਪੂਰੇ ਪ੍ਰੋਪਰ ਤਰੀਕੇ ਨਾਲ, ਇਹਦਾ ਕੰਮ ਹੋ ਜਾਂਦਾ। ਤੇ ਇਹ ਤਾਂ ਤੁਹਾਨੂੰ ਗੌਰ ਕਰਨੀ ਪੈਣੀ ਆ ਸਾਰੇ ਵੀਰਾਂ ਨੂੰ। ਮੇਰੇ ਵੱਲੋਂ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਚਾਹੇ ਰਿਕੁਐਸਟ ਜਾਂ ਸੁਨੇਹਾ ਮੰਨ ਲਓ। ਤੇ ਬਾਕੀ ਮਾਨ ਸਾਹਿਬ। ਹਾਂਜੀ, ਮੈਂ ਇੱਕ ਸਾਰੇ ਮੈਨੂੰ ਹੁਣੇ ਕੰਨ 'ਚ ਕਹਿ ਕੇ ਗਏ ਕਿ ਇੱਕ ਗੱਲ ਜ਼ਰੂਰ ਪੁੱਛੋ ਕਲਾਕਾਰਾਂ ਨੂੰ। ਮੈਂ ਸਿੱਪੀ ਹੋਰਾਂ ਤੋਂ ਇਹ ਗੱਲ ਪੁੱਛਣੀ ਚਾਹੂੰਗਾ, ਨਾਲ ਅੰਬਰ ਤੋਂ ਵੀ, ਕਿ ਜਦੋਂ ਤੁਸੀਂ ਇੱਥੇ ਆਉਨੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਆ ਕੇ ਜੋ ਬੰਦੇ ਬੈਠੇ ਨੇ ਔਰ ਜੋ ਪਿੰਡਾਂ 'ਚ ਨੇ, ਉਹਨਾਂ 'ਚ ਕੀ ਫਰਕ ਮਹਿਸੂਸ ਹੁੰਦਾ ਹੈ ਕਿ ਇੱਥੇ ਬਹਿ ਕੇ ਆਪ ਦੀ ਚਰਚਾ ਕਰਕੇ, ਇਹਨਾਂ ਗੱਲਾਂ ਨੂੰ ਡਿਸਕਸ ਕਰਕੇ, ਪੂਰੇ ਲੀਡਰ ਸਾਹਿਬਾਨ ਤੋਂ ਔਰ ਬਾਕੀ ਆਪਣੇ ਵਰਗੇ ਬੰਦਿਆਂ ਨਾਲ ਗੱਲਾਂ ਦੀ ਸਾਂਝ ਪਾ ਕੇ, ਕੀ ਇਹ 'ਚ ਫਰਕ ਆਇਆ ਹੈ? ਕੀ ਸਾਡੀ ਸੋਚਣੀ 'ਚ ਫਰਕ ਆਇਆ ਹੈ? ਕੀ ਅਸੀਂ ਅੱਗੇ ਜਾ ਕੇ ਹੁਣ ਆਪਦੇ ਪਿੰਡਾਂ 'ਚ, ਸ਼ਹਿਰਾਂ 'ਚ ਇਸ ਗੱਲ ਨੂੰ ਕੰਟੀਨਿਊ ਰੱਖਾਂਗੇ ਔਰ ਬਦਲਾਵ ਆਊਗਾ ਅੱਗੇ? ਫਿਰ ਅਸੀਂ ਪੁੱਛਾਂਗੇ ਕਿ ਆਹ ਗੱਲਾਂ ਕਿਸਾਨ ਤੋਂ ਹੀ ਕਿਉਂ ਪੁੱਛੀਆਂ ਜਾਂਦੀਆਂ, ਇਹ ਗੱਲਾਂ ਬੇਲ ਆਊਟ ਵੇਲੇ ਕਿਉਂ ਨਹੀਂ ਪੁੱਛੀਆਂ ਜਾਂਦੀਆਂ ਕਿ ਪੈਸਾ ਕਿੱਥੋਂ ਆਊਗਾ, ਪੇ ਕਮਿਸ਼ਨ ਵੇਲੇ ਕਿਉਂ ਨਹੀਂ ਪੁੱਛੀਆਂ ਜਾਂਦੀਆਂ, ਕਿਸਾਨਾਂ ਵੇਲੇ ਕਿਉਂ ਉਠਾਈਆਂ ਜਾਂਦੀਆਂ? ਕੀ ਅਸੀਂ ਇਹਨਾਂ ਗੱਲਾਂ ਨਾਲ ਅਵੇਅਰ ਹੋ ਰਹੇ ਹਾਂ? ਇਹਦਾ ਅਸੀਂ ਕੀ ਜਵਾਬ ਦਿੰਦੇ? ਕੀ ਫਰਕ ਮਹਿਸੂਸ ਹੁੰਦਾ ਤੁਹਾਨੂੰ ਇੱਥੇ? ਬਾਈ ਜੀ, ਪਹਿਲਾਂ ਵੀ ਆਪਾਂ ਨਾ, ਮੈਨੂੰ ਜੋ ਲੱਗਦਾ ਜੋ ਹੁਣ ਅੱਜ ਮੈਨੂੰ ਲੱਗਦਾ ਵੀ ਮੈਂ ਜਿਹੜੀ ਅੱਜ ਦੀ ਮੀਟਿੰਗ ਆ ਮੈਨੂੰ ਬੜੀ ਖਾਸ ਲੱਗੀ ਆ, ਕਿਉਂਕਿ ਜੋ ਗੱਲਾਂ ਸ਼ਰਮਾ ਜੀ ਨੇ ਦੱਸੀਆਂ ਨੇ ਨਾ, ਓਨੈਸਟਲੀ ਜਿਵੇਂ ਰਾਜਵੀਰ ਦੱਸਦਾ ਯਾਰ, ਸਾਨੂੰ ਨਹੀਂ ਸ਼ਾਇਦ ਇੰਨੀ ਡੈਪਥ ਵਿੱਚ ਨਹੀਂ ਪਤਾ ਹੈਗਾ। ਪਰ ਅੱਜ ਜਦੋਂ ਇਹ ਗੱਲ ਕਿਸੇ 16 ਸਾਲ ਤੋਂ ਲੈ ਕੇ 20-22 ਸਾਲ ਦੇ ਮੁੰਡੇ ਨੂੰ ਸਮਝਾਈ ਜਾਵੇ, ਸ਼ਾਇਦ ਉਹ ਸਮਝੂਗਾ ਨਹੀਂ। ਉਹਨੂੰ ਇਹ ਚੀਜ਼ ਕਿਤੇ ਨਾ ਕਿਤੇ ਬੋਰਿੰਗ ਲੱਗਣ ਲੱਗ ਜਾਂਦੀ ਹੈ। ਤੇ ਪਰ ਅੱਜ ਜਦੋਂ ਆ ਕੇ ਮੈਂ ਵੀ ਜੇ ਛੋਟੀ ਉਮਰ ਹੁੰਦੀ ਮੈਨੂੰ ਵੀ ਸ਼ਾਇਦ ਲੱਗਦੀਆਂ, ਪਰ ਅੱਜ ਜਦੋਂ ਮੈਂ ਗੱਲਾਂ ਸੁਣੀਆਂ ਨੇ ਤੇ ਮੈਨੂੰ ਇਹਨਾਂ ਗੱਲਾਂ ਵਿੱਚ ਇੰਨੀ ਕੁ ਜਾਨ ਲੱਗੀ ਕਿ ਮੈਨੂੰ ਲੱਗਾ ਅਸੀਂ ਭੁੱਲੇ ਫਿਰਦੇ ਹਾਂ, ਅਸੀਂ ਆਪਦੇ ਹੱਕ, ਆਪਦੇ ਰਾਈਟਸ ਭੁੱਲੇ ਫਿਰਦੇ ਆ। ਤੇ ਜਿਵੇਂ ਆਪਾਂ ਬਾਈ ਜੀ ਪਹਿਲਾਂ ਗੱਲ ਕਰਦੇ ਸੀ, ਜਿਵੇਂ ਸ਼ਰਮਾ ਜੀ ਨੇ ਨਾ, ਮਤਲਬ ਇਹ ਅਸੀਂ ਡੱਲੇਵਾਲ ਸਾਹਿਬ ਪਹਿਲਾਂ ਵੀ ਬੇਨਤੀ ਕੀਤੀ ਸੀ, ਸਪੈਸ਼ਲ ਪ੍ਰੋਗਰਾਮ ਰਿਕਾਰਡ ਕੀਤੇ ਜਾਣ। ਅੰਬਰ ਬਾਈ ਹੋਣੀ ਨੇ, ਸਾਰੇ ਨੇ ਨਾ, ਇੱਕ ਸਪੈਸ਼ਲ ਜਿਵੇਂ ਹੁਣ ਤੁਸੀਂ ਪੇਜ ਬਣਾਇਆ ਹੈ ਨਾ, ਉਹ ਪਿੱਛੇ ਕਿਸਾਨ ਏਕਤਾ ਮੋਰਚਾ ਪੇਜ ਆ, ਇਸ ਪੇਜ ਦੇ ਉੱਪਰ ਤੁਸੀਂ ਬਾਈ ਜੀ ਹੋਰਾਂ ਦੀਆਂ, ਸ਼ਰਮਾ ਜੀ ਦੀਆਂ ਇੰਟਰਵਿਊਆਂ ਕਿਸੇ ਆਰਟਿਸਟ ਨਾਲ ਕਰਵਾ ਦਿਓ, ਔਰ ਉਹਦੀ ਜਿਹੜੀ ਜਿਵੇਂ ਉਹ ਬਾਈ ਜੀ ਹੋਰਾਂ ਨੇ ਸਮਝਾਇਆ, ਉਹਦੀ ਲੈਂਗੁਏਜ ਹੋਰ ਸਰਲ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈ ਜਾਵੇ, ਤਾਂ ਕਿ ਇੱਕ ਆਮ ਜਿਹੜਾ ਬੰਦਾ 16 ਸਾਲ ਤੋਂ 20-22 ਸਾਲ ਦਾ ਜਿਹੜਾ ਮੁੰਡਾ ਜਿਹੜਾ ਪਿੰਡਾਂ 'ਚ ਰਹਿੰਦਾ, ਉਹਨੂੰ ਸਮਝ ਆ ਜਾਵੇ। ਆਪਾਂ ਨੂੰ ਤਾਂ ਸਮਝ ਆ ਗਈ, ਤੇ ਇਹ ਗੱਲਾਂ ਹੈ ਵੀ ਸੱਚੀਆਂ ਨੇ, ਇਹ ਹੈ ਵੀ ਸੱਚੀਆਂ ਨੇ। ਜਿਹੜੀ ਚੀਜ਼ ਜਿਹੜੇ ਉਹ ਕਾਨੂੰਨ ਨੇ ਜਿਹੜੇ ਅਮਰੀਕਾ ਵਰਗੀਆਂ ਕੰਟਰੀਆਂ 'ਚ ਫੇਲ ਹੋ ਚੁੱਕੇ ਨੇ, ਉਹ ਸਾਡੀ ਕੰਟਰੀ ਨੂੰ ਕਿਵੇਂ ਮਤਲਬ ਉਹਨੂੰ ਕੈਰੀ ਆਨ ਕਰ ਲੂਗੀ? ਇਹ ਨਹੀਂ ਹੋ ਸਕਦਾ। ਸੋ ਮੈਂ ਉਹੀ ਬਾਈ ਜੀ ਪਹਿਲਾਂ ਵਾਲੀ ਰਿਕੁਐਸਟ ਕਰਦਾ ਕਿ ਉਹ ਜ਼ਰੂਰ ਪ੍ਰੋਗਰਾਮ ਬਣਾ ਕੇ ਉਹ ਸ਼ੂਟ ਕੀਤੇ ਜਾਣ ਪ੍ਰੋਗਰਾਮ, ਹੈ ਨਾ। ਇਹ ਹੁਣ ਇਹ ਸਮਾਂ ਆ ਇੱਕ ਜੋ ਮੈਨੂੰ ਲੱਗਦਾ ਜੀ। ਸਹੀ ਗੱਲ ਹੈ ਜੀ। ਅੰਬਰ, ਤੁਸੀਂ ਵੇਖਿਆ ਜਿਵੇਂ ਕਿ ਲੋਕ ਅੰਦੋਲਨ ਹੋਏ ਨੇ, ਆਏ ਨੇ ਇੱਥੇ, ਔਰ ਲੋਕਾਂ ਨੇ ਗੱਲਾਂ ਬਾਤਾਂ ਸੁਣਨੀਆਂ ਸ਼ੁਰੂ ਕੀਤੀਆਂ, ਇੱਕ ਦੂਜੇ ਨਾਲ ਡਿਸਕਸ ਕਰਨਾ ਸ਼ੁਰੂ ਕੀਤਾ। ਥੈਂਕ ਗੋਡ ਕਿ ਉਹਨਾਂ ਨੇ ਹਥਿਆਰਾਂ ਦਾ ਤੇ ਗੱਡੀਆਂ ਦਾ ਤੇ ਸ਼ਿਕਾਰਾਂ ਦੀ ਗੱਲ ਛੱਡ ਕੇ ਬਲਕਿ ਬਿੱਲਾਂ ਦੀ, ਦੇਸ਼, ਇਕੋਨਮੀ ਦੀ ਤੇ ਇੱਧਰਲੇ ਪਾਸੇ ਨੂੰ ਤੁਰੇ ਨੇ। ਬੜੀ
ਸ਼ਾਨਦਾਰ ਗੱਲ ਹੈ। ਤੁਹਾਨੂੰ ਕੀ ਲੱਗਦਾ ਇਹ ਗੱਲ ਤੁਸੀਂ ਵੀ, ਮੈਂ ਤਾਂ ਕਰ ਹੀ ਰਿਹਾ, ਤੁਸੀਂ ਵੀ ਫਿਲਮਾਂ ਰਾਹੀਂ ਵੀ ਅੱਗੇ ਪਹੁੰਚਾਓਗੇ ਔਰ ਲੋਕਾਂ ਨੂੰ ਆਪਾਂ ਨੂੰ ਇਸ ਪਾਸੇ ਲਿਜਾਣਾ ਚਾਹੀਦਾ। ਇਹ ਬੋਰਿੰਗ ਨਹੀਂ ਹੁੰਦਾ, ਬੋਰਿੰਗ ਨਹੀਂ ਹੁੰਦਾ, ਇਹ ਐਂਟਰਟੇਨਿੰਗ ਵੀ ਹੁੰਦਾ। ਸਾਡੇ ਨਵਰਸ ਨੇ, ਨਵਰਸ ਦੇ ਵਿੱਚ ਇਕੱਲਾ ਉਂਗਲ ਚੱਕ ਕੇ ਬੱਲੇ ਬੱਲੇ ਨਾਲ ਹੀ ਨਹੀਂ ਇੰਜੋਏ ਕੀਤਾ ਜਾ ਸਕਦਾ, ਇਹਨਾਂ ਗੱਲਾਂ ਨੂੰ ਵੀ ਇੰਜੋਏ ਕੀਤਾ ਜਾ ਸਕਦਾ। ਮੈਂ ਸ਼ਰਮਾ ਜੀ ਨੂੰ ਵੇਖਿਆ, ਬਿਲਕੁਲ ਬੋਰਿੰਗ ਇਨਸਾਨ ਨਹੀਂ, ਬੜੇ ਇੰਟਰਸਟਿੰਗ ਮੈਂ ਇਨਸਾਨ। ਉਹੀ ਕਹਿ ਰਿਹਾ ਜੀ, ਜਿਹੜੀ ਗੱਲ 16 ਸਾਲ ਦੇ ਬੱਚੇ ਨੂੰ ਜਿਹੜੀ ਇਹ ਗੱਲਾਂ ਅੱਜ ਇਹਨਾਂ ਨੇ ਦੱਸੀਆਂ ਨੇ, ਉਹ ਇੰਨੀਆਂ ਕਿ ਜਾਨਦਾਰ ਨੇ ਔਰ ਇੰਨੀਆਂ ਕਿ ਵਧੀਆ ਨੇ ਵੀ ਅਸੀਂ ਭੁੱਲੇ ਰਹੇ ਇਹਨਾਂ ਤੋਂ। ਇਹ ਬਹੁਤ ਜ਼ਰੂਰੀ ਨੇ ਕਰਨੇ, ਬਹੁਤ ਜ਼ਰੂਰੀ ਨੇ। ਇਹ ਅੰਦੋਲਨ ਦੀ ਦੇਣ ਹੈ ਸਭ ਤੋਂ ਵੱਡੀ। ਬਿਲਕੁਲ ਜੀ। ਇਹਨੂੰ ਅੱਗੇ ਕਿਵੇਂ ਵਧਾਇਆ ਜਾ ਸਕਦਾ, ਔਰ ਕਲਾਕਾਰ, ਫਿਰ ਮੈਂ ਚਲੋ ਆ ਜਾਣਾ ਇਨਸਾਨ ਤੋਂ, ਮੈਂ ਤਾਂ ਇਨਸਾਨ ਤੱਕ ਹੀ ਸੀਮਾ ਸੀ ਕਿ ਕਲਾਕਾਰ ਇਹਦੇ 'ਚ ਕਿਵੇਂ ਇਜ਼ਾਫਾ ਕਰ ਰਹੇ ਨੇ ਜਾਂ ਅੱਗੇ ਜਾ ਕੇ ਕਰਨਗੇ। ਧੰਨਵਾਦ ਭਾਜੀ। ਪਹਿਲੀ ਗੱਲ ਤਾਂ ਸਾਰੇ ਕਿਸਾਨ, ਸਾਡੇ ਆਗੂ, ਸਾਡੇ ਪੱਤਰਕਾਰ ਵੀਰ, ਸਾਡੇ ਕਲਾਕਾਰ ਵੀਰ, ਸਾਰੇ ਮੈਨੂੰ ਪੇਸ਼ੇ ਅਲੱਗ-ਅਲੱਗ ਨੇ ਪਰ ਬੰਦੇ ਸਾਰੇ ਇੱਕ ਨੇ। ਮਕਸਦ ਸਭ ਦਾ ਇੱਕੋ ਹੈ ਕਿ ਬਿੱਲ ਵਾਪਸ ਕਰਾਉਣ ਦੇ ਨਾਲ ਨਾਲ ਜਿਹੜੀ ਸਾਨੂੰ ਇੱਕ, ਮੈਨੂੰ ਇੱਦਾਂ ਲੱਗਦਾ ਜੀ, ਮੈਂ ਥੋੜ੍ਹੀ ਜਿਹੀ ਇਮੋਸ਼ਨਲ ਇਹ 'ਚ ਚੀਜ਼ ਲੱਭਦਾ, ਭਾਵੁਕਤਾ ਲੱਭਦਾ, ਇਹਦੇ 'ਚ ਜਜ਼ਬਾਤ ਲੱਭਦਾ ਕਿ ਸਾਨੂੰ ਜਿਹੜੀ ਇੱਕ ਆਦਤ ਸਾਡੇ ਬਾਰੇ ਜਾਣਿਆ ਜਾਂਦਾ ਸੀਗਾ ਕਿ ਅਸੀਂ ਜਿੱਤਣ ਵਾਲੇ ਬੰਦੇ ਆ, ਅਸੀਂ ਇਕੱਠੇ ਹੋ ਜਾਂਦੇ ਆ, ਅਸੀਂ ਹੈ ਨਾ, ਸਾਨੂੰ ਲੜਨਾ ਹੁੰਦਾ ਸੀਗਾ। ਪਿੱਛੇ ਜੇ ਅਸੀਂ ਥੋੜ੍ਹੇ ਜਿਹੇ ਨਿਰਾਸ਼ਾਵਾਦੀ ਹੋ ਗਏ ਸਾਂ, ਲੋਕ ਸਾਨੂੰ ਉੜਤਾ ਪੰਜਾਬ ਕਹਿਣ ਲੱਗ ਪਏ ਸਨ। ਪਰ ਇਸ ਧਰਨੇ ਨੇ ਅੱਜ ਓਲੰਪਿਕ ਦੇ ਵਿੱਚ ਸਾਡੇ ਜਿਹੜੇ ਰਿਜ਼ਲਟ ਆਏ ਨੇ ਮੁੰਡੇ ਕੁੜੀਆਂ ਨੇ ਦਿੱਤੇ ਨੇ, ਉਹ ਜਿਹੜੀਆਂ ਸਾਨੂੰ ਹੌਲੀ ਹੌਲੀ ਜਿੱਤਾਂ ਵੱਲ ਲੈ ਕੇ ਜਾ ਰਹੇ ਨੇ। ਮੈਨੂੰ ਲੱਗਦਾ ਕਿ ਇਹ ਗੱਲ ਬਹੁਤ ਜ਼ਿਆਦਾ ਲਾਜ਼ਮੀ ਹੈ। ਇਹ ਗੱਲ ਸਾਰੇ ਮੈਨੂੰ ਲੱਗਦਾ ਬਿੱਲ ਵੀ ਤਾਂ ਹੈ, ਪਰ ਇੱਕ ਗੱਲ ਜਿਹੜੀ ਪੰਜਾਬ ਦੇ ਪਿੰਡਾਂ ਦੇ ਲੋਕਾਂ 'ਚ ਜੇ ਕੁਛ ਹੈ, ਕੋਈ ਗੜਬੜ ਨੂੰ ਪਤਾ ਨਹੀਂ, ਕਿਉਂਕਿ ਇੱਥੇ ਵੇਖ ਕੇ ਤਾਂ ਐਂ ਲੱਗਦਾ ਕਿ ਪੱਕੇ ਡੇਰੇ ਦੇ ਪੱਕੇ ਜੇਰੇ ਹੋ ਗਿਆ। ਪਹਿਲਾਂ ਤਾਂ ਟਰਾਲੀਆਂ ਸਨ, ਹੁਣ ਤਾਂ ਪੱਕੇ ਬੈਠੇ ਹੋ, ਹੈ ਨਾ, ਮੈਨੂੰ ਲੱਗਦੇ ਨਹੀਂ ਜਾਣਗੇ। ਤੇ ਬਸ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਮੈਨੂੰ ਲੱਗਦਾ ਜ਼ਿਆਦਾ ਲਾਜ਼ਮੀ ਹੈ ਕਿ ਅਸੀਂ ਜਿੱਤਣਾ ਹੀ ਜਿੱਤਣਾ। ਮਤਲਬ ਮੈਨੂੰ ਲੱਗਦਾ ਕਿ ਜਿੱਤਣਗੇ। ਬਿੱਲਾਂ ਦਾ ਮੈਨੂੰ ਲੱਗਦਾ ਬਈ ਉਹਨੂੰ ਪਤਾ ਹੈ ਇਸ ਟਾਈਮ ਨਹੀਂ, ਮੈਨੂੰ ਲੱਗਦਾ ਕਿ ਇਸ ਟਾਈਮ ਲੋਕਾਂ ਨੂੰ ਅਵੇਅਰਨੈਸ ਹੈਗੀ ਹੈ ਵੀ ਕੀ ਹੈ, ਕਿਵੇਂ ਹੋ ਰਿਹਾ, ਕੀ ਘਾਟਾ ਵਾਧਾ ਹੈ। ਜ਼ਿਆਦਾ ਜਜ਼ਬਾ ਜਿੱਥੇ ਮੈਨੂੰ ਲੱਗਦਾ, ਉਹ ਜਿਵੇਂ ਜਨਤਾ ਵੀ ਕਹਿ ਰਿਹਾ ਸੀ ਬਈ ਵੀ ਯਾਰ ਥੋੜ੍ਹਾ ਜਿਹਾ ਕਿਤੇ ਵੀ ਜੇ ਕੋਈ ਲੱਗਦਾ ਹੈ, ਮੈਨੂੰ ਲੱਗਦਾ ਉਹ ਇੱਕ ਗਲਤ, ਉਹ ਇੱਕ ਚੀਜ਼ ਹੈ ਜਿਹੜੀ ਭਾਜੀ ਸਾਨੂੰ ਕਰਨੀ ਚਾਹੀਦੀ ਲੋਕਾਂ ਦੇ ਜ਼ਹਿਨਾਂ 'ਚੋਂ। ਕਿਉਂਕਿ ਇੱਥੇ ਆ ਕੇ ਅੱਜ ਜਦੋਂ ਆਪਾਂ ਟਰੈਕਟਰ 'ਤੇ ਬੈਠੇ ਨਾ ਬਈ ਮਾਰਚ ਤੋਂ ਪਹਿਲਾਂ ਤਾਂ ਮੈਂ ਬੜਾ ਖੁਸ਼ ਹਾਂ ਯਾਰ, ਮੈਂ ਟਰੈਕਟਰ ਮਾਰ ਚਲੋ ਹੈ ਨਾ, ਹੌਲੀ 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 ਜਿਵੇਂ ਅੱਗੇ ਵਧੀ ਜਾਂਦੇ ਹਾਂ, ਉਹੀ ਰੋਹ ਹੈ ਤਰਨੇ ਦਾ। ਉਸੇ ਤਰ੍ਹਾਂ ਮੈਂ ਤਾਂ ਸੋਚ ਰਿਹਾ ਸੀਗਾ, ਮੈਂ ਕਿਹਾ ਜਦੋਂ ਆਪਾਂ ਜਿੱਤ ਗਏ ਤੇ ਇਹ ਜਿਹੜੀ ਸੜਕ ਹੈ ਸਰਕਾਰ ਨੂੰ ਵੈਸੇ ਟੂਰਿਜ਼ਮ ਨੂੰ ਦੇ ਦੇਣੀ ਚਾਹੀਦੀ ਹੈ। ਇਹ ਸਾਡੇ ਪੱਕੀਆਂ ਟਰਾਲੀਆਂ ਲੱਗੀਆਂ ਹਨ ਜਿਨ੍ਹਾਂ 'ਚ AC ਲੱਗਿਆ, ਕੂਲਰ ਲੱਗੇ ਆ, ਸਾਰੇ ਤੋਂ ਸਾਥ ਨੇ। ਮੈਂ ਨਾ ਬਿਕੋਜ਼ ਇਹ ਸਾਡੇ ਬੰਦੇ ਹਾਰਦੇ ਨਹੀਂ। ਬਸ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਜਜ਼ਬਾ ਭਰਿਆ ਹੈ, ਇਸ ਜਜ਼ਬੇ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਉਦੋਂ ਤੱਕ ਪਹੁੰਚਾਉਣ ਦੀ ਲੋੜ ਹੈ। ਤੇ ਰਹੀ ਗੱਲ ਫਿਲਮਾਂ ਦੀ, ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਜੀ, ਮੈਂ ਕੋਈ ਜੋ ਮੈਂ ਇਸ ਧਰਨੇ 'ਚੋਂ ਸਮਝਿਆ ਕਿ ਉਹ ਗੱਲ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਕਿਸੇ ਨਾ ਕਿਸੇ ਫਿਲਮ ਦੇ ਵਿੱਚ ਜ਼ਰੂਰ ਕਰਾਂ। ਔਰ ਉਹ ਗੱਲ ਜਿਹੜੀ ਸਿੱਪੀ ਵੀ ਕਹਿ ਰਿਹਾ ਸੀ ਕਿ ਸਰਲ ਤਰੀਕੇ ਨਾਲ ਇਹੀ ਗੱਲ ਜੀ, ਕਲਾਕਾਰ ਦੀ ਭਾਸ਼ਾ 'ਚ ਉਹ ਗੱਲ ਜਦੋਂ ਆਏਗੀ, ਮੈਨੂੰ ਲੱਗਦਾ ਹੈ ਜੇ ਕਿਤੇ ਕੁਝ ਰਿਹਾ ਹੋਇਆ ਕੋਈ ਕਮੀ, ਉਹ ਪੂਰੀ ਹੋ ਜੂਗੀ, ਲੋਕਾਂ ਨੂੰ ਸਮਝ ਆ ਜੂਗਾ ਵੀ ਕਬਜ਼ੇ ਕਿਵੇਂ ਹੋਣਗੇ। ਬਿਲਕੁਲ ਸਹੀ ਗੱਲ। ਇਹ ਜਿਹੜੀ ਅੰਬਰ ਨੇ ਗੱਲ ਕਹੀ ਨਾ ਡੱਲੇਵਾਲ ਸਾਹਿਬ, ਇਹ ਕਰਨੀ ਆ ਬਾਅਦ 'ਚ। ਕੱਲਾ ਇੱਥੇ ਇਹਨੂੰ ਸਾਡੇ ਨਾ ਫਿਲਮਾਂ 'ਚ ਹੁੰਦਾ ਜਿੱਥੇ ਸੈੱਟ ਲਾਉਣੇ ਉਹਨੂੰ ਪ੍ਰੀਜ਼ਰਵ ਕਰ ਲੈਂਦੇ ਆ ਵੱਡੇ ਸੈੱਟਾਂ ਨੂੰ। ਇਹ ਤਾਂ ਸੈੱਟ ਤੋਂ ਵੀ ਪਤਾ ਨਹੀਂ, ਸੈੱਟ ਛੱਡੋ, ਇਹ ਤਾਂ ਇੱਕ ਅਸਲੀਅਤ ਹੈ, ਹਿਸਟਰੀ ਹੈ। ਯੈਸ। ਔਰ ਇਸ ਸੜਕ ਨੂੰ ਤਾਂ ਮੱਥਾ ਟੇਕ ਜਾਣਗੇ ਲੋਕ ਕਿ ਇੱਥੋਂ ਸੰਘਰਸ਼ ਸ਼ੁਰੂ ਹੋਇਆ ਸੀ ਸਦੀਆਂ ਔਰ ਤੱਕ ਤੁਸੀਂ ਚੱਲਿਆ। ਵੇਖਿਓ ਜੇ ਸਦੇ ਤੱਕ ਜਿੱਤਿਆ। ਹਾਂ ਨਹੀਂ, ਜਿੱਤਦੇ ਜਾਵਾਂਗੇ। ਇਹ ਸ਼ੁਰੂਆਤ ਹੈ, ਇਹਨੂੰ ਸ਼ੁਰੂਆਤ ਮੰਨਿਆ ਜਾਊਗਾ ਇਸ ਦੇਸ਼ ਦੇ ਵਿੱਚ ਜਦੋਂ ਲੋਕ ਅੰਦੋਲਤ ਹੋਏ ਨੇ। ਔਰ ਲੋਕ ਜਦੋਂ ਅੰਦੋਲਤ ਹੋ ਜਾਂਦੇ ਨੇ ਤਾਂ ਸਾਰਿਆਂ ਨੂੰ ਬਦਲਣਾ ਪੈਂਦਾ ਹੈ। ਫਿਲਮਾਂ ਵੀ ਬਦਲਦੀਆਂ ਨੇ, ਗਾਣੇ ਵੀ ਬਦਲਦੇ ਨੇ, ਔਰ ਲੀਡਰ ਵੀ ਬਦਲਦੇ ਨੇ, ਨੀਤੀਆਂ ਵੀ ਬਦਲਦੀਆਂ ਨੇ। ਫਿਰ ਉਹ ਅਰਥਚਾਰੇ ਨਹੀਂ ਚੱਲਣੇ ਜੋ UNO ਤੋਂ ਆਉਂਦੇ ਨੇ ਜਾਂ WTO ਭੇਜਦਾ ਹੈ। ਫਿਰ ਉਹ ਅਰਥਚਾਰਾ ਹੋਊਗਾ ਜੋ ਹਰ ਜਗ੍ਹਾ ਲੋਕ ਆਪਦੇ ਲੈਵਲ ਤੇ ਸੋਚਦੇ ਨੇ ਕਿ ਯਾਰ ਅਸੀਂ ਐਂ ਬੈਟਰ ਚੱਲ ਸਕਦੇ ਹਾਂ। ਸਦੀਆਂ ਤੋਂ ਇਹ ਹੁੰਦਾ ਆਇਆ। ਹਾਂ, ਮੈਂ ਇੱਕ ਗੱਲ ਕਰ ਰਿਹਾ ਸੀਗਾ ਕਿ ਜਿਵੇਂ ਹੁਣ ਓਲੰਪਿਕ ਦੇ ਵਿੱਚ 골ਡ ਜਿੱਤਿਆ ਮੁੰਡੇ ਨੇ ਤੇ ਕਾਂਸੀ ਜਿੱਤਿਆ ਆਪਾਂ ਹਾਕੀ 'ਚ ਨਾ, ਤੇ ਆਪਾਂ ਗੱਲਾਂ ਨਹੀਂ ਕਰਨ ਲੱਗ ਪਏ ਵੀ ਲੈ ਵੀ ਅਗਲੇ ਸਾਲ ਨਾ 골ਡ ਲਿਆਉਣਗੇ ਹਾਕੀ 'ਚ, ਲੈ ਵੀ ਮੁੰਡਿਆਂ ਨੇ ਹਾਕੀ ਚੱਕ ਲੈਣੀ ਹੁਣ, ਲੈ ਵੀ ਜਿਹਨਾਂ ਨੇ ਰੱਖਿਆ ਸੀ ਨਾ ਮੱਥਾ ਲਾ ਲੈਣੀ ਹੈ। ਕਿਉਂ? ਇੱਕ ਜਿੱਤ ਤੁਹਾਡੀ ਕਈ ਸਦੀਆਂ ਤੱਕ ਅੱਗੇ ਬੰਦੇ ਖੜਾ ਕਰਦੀ ਹੈ। ਸੋ ਇਹ ਜਿਹੜੀ ਜਿੱਤ ਹੈ ਇਹ ਸਾਡੇ ਲਈ ਇਸ ਲਈ ਲਾਜ਼ਮੀ ਹੈ ਕਿ ਸਾਡੇ ਬੱਚੇ, ਸਾਡੇ ਆਉਣ ਵਾਲੀ ਪੀੜ੍ਹੀਆਂ ਕਹਿਣ ਵੀ ਇੰਡੀ ਕੋਈ ਤਾਂ ਕੀ ਗੱਲ ਹੈ, ਇਹ ਤਾਂ ਹੀ ਕਰਾਈ ਲਵਾਂਗੇ ਬਸ, ਇਹ ਤਾਂ ਹੀ ਹੈ ਨਾ।
ਸੋ ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਭਾਈਚਾਰਕ ਸਾਂਝ ਪੈਦਾ ਕਰਕੇ, ਮੈਨੂੰ ਲੱਗਦਾ ਮਾੜੇ ਮੋਟੇ ਜੇ ਕਿਸੇ ਹੋਣਗੇ ਮੈਨੂੰ ਪਤਾ ਨਹੀਂ ਵੀ ਯਾਰ ਇਹ ਇੱਕ ਜਿੱਤ ਸਾਨੂੰ ਦੇ ਦਿਓ ਬਾਕੀ ਸਾਡੇ ਤੋਂ ਬਾਅਦ ਵੇਖੇ ਜੀ ਫਿਲਮਾਂ ਅਸੀਂ ਬਹੁਤ ਦੇਵਾਂਗੇ। ਨਿਸ਼ਾਨ ਸਾਹਿਬ ਦੀ ਜਗ੍ਹਾ ਵੇਖ ਲਿਓ ਜੀ, ਉਹ ਲਾ ਕੇ ਜਾਣਾ ਹੈ ਔਰ ਫਿਰ ਮੱਥਾ ਟੇਕ ਕੇ ਜਾਇਆ ਕਰਨਾ ਹੈ। ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ ਕੀ ਹੋਇਆ ਇੱਥੇ ਕੰਮ ਨਹੀਂ ਆ ਰਹੀ ਆ ਕੇ ਬੋਲ ਦਿਓ। ਕੁਝ ਚੀਜ਼ਾਂ ਤਾਂ ਨਹੀਂ ਜੋ ਪ੍ਰਜ਼ਰਵ ਕਰਕੇ ਮਗਰ ਕਰਕੇ ਮਗਰ ਕਰਕੇ ਦੋ ਗੱਲਾਂ ਕਰਦੇ ਬਸ ਗੱਲ ਕੁਝ ਨਹੀਂ ਨਾਰਮਲ ਜੀ ਗੱਲ ਹੈ ਤੁਹਾਡਾ ਸਵਾਲ ਸੀਗਾ ਗੱਲ ਨਹੀਂ ਬੈਠੋ ਤੁਸੀਂ ਬੈਠੋ ਪਲੀਜ਼ ਮੈਂ ਖੜਦਾ ਨਹੀਂ ਆ ਜਾਓ ਇਧਰ ਆਓ ਯਾਰ ਨਹੀਂ ਆ ਚੰਗਾ ਨਹੀਂ ਲੱਗਾ ਬਾਲੂ ਬਹਿ ਜਾਓ, ਇੱਥੇ ਬੈਠੋ ਸਿੱਧੀ ਇੱਧਰ ਹੈ। ਮੇਰਾ ਕਹਿਣ ਦਾ ਮਤਲਬ ਇਹ ਸੀ ਮੈਂ ਇਸ ਵਾਸਤੇ ਆਇਆ ਤੁਹਾਡੇ ਵਿੱਚ ਨੂੰ ਕਿਉਂਕਿ ਪੀਸੀ ਦਾ ਤੁਸੀਂ ਪੂਰੀ ਕਰਤੀ ਤਕਰੀਬਨ ਗੱਲਬਾਤ ਸਾਰੀ ਕਹਿਤੀ। ਇੱਕ ਗੱਲ ਇੱਧਰੋਂ ਆਈ ਸੀਗੀ ਕਿ ਇਹ ਚਾਹੀਦਾ ਹੈ ਜਗ੍ਹਾ ਪਰਸੋਂ ਚੌਥੇ ਤੋਂ ਲਗਾਤਾਰ 4-5 ਦਿਨ ਤੋਂ ਇੱਕ ਨਵਾਂ ਟ੍ਰੈਂਡ ਚੱਲਿਆ ਇੱਥੇ। ਅੱਗੇ ਸਾਡੇ ਹਿੰਦੂ ਧਰਮ ਨੂੰ ਮੰਨਣ ਵਾਲੇ ਵੀਰ ਕੀ ਕਰਦੇ ਸੀ, ਗੰਗਾ ਤੋਂ ਪਾਣੀ ਜਲ ਲੈਂਦੇ ਸੀ ਤੇ ਲਿਆ ਕੇ ਸ਼ਿਵਲਿੰਗ ਤੇ ਕਿਸੇ ਉਹੋ ਜਿਹੀ ਜਗ੍ਹਾ ਦੇ ਉੱਤੇ ਚੜਾਉਂਦੇ ਸੀ। ਹੁਣ ਲੋਕਾਂ ਨੇ ਕੀ ਕੀਤਾ, ਹਰਿਆਣੇ ਦੇ ਲੋਕਾਂ ਨੇ ਆਪਦੇ ਖੇਤ ਚੋਂ ਮਿੱਟੀ ਲੈਂਦੇ ਆ, ਖੇਤ ਚੋਂ ਪਾਣੀ ਲੈਂਦੇ ਆ, ਉੱਥੋਂ ਕਾਂਵੜ ਯਾਤਰਾ ਤੋਰਦੇ ਆ ਤੇ ਲਿਆ ਕੇ ਇੱਥੇ ਇਸ ਜਗ੍ਹਾ ਦੇ ਉੱਤੇ ਚੜਾਉਂਦੇ ਆ। ਔਰ ਨਾਲ ਦੀ ਨਾਲ ਪਰਸੋਂ ਮੈਂ ਉੱਥੇ ਸੀਗਾ, ਉਹਨਾਂ ਨੂੰ ਮੈਂ ਰਿਸੀਵ ਕੀਤਾ ਸੀਗਾ। ਉਹ ਸਾਡੀ ਜਿਹੜੀ ਕਾਂਵੜ ਯਾਤਰਾ ਆਈ, ਉਹਨਾਂ ਨੇ ਕਿਹਾ ਦੇਖੋ ਇੱਕ ਵੱਡੀ ਗੱਲ ਹੋਰ ਨਾਲ ਕਿੰਨੀ ਵੱਡੀ ਹੈ। ਉਹ ਕਹਿੰਦੇ ਵੀ ਪੰਜਾਬ ਦਾ ਕੋਈ ਉਹ ਬਜ਼ੁਰਗ ਜਿਹੜਾ ਲੀਡਰ ਨਾ ਹੋਵੇ ਔਰ ਇੱਥੇ ਬੈਠਾ ਹੋਵੇ ਮੋਰਚੇ 'ਚ, ਅਸੀਂ ਉਹਦੇ ਇਸ ਜਲ ਦੇ ਨਾਲ ਉਹਦੇ ਚਰਨ ਧੋਣੇ ਆ ਔਰ ਉਹਨਾਂ ਦੇ ਚਰਨ ਧੋ ਕੇ ਗਏ ਨੇ। ਦੇਖੋ ਕਿੰਨੀ ਵੱਡੀ ਮਤਲਬ ਆਸਥਾ ਬਣ ਗਈ ਇਸ ਚੀਜ਼ ਦੇ ਨਾਲ। ਔਰ ਮੈਨੂੰ ਲੱਗਦਾ ਹੈ ਕਿ ਇਹ ਵੀ ਹੋਏਗਾ, ਪਰਮਾਤਮਾ ਮਿਹਰ ਕਰੇ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਸਾਨੂੰ ਭਾਵੇਂ ਝੋਲੀ ਅੱਡ ਕੇ ਕਿਉਂ ਨਾ ਮਤਲਬ ਇਕੱਠਾ ਕਰਨਾ ਪਵੇ, ਇੱਥੇ ਕੋਈ ਜਗ੍ਹਾ ਲੱਭਣ ਦੀ ਕੋਸ਼ਿਸ਼ ਅਸੀਂ ਕਰਾਂਗੇ ਕਿਉਂਕਿ ਸਾਡਾ 600 ਕਿਸਾਨ ਸ਼ਹੀਦ ਹੋ ਗਿਆ, ਉਹਨਾਂ ਦੀ ਸਮਾਰਕ ਬਣਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਔਰ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇਹ ਇੱਕ ਸਾਡੇ ਬਾਹਰ ਤੋਂ ਆਉਣ ਵਾਲੇ ਸੈਲਾਨੀਆਂ ਦੇ ਲਈ ਇੱਕ ਜਗ੍ਹਾ ਬਣੇ, ਉਹ ਪ੍ਰਮਾਤਮਾ ਮਿਹਰ ਕਰੇ। ਤੁਹਾਡੇ ਮੂੰਹ 'ਚੋਂ ਜਿਹੜੀਆਂ ਗੱਲਾਂ ਨਿਕਲ ਰਹੀਆਂ ਠੀਕ ਨਿਕਲ ਰਹੀਆਂ ਔਰ ਆਪਾਂ ਉਸ ਦਿਸ਼ਾ ਵੱਲ ਨੂੰ ਉਮੀਦ ਹੈ ਕਿ ਵਧਾਂਗੇ ਆਪਾਂ ਇਸੇ ਤਰ੍ਹਾਂ ਏਕਤਾ ਰਹੀ। ਔਰ ਨਾਲ ਇੱਕ ਗੱਲ ਹੋਰ ਹੈ, ਇੱਧਰੋਂ ਇੱਕ ਗੱਲ ਆਈ ਸੀ ਅਮਤੋਜ ਜੀ ਵੱਲੋਂ, ਇੱਧਰੋਂ ਵੀ ਆਈ ਸੀ ਕਿ ਦੇਖੋ ਇਸ ਜਿੱਤ ਦੇ ਨਾਲ ਇਕੱਲੀ ਇਹ ਜਿੱਤ ਨਹੀਂ ਹੈ, ਇਸ ਜਿੱਤ ਦੇ ਮਗਰਲੇ ਪਾਸੇ ਇੱਕ ਬਹੁਤ ਵੱਡਾ ਅੰਦੋਲਨ ਖੜਾ ਹੈ, ਬਹੁਤ ਵੱਡਾ ਅੰਦੋਲਨ। ਦੇਸ਼ ਦੀ ਏਕਤਾ ਬਣੀ ਹੈ, ਇੱਕ ਬਹੁਤ ਤਕੜੀ ਚੀਜ਼ ਹੈ ਜਿਹੜੀ ਦੇਸ਼ ਦੀ ਏਕਤਾ ਹੈ। ਇਹ ਸਾਡਾ ਜਿਹੜਾ ਅਗਲਾ ਅੰਦੋਲਨ ਹੈ, ਜਿਹੜਾ ਗੈਟ WTO ਵਰਗੀਆਂ ਪਾਲਿਸੀਆਂ ਦੇ ਖਿਲਾਫ ਅੰਦੋਲਨ ਹੈ, ਜਿਹਦੇ ਕਰਕੇ ਸਾਡੀ ਮੌਤ ਹੋ ਰਹੀ ਹੈ। ਔਰ ਉਹਦੇ ਖਿਲਾਫ ਜਿਹੜਾ ਪ੍ਰੋਟੈਸਟ ਹੋਣਾ ਹੈ, ਉਹ ਪੂਰੇ ਹਿੰਦੁਸਤਾਨ ਨੇ ਇਕਜੁੱਟ ਹੋ ਕੇ ਲੜਨਾ ਹੈ। ਔਰ ਉਹ ਹਜੇ ਅਗਲਾ ਜਨਮ ਉਸ ਅੰਦੋਲਨ ਦਾ ਹੋਣਾ ਹੈ ਇਹਦੇ ਵਿੱਚੋਂ। ਤੋਂ ਇਹ ਇੱਥੇ ਮਤਲਬ ਮੁੱਕਣ ਵਾਲੀ ਗੱਲ ਨਹੀਂ ਹੈ। ਦੇਸ਼ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਾ ਕੁਝ ਕਰਨਾ ਪੈਣਾ ਹੈ। नाम सिंह चिटोनी बोल रहे हैं, मेरी कोई सुनवाई नहीं हो रही है मोर्चे में। क्या बात है, हरियाणा की अगुवाई जो कर रहा है उसकी सुनवाई क्यों नहीं हुई है? हरियाणा पंजाब को बोलते भाई भाई है, देखो, तो भाई कौन सुनेगा? देखिए आपका क्वेश्चन बहुत सेंसिटिव है। इसको हरियाणा और पंजाब वास्तव में भाई भाई है, कोई दो राय नहीं है। हमारा ये मानना है कि हरियाणा ने ये आंदोलन संभाला हुआ है, कोई दिक्कत नहीं है इस बात में। लेकिन जो अभी यहाँ पर दूसरे हरियाणा के सभी संगठन बैठे हैं, जिस समय भाई साहब जा रहे हैं सभी संगठन यहाँ पे और संगठन हरियाणा के बैठे हैं, तो केवल भाई साहब वो जा रहे हैं बाइकआउट करके। तो ये हमारे अंदर का मामला है, हम कर लेंगे, ठीक है, ऐसी बात नहीं। बहुत बार होता है रूट रहा ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਕੀ ਉਹਨਾਂ ਦਾ ਕਸੂਰ ਸੀ, ਕਿਉਂ ਉਹਨਾਂ ਨੂੰ ਬਾਹਰ ਕੱਢਿਆ? ਮੈਂ ਫਿਰ ਬੇਨਤੀ ਕਰਾਂ, ਇਹ ਜਥੇਬੰਦੀਆਂ ਦਾ ਅੰਦਰ ਦਾ ਮੈਟਰ ਹੈ। ਸੁਲਝਾਉਣ ਤੇ ਅਸੀਂ ਕਮੇਟੀਆਂ ਬਣਾ ਦਿੱਤੀਆਂ ਗਈਆਂ, ਕਮੇਟੀਆਂ ਬਣ ਚੁੱਕੀਆਂ, ਕਮੇਟੀਆਂ ਇਹਨੂੰ ਬੈਠ ਕੇ ਸੁਲਝਾ ਲੈਣਗੀਆਂ। ਵੀਡੀਓ ਵਾਇਰਲ ਹੋ ਰਹੀ ਹੈ ਜੀ। ਬੇਟੇ ਮੇਰੀ ਗੱਲ ਮੈਂ ਇਹੀ ਗੱਲ ਧਿਆਨ ਨਾਲ ਸੁਣਿਓ। ਉਸੇ ਵੇਲੇ ਅੱਜ ਸਪੈਸ਼ਲ ਮੀਟਿੰਗ ਇੱਕ ਹਰਿਆਣੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ, ਭਾਈ ਸਾਹਿਬ ਨਾਲ ਗੁਰਨਾਮ ਸਿੰਘ ਨਾਲ ਗੱਲਬਾਤ ਹੋਈ ਹੈ, ਡਿਸਕਸ ਉਹਨਾਂ ਨੇ ਬਹਿਸ ਕੀਤੀ ਹੈ, ਸਾਰੀ ਵਿਚਾਰ ਚਰਚਾ ਹੋਈ ਹੈ। ਔਰ ਕੱਲ ਨੂੰ ਜਾਂ ਪਰਸੋਂ
ਇੱਕ ਮੀਟਿੰਗ ਹੋਏਗੀ ਪੂਰੀ ਜਿਹੜੀ ਉਹਨਾਂ ਦੀ ਖਾਤਰ ਉਸ ਮੈਟਰ ਨੂੰ ਸੋਲਵ ਕਰਨ ਦੇ ਲਈ ਕਮੇਟੀ ਬਣਾਈ ਗਈ ਹੈ। ਉਹ ਕਮੇਟੀ ਉਸ ਮੈਟਰ ਨੂੰ ਸੋਲਵ ਕਰੇਗੀ। ਕੋਈ ਦਿੱਕਤ ਨਹੀਂ, ਨੋ ਪ੍ਰੋਬਲਮ, ਕੋਈ ਕਿਤੇ ਨਹੀਂ ਜਾਏਗਾ। ਮੋਰਚਾ ਭਲੇ ਅਸੀਂ ਸਾਰੇ ਰੁੱਸ ਜੀਏ ਲੇਕਿਨ ਮੋਰਚਾ ਜਿੱਤੇ ਬਗੈਰ ਇੱਥੋਂ ਨਹੀਂ ਜਾਵਾਂਗੇ। ਇੱਕ ਮੈਂ ਸਬਮਿਸ਼ਨ ਕਰਨਾ ਚਾਹੂੰਗਾ ਡੱਲੇਵਾਲ ਸਾਹਿਬ ਦੀ ਗੱਲ 'ਚ ਕਿ ਇੱਕ ਸਾਡੇ ਗਾਣਾ ਵੀ ਸੀ ਕਿ ਭਾਂਡੇ ਠਹਿਕਦੇ ਰਹਿੰਦੇ ਹੁੰਦੇ ਜਦੋਂ ਘਰ 'ਚ ਹੁੰਦੇ ਆ। ਅਸੀਂ ਵੀ ਜਦੋਂ ਆਉਂਦੇ ਪਹਿਲਾਂ ਵੀ ਰਹੇ ਹਾਂ, ਅਸੀਂ ਵਿੱਚ ਪਿੱਛੋਂ ਮੁੜ ਜਾਈਦਾ ਸੀ। ਜਦੋਂ ਅੱਗੇ ਆਏ ਤਾਂ ਸਾਰੇ ਜਣਿਆਂ ਨੇ ਜਥੇਦਾਰਾਂ ਨਾਲ ਇਹਨਾਂ ਨਾਲ ਬੈਠ ਕੇ ਅਸੀਂ ਇੱਕ ਗੱਲ ਕੀਤੀ ਸੀ ਐਸੇ ਹਾਲ 'ਚ, ਔਰ ਅਸੀਂ ਇਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਪਲੀਜ਼ ਲੜਿਓ ਜੇ ਨਾ। ਜਦ ਕਿ ਲੜਨਾ ਇਹਨਾਂ ਨੇ ਉਦੋਂ ਮੈਨੂੰ ਜੋ ਸਮਝਾਇਆ, ਜੋ ਮੈਂ ਸਮਝਿਆ ਵੀ ਆਂਦੇ ਲੜ ਕੇ ਅਸੀਂ ਮੰਥਨ ਕਰਨਾ ਕਹਿ ਲਓ ਇਹਨੂੰ, ਔਰ ਫਿਰ ਉਹਦੇ 'ਚ ਕੋਈ ਗੱਲ ਕੱਢਦੇ ਆ। ਤੇ ਜਦੋਂ ਪਰਿਵਾਰ ਦੇ ਵਿੱਚ 4 ਲੋਕ ਆਵੇ ਦੀ ਗੱਲ ਕਰਦੇ ਨੇ, ਘਰ ਦੇ ਡਿਸੀਜਨ ਲੈਣੇ ਹੁੰਦੇ ਆ, ਲੜਾਈ ਤਾਂ ਉਸ 'ਚ ਹੋ ਜਾਂਦੀ ਹੈ। ਇਹ ਤਾਂ ਇੱਕ ਦੁਨੀਆ ਦਾ ਇੱਕ ਅਜੀਬ ਜਾਂ ਕਹਿ ਲਓ ਇੱਕ ਇਹੋ ਜਿਹਾ ਅੰਦੋਲਨ ਬਣ ਗਿਆ ਜਿਹੜਾ ਕਦੇ ਹੋਇਆ ਹੀ ਨਹੀਂ ਸੀ। ਤਾਂ ਕੀ ਸਾਡੇ ਉਹ 'ਚ ਡਿਫਰੈਂਸ ਨਹੀਂ ਹੋਣਗੇ? ਹੋ ਰਹੇ ਨੇ, ਪਰ ਤੁਸੀਂ ਉਸ ਦਿਨ ਸਾਨੂੰ ਕਿਉਂ ਜੇ ਜਿਸ ਦਿਨ ਸਾਡੇ 'ਚ ਕੋਈ ਬੰਦਾ ਪਰਮਾਨੈਂਟ ਚਲਿਆ ਗਿਆ। ਅਸੀਂ ਬਾਹਰ ਵੀ ਜਾਂਦੇ, ਅੰਦਰ ਵੀ ਆਉਣੇ ਆ, ਸਾਡੇ ਅੰਦਰੂਨੀ ਮਾਮਲੇ ਨੇ, ਗੁੱਸੇ ਗਿਲੇ ਵੀ ਹੁੰਦੇ ਆ। ਜੇ ਅਸੀਂ ਗੁੱਸੇ ਗਿਲੇ ਨਾ ਹੋਈਏ ਫਿਰ ਅਸੀਂ ਵੀ ਕਵਾਂਗੇ ਹਾਈ ਕਮਾਂਡ ਕਲਚਰ। ਫਿਰ ਜੋ ਪਾਰਟੀਆਂ 'ਚ ਹੋ ਰਿਹਾ ਹੈ ਕਿ ਨਹੀਂ ਮੈਂ ਕਹਤਾ ਤੂੰ ਮੰਨ, ਹੁਣ ਕੀ ਹੋ ਰਿਹਾ ਹੈ? ਹਰ ਬੰਦਾ ਆਪਦੀ ਆਵਾਜ਼ ਰੱਖ ਰਿਹਾ, 2 ਬੰਦੇ ਉਹਨੂੰ ਸਮਝਾਉਂਦੇ ਨੇ ਜਾਂ ਖੁਦ ਸਮਝਦੇ ਨੇ, ਔਰ ਉਹਦੇ 'ਚੋਂ ਫਾਈਨਲ ਫੈਸਲਾ ਆਉਂਦਾ। ਤੁਸੀਂ ਉਸ ਦਿਨ ਇਸ ਗੱਲ ਨੂੰ ਬਹੁਤ ਜ਼ੋਰ ਨਾਲ ਕਹਿ ਸਕਦੇ ਆ ਜਿਸ ਦਿਨ ਗੁਰਨਾਮ ਸਿੰਘ ਜੀ ਨੂੰ ਕੁਝ ਕਹਿ ਦਿੱਤਾ ਜਾਵੇ ਕਿ ਜਾਓ ਇੱਥੋਂ, ਐ ਨਹੀਂ ਹੋਊਗਾ। ਇਹ ਅਸੀਂ ਵੀ ਇਹਨਾਂ ਨੂੰ ਕਿਹਾ ਹੋਇਆ ਹੈ ਕਿ ਸਾਡੀ ਗੁਜ਼ਾਰਿਸ਼ ਹੈ ਕਿ ਉਹ ਕਰਮਠ ਲੋਕ ਜਿਨ੍ਹਾਂ ਨੇ ਅੰਦੋਲਨ ਖੜਾ ਕਰਨ 'ਚ ਬਹੁਤ ਅਹਿਮ ਰੋਲ ਅਦਾ ਕੀਤਾ ਹੈ, ਉਹ ਨਾਲ ਰਹਿਣ ਹਮੇਸ਼ਾ। ਔਰ ਉਹਦੇ 'ਚ ਜੇ ਕਿਤੇ ਸਾਡੀ ਵੀ ਕੋਈ ਕੰਟਰੀਬਿਊਸ਼ਨ ਦੀ ਜ਼ਰੂਰਤ ਪਈ ਤਾਂ ਅਸੀਂ ਵੀ ਕਰਾਂਗੇ, ਕਿਉਂਕਿ ਇਹ ਹੁੰਦਾ ਹੈ 4 ਭਾਂਡੇ ਨੇ ਤਾਂ ਠਹਿਕ ਵੀ ਪੈਂਦੇ ਨੇ ਉਹਨੂੰ। ਲੇਕਿਨ ਆਪਾਂ ਸਿਰਫ ਉਸੇ ਗੱਲ ਨੂੰ ਫੜੀ ਰੱਖੀਏ ਕਿ ਤੁਸੀਂ ਵੈਸੇ ਕਿਉਂ, ਤੁਸੀਂ ਗੱਲ ਕਿਉਂ ਕੀਤੀ। ਡੈਮੋਕ੍ਰੇਸੀ ਦੇ ਵਿੱਚ ਯਾਰ ਸਭ ਤੋਂ ਪਹਿਲਾ ਕੰਮ ਇਹ ਹੈ, ਪਾਰਲੀਮੈਂਟ 'ਚ ਕੀ ਹੁੰਦਾ ਹੈ, ਜਦ ਕਿ ਉੱਥੇ ਤਾਂ ਫਿਰ ਵੀ ਪਾਰਟੀ ਲੈਣਾ, ਇੱਥੇ ਤਾਂ ਹਰ ਇੰਡੀਵਿਜੂਅਲ ਬੰਦੇ ਨੂੰ ਖੁੱਲੀ ਛੋਟ ਹੈ ਕਿ ਜੋ ਮਰਜ਼ੀ ਕਹੋ। ਸੋ ਇਹ ਇੱਕ ਉਸ ਤਰ੍ਹਾਂ ਦੀਆਂ ਡਿਸਕਸ਼ਨਾਂ ਨੇ। ਪਰ ਜਦੋਂ ਅਸੀਂ ਇਸ ਲਈ ਮਾਨਣਾ ਹੁੰਦਾ ਕਿ ਇੱਕ ਗੱਲ ਦਾ ਇੱਕ ਵਾਰੀ ਜਵਾਬ, 2 ਵਾਰੀ, ਤੀਜੀ ਵਾਰੀ ਫਿਰ ਇਹ ਹੋ ਜਾਂਦਾ ਕਿ ਨਹੀਂ ਜੀ ਇਸ ਤਾਂ ਗੱਲ ਹੀ ਇਸੇ ਤੇ ਕਰਨੀ ਹੈ। ਤਾਂ ਮੈਨੂੰ ਲੱਗਦਾ ਤੁਸੀਂ ਅਸਲ ਗੱਲ ਤੋਂ ਇਸ ਤੋਂ ਅੱਗੇ ਕੁਝ ਵਧੂਗਾ ਤਾਂ ਤੁਹਾਡੀ ਗੱਲ ਸਿਰ ਮੱਥੇ ਹੋਊਗੀ। ਹਾਲ ਦੀ ਘੜੀ ਇਹ ਹੈ ਕਿ ਗੱਲਾਂ ਹੈਗੀਆਂ ਨੇ ਪਰ ਇਹ ਨਜਿੱਠਣਗੇ, ਔਰ ਸਾਡੇ ਵੱਲੋਂ ਵੀ ਇਹਨਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਹਰ ਇੱਕ ਦੀ ਵਿਊ ਨੂੰ ਇੰਟਰਟੇਨ ਵੀ ਕਰੋ। ਮੈਂ ਹੀ ਮੈਂ ਜਾਂ ਤੂੰ ਹੀ ਤੂੰ, ਇਹ ਗੱਲ ਨਹੀਂ ਹੁੰਦੀਗੀ। ਦੋਨੇ ਮੈਂ ਤੂੰ ਦੋਨੇ ਜੁੜ ਕੇ ਚੱਲਦੇ ਨੇ। ਮੈਨੂੰ ਲੱਗਦਾ ਤੁਸੀਂ ਰੌਣੀ ਸਾਹਿਬ ਕਾਫੀ ਚਿਰ ਤੋਂ ਕੁਝ ਕਹਿਣਾ ਚਾਹ ਰਹੇ ਹੋ। ਆਰਟਿਸਟ ਨੂੰ ਇੰਨਾ ਚਿਰ ਰੋਕ ਲਈਏ ਨਾ ਉਹ ਬਗਾਵਤ ਕਰ ਦਿੰਦਾ ਹੁੰਦਾ, ਮੈਨੂੰ ਪਤਾ ਹੈ ਬਜ਼ੁਰਗ ਕੁਝ ਕਹਿਣਗੇ। ਮੈਂ ਇੱਕ ਬੇਨਤੀ ਇਹ ਕਰਨੀ ਚਾਹੁੰਦਾ, ਦੇਖੋ ਮੈਂ ਜਦੋਂ 6ਵੀਂ 'ਚ ਪੜ੍ਹਦਾ ਸੀ ਨਾ, ਮੈਂ ਉਦੋਂ ਦਾ ਨਾਟਕ ਕਰਨ ਲੱਗ ਗਿਆ, ਥੀਏਟਰ ਕਰਨ ਲੱਗ ਗਿਆ। ਨਾਟਕ ਕਿਹਦੇ ਲਈ ਕੀਤੇ? ਕਿਸਾਨ ਜਥੇਬੰਦੀਆਂ ਲਈ ਜਾਂ ਟੀਚਰ ਯੂਨੀਅਨਸ ਲਈ ਜਿਹੜੀਆਂ ਆਪਣੇ ਹੱਕਾਂ ਲਈ ਲੜਦੀਆਂ ਸੀ। ਉਹਨਾਂ ਸਮਿਆਂ ਤੋਂ ਮੈਂ ਨਾਟਕ ਕਰਦਾ ਹਾਂ। ਮੈਂ ਜਿੰਨਾ ਕੁ ਜਥੇਬੰਦੀਆਂ ਨੂੰ ਸਮਝ ਸਕਿਆ, ਇਹ ਉਹ ਚਿਹਰੇ ਨੇ ਜਿਹੜੇ ਮੇਰੇ ਸਾਹਮਣੇ ਬੈਠੇ ਨੇ। ਚਾਹੇ ਡੱਲੇਵਾਲ ਸਾਹਿਬ ਨੇ ਪੋਲੀਟੀਕਲ ਸਾਇੰਸ ਦੀ MA ਕਰਨ ਤੋਂ ਬਾਅਦ ਇੱਕ ਨੌਜਵਾਨ ਬੰਦਾ ਨਿਕਲਦਾ ਜਥੇਬੰਦੀਆਂ ਲਈ ਕੰਮ ਕਰਦਾ, ਫੂਲ ਸਾਹਿਬ ਬੈਠੇ ਨੇ, ਸਿਰਸਾ ਸਾਹਿਬ ਬੈਠੇ ਨੇ, ਜਾਂ ਜਿਹਨੇ ਹੋਰ ਆਗੂ ਨੇ। ਇਹਨਾਂ ਬੰਦਿਆਂ ਨੇ ਆਪਣੀਆਂ ਜ਼ਿੰਦਗੀਆਂ ਲਾਈਆਂ, ਅੱਜ ਦਾੜੀਆਂ ਚਿੱਟੀਆਂ ਹੋ ਗਈਆਂ, ਦਾੜੀਆਂ 'ਚ ਕੋਈ ਬਾਲ ਕਾਲਾ ਨਹੀਂ ਰਿਹਾ। ਹੁਣ ਕੀ ਹੈ, ਸਮਾਂ ਜਦੋਂ ਬਦਲਿਆ, ਜਿਹੜੇ ਸਮੇਂ ਇਹ ਸੰਘਰਸ਼ ਨੇ ਕਰਵਟ ਲਈ, ਉਹ ਸਮਾਂ ਸੀ ਜਿਸ ਸਮੇਂ ਵਿੱਚ ਸਾਡੇ ਨੌਜਵਾਨ ਦੱਸਦੇ ਸੀ, ਟੀਨੇਜਰ ਦੇ ਮੁੰਡੇ ਕੁੜੀਆਂ ਘਰ ਆ ਕੇ ਦੱਸਦੇ ਸੀ ਕਿ ਬਾਪੂ ਆਪਾਂ ਨੇ ਵੋਟ ਫਲਾਣੇ ਬੰਦੇ ਨੂੰ ਪਾਉਣੀ ਹੈ। ਇਹ ਜਦੋਂ ਨੌਜਵਾਨ ਸੀ ਉਦੋਂ ਸਮਾਂ ਉਹ ਸੀ ਜਦੋਂ ਜਿਹੜੇ ਦਾਦੇ ਸੀ, ਦਾਦੀਆਂ ਸੀ, ਉਹ ਦੱਸਦੀਆਂ ਸੀ ਪੁੱਤ ਆਪਾਂ ਨੇ ਵੋਟ ਫਲਾਣੇ ਬੰਦੇ ਨੂੰ ਪਾਉਣੀ ਹੈ। ਸਮੇਂ ਨੇ ਬਹੁਤ ਵੱਡੀ ਕਰਵਟ ਲਈ। ਅਸੀਂ ਇਸ ਕਰਵਟ ਨੂੰ ਮੰਨਦੇ ਹਾਂ, ਇਨਕਾਰ ਨਹੀਂ ਕਰਦੇ, ਪਰ ਮੈਂ ਸਮਝਦਾ ਕਿ ਇਹਨਾਂ ਬੰਦਿਆਂ ਦੀਆਂ ਇਮਾਨਦਾਰੀਆਂ ਤੇ ਸ਼ੱਕ ਕਰਨੀ ਇੱਕ ਸਾਡੇ ਲਈ ਉਹੋ ਜਿਹੀ ਗੱਲ ਹੈ, ਸੂਝਬੂਝ ਦਿਖਾਉਣ ਵਾਲੀ ਗੱਲ ਹੈ। ਬਹੁਤ ਲੰਬੇ ਸਮੇਂ ਤੋਂ ਬਾਅਦ ਸਾਨੂੰ 1947 ਦੇ ਵਿੱਚ ਜਦੋਂ ਆਜ਼ਾਦੀ ਮਿਲੀ ਤਾਂ ਸਾਡੀ ਸਟੇਟ ਇੱਕ ਐਸੀ ਸਟੇਟ ਸੀ, ਵਿੱਚੇ ਹਰਿਆਣਾ ਇਹਨਾਂ ਸਮਝਿਆ ਕਿ ਅਸੀਂ ਲੱਗ ਸੀ, ਜਦੋਂ ਮਹਾ ਪੰਜਾਬ ਸਮਾਜ ਦੀ ਗੱਲ ਕਰਦਾ, ਉਹਦੇ ਵਿੱਚੋਂ ਸਭ ਤੋਂ ਵੱਧ ਕੁਰਬਾਨੀਆਂ ਹੋਈਆਂ। ਸਭ ਤੋਂ ਵੱਧ ਕੁਰਬਾਨੀਆਂ ਤੋਂ ਹੋਣ ਤੋਂ ਬਾਅਦ ਸਭ ਤੋਂ ਵੱਧ ਰੋਸਾ ਵੀ ਸਾਨੂੰ ਇਸ ਗੱਲ ਦਾ ਸੀ ਕਿ ਸਾਨੂੰ ਜਿਹੜੀ ਪੂਰਨ ਆਜ਼ਾਦੀ ਨਹੀਂ ਮਿਲੀ। ਆਜ਼ਾਦੀ ਦੇ ਨਾਂ ਤੇ ਸਮਝੌਤਾ ਹੋਇਆ, ਗੋਰੇ ਗਏ ਤੇ ਕਾਲੇ ਆ ਗਏ। ਇਸ ਕਰਕੇ ਸਾਡੇ ਮਨਾਂ ਦੇ ਵਿੱਚ ਗੁੱਸਾ ਉਦੋਂ ਦਾ ਸੰਨ 47 ਦਾ ਚੱਲਿਆ ਆਉਂਦਾ। ਸਾਡੇ ਦਾਦੇ ਗੁਜ਼ਰ ਗਏ, ਸਾਡੇ ਬਾਪ ਗੁਜ਼ਰ ਕੇ ਸਾਨੂੰ ਸਮਝਾਉਂਦੇ, ਜਥੇਬੰਦੀਆਂ ਲਈ ਸੰਗਠਨ ਕਰਦੇ, ਉਹ ਲਾਵਾ ਬਣਦਾ ਆ ਕੇ 2020 'ਚ ਫੁੱਟਦਾ ਤਾਂ ਲੋਕ ਇਕੱਠੇ ਹੁੰਦੇ ਨੇ, ਸਾਡੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ।
ਤੁਸੀਂ ਸੋਚ ਕੇ ਦੇਖੋ 2019 ਦੇ ਵਿੱਚ ਕੀ ਸੀ ਜਦੋਂ ਜਥੇਬੰਦੀ ਸੰਘਰਸ਼ ਕਰਦੀ ਸੀ, ਚਾਹੇ ਸਟੇਟ ਲੈਵਲ ਤੇ ਸੰਘਰਸ਼ ਕਰਦੀ ਸੀ। ਸਾਡੇ ਮੁੰਡੇ ਕੋਲ ਦੀ ਕਾਰ ਮੋਟਰਸਾਈਕਲ ਚਲੰਘ ਕੇ ਕਹਿੰਦੇ ਸੀ ਆ ਬੁੜਿਆਂ ਦਾ ਇਹੀ ਕੰਮ ਹੈ, ਨਾਰੇ ਮਾਰਦੇ ਕੁਝ ਨਹੀਂ ਕਰਦੇ। ਪਰ ਜਦੋਂ ਇਹਨਾਂ ਨੇ ਸੰਗਠਿਤ ਕਰਕੇ ਸੰਘਰਸ਼ ਨੂੰ ਦਿੱਲੀ ਤੱਕ ਲਿਆਂਦਾ, ਸਾਨੂੰ ਲੱਗਿਆ ਕਲਾਕਾਰਾਂ ਨੂੰ ਕਿ ਸਾਡਾ ਫਰਜ਼ ਹੈ ਯਾਰ ਅਸੀਂ ਜਵਾਨੀ ਨੂੰ ਮੋੜ ਕੇ ਲਿਆਈਏ। ਸੋ ਜੇ ਕੋਈ ਕਲਾਕਾਰ ਚਾਹੇ ਇੱਕ ਦਿਨ ਲਈ ਆਏ, 1 ਘੰਟੇ ਲਈ ਆਏ, ਉਹਨੇ ਆਪਣਾ ਯੋਗਦਾਨ ਪਾਇਆ। ਜਿਵੇਂ ਕਿ ਆਪਾਂ ਕਹਾਵਤ ਸੁਣਾਇਆ ਕਰਦੇ ਕਿ ਜੰਗਲ ਨੂੰ ਅੱਗ ਲੱਗੀ, ਚਿੜੀ ਚੁੰਝ ਭਰ ਕੇ ਪਾਣੀ ਲੈ ਕੇ ਆਉਂਦੀ ਸੀ। ਇੱਥੇ ਹਰ ਬੰਦੇ ਨੇ ਯੋਗਦਾਨ ਪਾਇਆ ਆਪਣਾ। ਹੁਣ ਜਿਹੜੀ ਅਗਲੀ ਗੱਲ ਹੈ ਵੀ ਸਰਕਾਰਾਂ ਕੋਲ ਸਟਰਕਚਰ ਬਹੁਤ ਵੱਡਾ ਜ਼ੋਰਦਾਰ ਸਟਰਕਚਰ ਹੈ, ਜਿਹੜਾ ਅਸੀਂ ਲੋਕਾਂ ਨੇ ਪਾਵਰ ਦਿੱਤੀ ਹੈ। ਉਹ ਸਟਰਕਚਰ ਜਿਵੇਂ ਸ਼ਰਮਾ ਜੀ ਨੇ ਦੱਸਿਆ ਹੁਣ ਢਹਿੰਦਾ ਨਜ਼ਰ ਆ ਰਿਹਾ ਹੈ। ਉਹਨਾਂ ਨੇ ਕਦੇ ਸੁਪਨਿਆਂ ਵਿੱਚ ਵੀ ਨਹੀਂ ਸੋਚਿਆ ਕਿ ਇਹੋ ਜਿਹੀ ਬਗਾਵਤ ਕਰੂਗਾ ਮੁਲਕ, ਕਿਸਾਨ ਇਹੋ ਜਿਹੀ ਬਗਾਵਤ ਕਰਨਗੇ। ਇਸ ਕਰਕੇ ਜਦੋਂ ਸਟਰਕਚਰ ਢਹਿੰਦਾ ਨਜ਼ਰ ਆ ਰਿਹਾ ਤਾਂ ਹੱਥ ਪੈਰ ਮਾਰੇ ਜਾ ਰਹੇ ਨੇ। ਤਾਂ ਸਾਡੇ ਦੇ ਵਿੱਚੋਂ ਹੀ ਜਿਹੜੇ ਲੋਕ ਪਾਸੇ ਬੈਠੇ ਨੇ, ਕਰਤਾਰ ਸਿੰਘ ਸਰਾਭਾ ਹੋਣੀ ਵੀ ਜਦੋਂ ਪਹਿਲਾਂ ਗਦਰ ਕਰਨ ਆਏ ਸੀ, ਗੰਡਾ ਸਿੰਘ ਦੀ ਗਦਾਰੀ ਨੇ ਫੇਲ ਕਰਤਾ ਸੀ। ਤਾਂ ਉਹ ਜਿਹੜੇ ਲੋਕ ਸਾਡੇ ਵਿੱਚੋਂ ਭੈਣ ਭਰਾ ਨੇ ਬਾਹਰ ਬੈਠੇ ਨੇ, ਦੂਰ ਜਾ ਕੇ ਬੈਠੇ ਨੇ, ਉਹਨਾਂ ਦੇ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨਗੇ, ਇਹੋ ਜਿਹੀਆਂ ਗੱਲਾਂ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹ ਤੁਸੀਂ ਆਏ ਨਾ ਸਮਝੋ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਸਾਡੇ ਮੀਡੀਆ ਦੀ, ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਆ। ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਉਹ ਫੈਲਾ ਰਿਹਾ ਕਿ ਹਰਿਆਣੇ ਦਾ ਭਾਈ ਹੈ, ਉਹ ਕਿਉਂ ਨਹੀਂ ਕਰ ਰਿਹਾ। ਜਦੋਂ ਸਾਨੂੰ ਇੱਥੇ ਬੈਠਿਆਂ ਨੂੰ ਹਰਿਆਣੇ ਪੰਜਾਬ ਨੂੰ ਪਾਲਣ ਦੀ ਸਭ ਤੋਂ ਪਹਿਲੀ ਕੋਸ਼ਿਸ਼ ਕੀਤੀ ਇਸ ਹਾਕਮ ਸਰਕਾਰ ਨੇ, ਉਹ ਕਹਿੰਦੀ ਪੰਜਾਬੀ ਤੁਹਾਡਾ ਪਾਣੀ ਰੋਕੀ ਬੈਠੇ ਨੇ, ਤੁਸੀਂ ਕਿਉਂ ਸਮਰਥਨ ਦੇ ਰਹੇ ਹੋ। ਤਾਂ ਮੈਂ ਹਾਜ਼ਰ ਸੀ ਟਿੱਕਰੀ ਬਾਰਡਰ ਦੇ ਉੱਤੇ, ਇੱਕ ਬਜ਼ੁਰਗ ਨੂੰ ਪੱਤਰਕਾਰ ਨੇ ਪੁੱਛਿਆ ਕਿ ਤੁਹਾਡਾ ਪਾਣੀ ਰੋਕੀ ਬੈਠੇ, ਤੁਸੀਂ ਇਹਨਾਂ ਦਾ ਸਮਰਥਨ ਕਿਉਂ ਕਰਦੇ ਹੋ। ਉਹ ਬਜ਼ੁਰਗ ਨੇ ਹਰਿਆਣਵੀ ਨੇ ਕਿਹਾ, ਕਹਿੰਦੇ ਪੰਜਾਬ ਸਾਡਾ ਬੜਾ ਭਾਈ ਹੈ, ਜੇ ਸਾਨੂੰ ਗਲਾਸ ਪਾਣੀ ਦੀ ਲੋੜ ਅਸੀਂ 2 ਘੁੱਟ ਨਾਲ ਸਾਰ ਲਾਂਗੇ, ਪਰ ਬੜੇ ਭਾਈ ਦਾ ਸਾਥ ਦੇਵਾਂਗੇ। ਤਾਂ ਜਦੋਂ ਪੰਜਾਬੀ ਨੇ ਗੱਲ ਸੁਣੀ ਤਾਂ ਪੰਜਾਬੀ ਬਜ਼ੁਰਗ ਇਹ ਕਹਿੰਦਾ ਪਾਣੀ ਦੀ ਕੀ ਗੱਲ ਕਰਦੇ ਹੋ, ਸਾਨੂੰ ਆਹ ਮਸਲਾ ਨਿੱਚ ਲੈਣ ਦਿਓ, ਅਸੀਂ ਤਾਂ ਹੱਦਾਂ ਤੋੜਨ ਨੂੰ ਫਿਰਦੇ ਹਾਂ, ਇਹਨਾਂ ਵਾਸਤੇ ਦੁੱਧ ਦੀਆਂ ਨਦੀਆਂ ਵਗਾ ਦਾਂਗੇ। ਸੋ ਮੇਰੇ ਕਹਿਣ ਦਾ ਭਾਵ ਹੈ ਜਿਹੜੀਆਂ ਤੁਸੀਂ ਗੱਲਾਂ ਦੱਸਦੇ ਹੋ ਕਿ ਸੋਸ਼ਲ ਮੀਡੀਆ 'ਚ ਆਹ ਬਿਆਨ ਆ ਗਿਆ, ਉਹ ਬਿਆਨ ਆ ਗਿਆ, ਇਹ ਸਾਡੇ ਮੋਰਚੇ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਹੈ, ਜਿਹੜੀ ਸਾਜ਼ਿਸ਼ ਨੂੰ ਅਸੀਂ ਇਕੱਠੇ ਹੋ ਕੇ ਦੂਰ ਕਰਨਾ। ਇਹਨਾਂ ਬੰਦਿਆਂ ਦੀਆਂ ਜ਼ਿੰਦਗੀਆਂ ਲੱਗੀਆਂ ਹੋਈਆਂ, ਇਹਨਾਂ ਦੇ ਬਹੁਤ ਸਾਰੇ ਸਾਥੀ ਜਦੋਂ ਅੱਜ ਇਹ ਬੋਲਦੇ ਹੁੰਦੇ ਨੇ, ਮੈਂ ਦੇਖਦਾ ਇਹਨਾਂ ਦੀਆਂ ਮੁੱਠੀਆਂ ਕੰਬਦੀਆਂ ਹੁੰਦੀਆਂ ਨੇ। ਇਹਨਾਂ ਦੇ ਬਹੁਤ ਸਾਰੇ ਸਾਥੀ ਨਾਲ ਦੇ ਆਹ ਮੰਜ਼ਰ ਦੇਖਣ ਤੋਂ ਪਹਿਲਾਂ ਤੁਰ ਗਏ। ਮੈਂ ਅੱਜ ਡੱਲੇਵਾਲ ਸਾਹਿਬ ਨਾਲ ਗੱਲ ਕਰ ਰਿਹਾ ਸੀ ਪਿਸ਼ੌਰਾ ਸਿੰਘ ਸਿੱਧੂਪੁਰ ਦੀ, ਮੈਂ ਆਪ ਦੇਖਿਆ ਪਿਸ਼ੌਰਾ ਸਿੰਘ ਸਿੱਧੂਪੁਰ ਦੇ ਡਾਂਗਾਂ ਪੈਂਦੀਆਂ, ਥਾਣੇਦਾਰ ਨੇ ਘੇਰ ਕੇ ਦਿੱਲੀ ਚੰਡੀਗੜ੍ਹ ਮੋਰਚਾ ਲਾਉਣ ਚੱਲਿਆ ਤਾਂ ਪਿਸ਼ੌਰਾ ਸਿੰਘ ਨੂੰ ਮੁਰਗਾ ਪਾ ਕੇ ਸੜਕ ਤੇ ਕੁੱਟਿਆ ਨੇ। ਉਹ ਕਹਿੰਦਾ ਹੋਰ ਮਾਰ ਲੈ ਪਰ ਚੰਡੀਗੜ੍ਹ ਜਾ ਕੇ ਰੁਕਾਂਗੇ। ਇਹ ਸਾਡੇ ਕਿਸਾਨਾਂ ਦਾ ਇਤਿਹਾਸ ਸੀ। ਸ਼ਰਮਾ ਜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਵਾਕਈ ਅੱਜ ਸਾਨੂੰ ਸਮਝ ਆਉਂਦੀ ਹੈ ਕਿਹੜਾ ਐਡਾ ਵੱਡਾ ਸਟਰਕਚਰ ਅਸੀਂ ਬਣਾ ਕੇ, ਉਹਨਾਂ ਨੂੰ ਤਖਤ ਬਣਾ ਕੇ ਐਡੇ ਵੱਡੇ ਮੁਲਕ ਦਾ ਪੇਸ਼ ਕਰਕੇ ਦੇਤਾ, ਗੱਦੀਆਂ ਤੇ ਬਿਠਾਤਾ। ਉਹ ਤਖਤ ਖੁੱਸਦੇ ਨਜ਼ਰ ਆ ਰਹੇ ਨੇ, ਉਹ ਛਟਪਟਾ ਰਹੇ ਨੇ ਲੋਕ। ਉਹ ਆਪਣੇ ਸਾਧਨਾਂ ਦੇ ਰਾਹੀਂ ਇਹ ਕੋਸ਼ਿਸ਼ ਕਰ ਰਹੇ ਨੇ ਕਿਸੇ ਤਰ੍ਹਾਂ ਇਹਨੂੰ ਪਾੜੀਏ ਤੇ ਪਾੜ ਕੇ ਸੰਘਰਸ਼ ਨੂੰ ਫੇਲ ਕਰੀਏ। ਪਰ ਇਹ ਸਾਡੀ ਹਿੰਮਤ ਹੈ। ਸਾਡੇ ਵੀਰ ਨੇ ਜਿਵੇਂ ਇਹਨਾਂ ਨੇ ਬਿਰਕਰੇ ਗੀਤ ਗਾਇਆ, ਉੱਥੇ ਵੀ ਜਵੰਦੇ ਨੇ ਗੀਤ ਗਾਇਆ। ਇਹ ਚੜ੍ਹਦੀ ਕਲਾ ਦਾ ਸੰਕਲਪ ਇੱਥੇ ਲੈ ਕੇ ਆਏ ਆ। ਸਾਡੇ 550 ਤੋਂ 600 ਤੱਕ ਬੰਦਾ ਸ਼ਹੀਦ ਹੋ ਗਿਆ, ਹੋਰ ਵੀ ਮਾਰ ਸਕਦੇ ਨੇ। ਇਹ ਵੱਡੇ ਕੰਮ ਵੀ ਕਰ ਸਕਦੇ ਨੇ, ਵੱਡੇ ਹਮਲੇ ਵੀ ਕਰ ਸਕਦੇ ਨੇ। ਤੁਸੀਂ ਇੱਕ ਗੱਲ ਦੇਖੋ, ਤੁਸੀਂ ਸਾਨੂੰ ਸਵਾਲ ਕਰਨ ਤੋਂ ਪਹਿਲਾਂ ਇੱਕ ਆਪਣੇ ਮੱਥਿਆਂ ਵਿੱਚ ਸਵਾਲ ਪੈਦਾ ਕਰੋ ਕਿ ਜਿਹੜਾ ਸਾਨੂੰ ਰੋਕਣ ਦੇ ਲਈ ਇਹਨਾਂ ਨੇ ਬੈਰੀਕੇਡ ਲਾਏ, ਸਾਨੂੰ ਰੋਕਣ ਦੇ ਲਈ ਕੰਧਾਂ ਉਸਾਰੀਆਂ, ਸਾਨੂੰ ਰੋਕਣ ਦੇ ਲਈ ਇਹਨਾਂ ਨੇ ਛੁਰੀਆਂ ਕੱਢੀਆਂ, ਸਾਨੂੰ ਰੋਕਣ ਲਈ ਕਿੱਲਾਂ ਕੱਢੀਆਂ, ਉਹ ਕਿਸੇ ਚੀਨ ਦੀ ਬਾਰਡਰ ਤੇ ਨਹੀਂ ਹੈ, ਕਿਸੇ ਬਗਾਨੇ ਮੁਲਕ ਦੇ ਬਾਰਡਰ ਤੇ ਨਹੀਂ ਹੈ। ਸਾਡੇ ਬਾਰਡਰਾਂ ਤੇ ਗੱਡੀਆਂ ਕਾਹਦੇ ਲਈ? ਖਤਰਾ ਇਸ ਗੱਲ ਤੋਂ, ਇਸ ਬਗਾਵਤ ਤੋਂ ਖਤਰਾ। ਅੱਜ ਨੂੰ ਲੱਗਦਾ ਕਿ ਇਹ ਬਗਾਵਤ ਜਿਹੜੀ ਸੰਨ 1947 ਵੀ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਲੈਣ ਲਈ ਚਲਾਈ ਸੀ, ਉਦੋਂ ਵੀ ਵੱਡੀ ਬਗਾਵਤ ਹੈ। ਇਹ ਦੁਨੀਆ ਦਾ ਵੱਡਾ ਸੰਘਰਸ਼ ਹੈ। ਸਾਡਾ ਮੁਲਕ ਦੁਨੀਆ 'ਚ ਮੈਨੂੰ ਨਹੀਂ ਪਤਾ, ਸ਼ਰਮਾ ਜੀ ਦੱਸਣਗੇ ਕਿੱਥੇ ਖੜਦਾ, ਪਰ ਇਹ ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਹੈ। ਸਾਰੀ ਦੁਨੀਆ ਦੀ ਨਿਗਾਹ ਤੇ ਟਿਕੀ ਹੈ ਕਿ ਜੇ ਇਹ ਸੰਘਰਸ਼ ਜਿੱਤ ਗਏ ਤਾਂ ਦੁਨੀਆ ਦਾ ਤਖਤਾ ਪਲਟਣ ਜਾ ਰਿਹਾ। ਇਹ ਮੈਂ ਮਾਧਿਅਮ ਦੇ ਰਾਹੀਂ ਤੁਹਾਡੇ ਮਾਧਿਅਮ ਨਾਲ ਇਹ ਗੱਲ ਦੱਸਣੀ ਚਾਹੁੰਦਾ ਸੀ। ਬਹੁਤ ਮਿਹਰਬਾਨੀ। ਅੱਛਾ, ਇੱਕ ਗੱਲ ਬਹੁਤ ਮੈਂ ਕਹੂੰਗਾ ਲੈ ਵੀ ਰੋਨੀ ਜੀ ਨੇ ਵੀ ਕਹੀ, ਬਟ ਮੈਂ ਕਹੂੰਗਾ ਸਵਾਲ ਪੁੱਛਣੇ ਚਾਹੀਦੇ ਆ ਰੋਨੀ ਜੀ, ਸਵਾਲ ਪੁੱਛਣੇ ਜਾਇਜ਼ ਨੇ। ਇਹ ਕੋਈ ਹਾਈ ਕਮਾਂਡ ਕਲਚਰ ਨਹੀਂਗਾ, ਆਪਾਂ ਉਹ ਪਾਰਟੀਆਂ ਵਰਗਾ ਰੌਣ ਨਹੀਂ ਦੇਣਾ। ਪੁੱਛੋ, ਇਹ ਜਵਾਬ ਵੀ ਦੇਣਗੇ। ਔਰ ਇਹੀ ਇਸ ਅੰਦੋਲਨ ਦੀ ਖਾਸੀਅਤ ਹੈ ਕਿ ਸਵਾਲਾਂ ਦੇ ਜਵਾਬ ਹੋਣ। ਜੇ ਕਿਤੇ ਗਲਤੀ ਹੋਈ ਹੈ ਤਾਂ ਮੰਨਣ ਵੀ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ। ਗਲਤੀਆਂ ਬੰਦਿਆਂ ਤੋਂ ਹੁੰਦੀਆਂ, ਨਹੀਂ ਤਾਂ ਬੰਦਾ ਰੱਬ ਹੋ ਜੇ। ਗਲਤੀਆਂ ਬੰਦਿਆਂ ਤੋਂ ਹੁੰਦੀਆਂ, ਇਹਨਾਂ ਤੋਂ ਵੀ ਹੋਈਆਂ ਹੋਣਗੀਆਂ, ਸਾਥੋਂ ਵੀ ਹੁੰਦੀਆਂ, ਥੋਥੋਂ ਵੀ ਹੁੰਦੀਆਂ, ਔਰ ਜੋ ਹੋਰ ਲੋਕ ਨੇ ਉਹਨਾਂ ਤੋਂ ਵੀ ਹੁੰਦੀਆਂ। ਸਿਰਫ ਉਹਦੇ 'ਚ ਫਰਕ ਇੱਕੋ ਹੁੰਦਾ ਹੈ ਕਿ ਨੀਅਤ ਗਲਤ ਨਹੀਂ ਹੋਣੀ ਚਾਹੀਦੀ, ਨੀਅਤ 'ਚ ਖੋਟ ਨਹੀਂ ਹੋਣੀ ਚਾਹੀਦੀ। ਸਵਾਲ ਪੁੱਛਣੇ ਚਾਹੀਦੇ ਔਰ ਇਹਨਾਂ ਨੂੰ ਜਵਾਬ ਵੀ ਦੇਣੇ ਚਾਹੀਦੇ ਨੇ।
ਤਾਂ ਹੀ ਅੰਦੋਲਨ ਚੱਲਦਾ। ਇਹ ਕੋਈ ਪਾਰਟੀ ਨਹੀਂ, ਇਹ ਕੋਈ ਸਰਕਾਰ ਨਹੀਂ। ਇਹ ਸਾਡੀ ਜਿਵੇਂ ਸਰਕਾਰ 'ਚ ਹੁੰਦਾ ਨਾ ਕਿ ਇੰਟਰਵਿਊ ਵੀ ਨਹੀਂ ਕਰਨੀ, ਸਵਾਲ ਦਾ ਜਵਾਬ ਵੀ ਨਹੀਂ ਦੇਣਾ। ਇੱਥੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ, ਅਸੀਂ ਵੀ ਦਵਾਵਾਂਗੇ, ਖੁਦ ਵੀ ਦੇਣਗੇ। ਸੋ ਰੈਡੀ ਨੇ। ਔਰ ਇੱਕ ਗੱਲ ਮੈਂ ਕਹਿਣੀ ਚਾਹੂੰਗਾ, ਇੱਕ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਸਟੇਜ ਤੋਂ ਵੀ ਗੱਲ ਕੀਤੀ ਸੀ ਸੀਪੀ ਹੋਰਾਂ ਨੇ ਵੀ, ਕਿ ਅੰਦੋਲਨ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ, ਪਰ ਕਦੇ-ਕਦੇ ਕੁਝ ਬਾਹਰ ਕੁਝ ਅਜਿਹੇ ਸੱਜਣ ਮਿੱਤਰ ਆ ਜਾਂਦੇ ਨੇ ਜੋ ਇੱਥੋਂ ਤੱਕ ਹੈਲਪ ਨਹੀਂ ਪਹੁੰਚਾਉਂਦੇ ਔਰ ਕਿਸਾਨ ਮੋਰਚੇ ਦਾ ਨਾਂ ਲੈ ਕੇ ਪੈਸੇ ਪੂਸੇ ਇਕੱਠੇ ਕਰ ਲੈਂਦੇ ਨੇ ਔਰ ਉੱਥੇ ਹੀ ਆਪ ਦਾ ਕੰਮ ਚਲਾਈ ਜਾਂਦੇ ਨੇ। ਤਾਂ ਮੇਰੀ ਇੱਕ ਗੁਜ਼ਾਰਿਸ਼ ਹੈ, ਜੋ ਕਰ ਚੁੱਕੇ ਡੱਲੇ ਸਾਹਿਬ ਆ ਮੰਨ ਵੀ ਚੁੱਕੇ ਨੇ, ਕਿ ਇਹਨਾਂ ਨੂੰ ਕੁਝ ਵੀਡੀਓ ਕਿਸੇ ਕੋਲੇ ਵੀ ਹੋਵੇ ਇਹਨਾਂ ਤੋਂ ਕਨਫਰਮ ਕਰੋ। ਇਹ ਵੀ ਆਪਦੇ ਵੱਲੋਂ ਤੁਸੀਂ ਵੀ ਡੱਲੇਵਾਲ ਸਾਹਿਬ ਕੋਈ ਨੰਬਰ ਕੋਈ ਮੇਲ ਪ੍ਰੋਵਾਈਡ ਕਰੋ, ਜਿਸ ਕਿਸੇ ਨੇ ਵੀ ਹੈਲਪ ਕਰਨੀ ਹੈ ਉਹ ਉਸ 'ਤੇ ਕਰੇ, ਐਵੇਂ ਨਾ ਕਰੇ। ਔਰ ਇਹਨਾਂ ਨੇ ਜ਼ਿਆਦਾ ਤੋਂ ਉੱਥੋਂ ਮੰਗਣੇ ਵੀ ਨਹੀਂ ਕਿ ਇਹ ਇਹਨਾਂ ਦਾ ਵੀ ਕੰਮ ਹੈ। ਮੈਨੂੰ ਲੱਗਦਾ ਅਸੀਂ ਕਹਿ ਸਾਰਾ ਕੁਝ ਚੁੱਕੇ ਹਾਂ। ਗੁਰਵਿੰਦਰ ਨੇ ਕੁਝ ਗੱਲ ਕਹਿਣੀ ਹੈ, ਤੁਹਾਡਾ ਕੋਈ ਸਪੈਸ਼ਲ ਸਵਾਲ ਹੋਇਆ ਤਾਂ ਪੁੱਛ ਲਓ, ਜੇ ਅਸੀਂ ਆਪਦੇ ਵੱਲੋਂ ਕਾਫੀ ਕੁਝ ਕਹਿ ਚੁੱਕੇ ਹਾਂ। ਤੇ ਗੁਰਵਿੰਦਰ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਸੰਖੇਪ 'ਚ ਪਲੀਜ਼। ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ, ਪਰ ਮੈਂ ਗਰਾਊਂਡ ਲੈਵਲ ਤੇ ਇੱਕ ਜ਼ਰੂਰ ਗੱਲ ਦੀ ਧਿਆਨ ਦੇ ਵਿੱਚ ਲਿਆਉਣੀ ਚਾਹੂੰਗਾ। ਜਿਹੜਾ ਮਜ਼ਦੂਰ ਵਰਗ ਹੈ ਉਹਦੇ ਦਿਮਾਗ ਦੇ ਵਿੱਚ ਇੱਕ ਬੜੀ ਵੱਡੀ ਪਿੰਡਾਂ ਦੇ ਵਿੱਚ ਇੱਕ ਗਲਤ ਫੈਲੀ ਹੋਈ ਹੈ ਕਿ ਜਿਹੜੀਆਂ ਜ਼ਮੀਨਾਂ ਹੈ ਜੱਟਾਂ ਤੋਂ ਲੈ ਕੇ ਤੇ ਹੁਣ ਸਾਨੂੰ ਮੰਡੀਆਂ ਜਾਣਗੀਆਂ। ਇਹ ਬਹੁਤ ਵੱਡਾ ਫੈਕਟਰ ਹੈ ਜਿਹਦੇ ਕਰਕੇ ਮਜ਼ਦੂਰ ਵਰਗ ਉਹਨਾਂ ਆਪਣੇ ਨਾਲ ਜੁੜ ਨਹੀਂ ਰਿਹਾ। ਉਹਨਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਇੱਕ ਮਜ਼ਦੂਰ ਵੀ ਹੈ, ਉਹਦੇ ਨਾਲ ਗੱਲਬਾਤ ਕੀਤੀ, ਉਹਦੇ ਨਾਲ ਵੀ ਕਿਸੇ ਜਨ ਉਹਦਾ ਮਜ਼ਦੂਰ ਮੁਕਤੀ ਯੂਨੀਅਨ ਦਾ ਮੇਬੀ ਪਤਾ ਨਹੀਂ ਕਿਸ ਦਾ ਹੈ, ਯਾਦ ਨਹੀਂ। ਉਹ ਮੈਨੂੰ ਕਹਿੰਦਾ ਉਹਦੀ ਵਰਡਿੰਗ ਸੀ ਕਿ ਜਿਹੜੇ ਬਾਈ ਜੀ ਜੇ ਕਾਨੂੰਨ ਕਹਿੰਦਾ ਪਾਸ ਹੋ ਗਏ ਤਾਂ ਜਿਹੜੇ ਜੱਟ ਨੇ ਉਹ ਮਜ਼ਦੂਰ ਹੋ ਜਾਣਗੇ ਤੇ ਜਿਹੜੇ ਮਜ਼ਦੂਰ ਉਹ ਮੰਗਤੇ ਬਣ ਜਾਣਗੇ। ਇਹ ਚੀਜ਼ ਹੈ ਜਿਹੜੀ ਇਹ ਪਹੁੰਚਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅਜੇ ਤੱਕ ਮਜ਼ਦੂਰ ਵਰਗ ਤੱਕ ਇਹ ਸੁਨੇਹਾ ਕਨਵੇ ਹੋਇਆ ਨਹੀਂ ਹੈ। ਸੇ ਬੜੀ ਜ਼ਰੂਰੀ ਗੱਲ ਹੈ ਕਿ ਆਮ ਪਿੰਡਾਂ ਦੇ ਵਿੱਚ ਧਾਰਨਾ ਹੈ ਕਿ ਹੁਣ ਜਦੋਂ ਕਾਨੂੰਨ ਪਾਸ ਹੋ ਗਏ ਨਾ, ਜਿਹੜੀਆਂ ਜ਼ਮੀਨਾਂ ਉਹ ਲੈ ਲੈਣਗੇ ਤੇ ਫਿਰ ਸਾਨੂੰ ਵੰਡ ਦੇਣਗੇ। ਇਹ ਮੈਂ ਇਹ ਨਹੀਂ ਕਹਿਣਾ, ਮੈਨੂੰ ਲੱਗਦਾ ਇਹਨਾਂ ਰਾਹੀਂ ਜਾ ਰਿਹਾ ਕਿ ਇਹੋ ਜੀ ਕੋਈ ਗੱਲ ਨਹੀਂ। ਹਾਂਜੀ ਬਿਲਕੁਲ ਇਦਾਂ, ਇਹ ਤਾਂ ਸਾਰਾ ਹੁਣ ਸਮਝ ਹੀ ਗਿਆ। ਬਾਕੀ ਡੱਲੇਵਾਲ ਸਾਹਿਬ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ। ਇਹ ਗੱਲ ਹੈ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਗੁਰਵਿੰਦਰ ਜੀ ਨੇ, ਇਹ ਗੱਲ ਹੈ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਆ ਜਾਂਦੀ ਹੈ, ਲੇਕਿਨ ਸਾਰਿਆਂ ਦੇ ਨਹੀਂ ਹੈ। ਇਹ ਵੀ ਗੱਲ ਕਲੀਅਰ ਹੈ ਕਿ ਸਾਰਿਆਂ ਦੇ ਨਹੀਂ, ਬਹੁਤ ਸਾਰੇ ਮਜ਼ਦੂਰਾਂ ਵੱਲੋਂ ਸਹਿਯੋਗ ਮਿਲ ਵੀ ਰਿਹਾ, ਵੱਡੀ ਪੱਧਰ ਤੇ ਆ ਰਿਹਾ। ਲੇਕਿਨ ਇਹ ਗੱਲ ਉੱਥੇ ਜ਼ਰੂਰ ਫੈਲੀ ਹੈ ਜਿੱਥੇ ਬੀਜੇਪੀ ਨੇ RSS ਨੇ ਇਸ ਗੱਲ ਦਾ ਇੰਪ੍ਰੈਸ਼ਨ ਛੱਡਿਆ ਨਾ ਲੋਕਾਂ ਦੇ ਵਿੱਚ, ਉੱਥੇ ਗਈ ਹੈ। ਲੇਕਿਨ ਇਹ ਗੱਲ ਸਮਝ ਵੀ ਰਹੇ ਨੇ ਲੋਕ ਕਿ ਦੇਖੋ ਇਹਦੇ ਵਿੱਚ ਮੈਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਇੱਕ ਗੱਲ ਜ਼ਰੂਰ ਦੱਸ ਦਿਆਂ, ਮੇਰੇ ਮਜ਼ਦੂਰ ਵੀਰਾਂ ਤੱਕ ਇਹ ਗੱਲ ਜਾਣ ਦੀ ਬਹੁਤ ਲੋੜ ਹੈ। ਜਿਵੇਂ ਗੁਰਵਿੰਦਰ ਜੀ ਨੇ ਕਿਹਾ ਕਿ ਇੱਕ ਗੱਲ ਸਮਝ ਲਿਓ ਕਿ ਅਗਰ APMC ਮੰਡੀ ਗਈ, ਮੰਨ ਲਓ APMC ਮੰਡੀ ਗਈ, ਫਾਰਮਰ ਨੂੰ ਨੁਕਸਾਨ ਹੋਏਗਾ। ਫਾਰਮਰ ਦੀ ਫਸਲ ਵੇਚਣ ਵਾਲਾ ਜਿਹੜਾ ਪੂਰਾ ਭਾਅ ਮਿਲਣ ਵਾਲਾ ਸਥਾਨ ਚਲਿਆ ਜਾਏਗਾ, ਉਹਨੂੰ ਲੁੱਟਣ ਵਾਲਾ ਰਸਤਾ ਖੁੱਲ੍ਹ ਜਾਏਗਾ। ਪਰ ਨਾਲ ਦੀ ਨਾਲ ਮਜ਼ਦੂਰ ਵੀਰਾਂ ਨੂੰ ਇਹ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਇਕੱਲਾ ਸਾਡਾ ਨੁਕਸਾਨ ਨਹੀਂ ਹੋਏਗਾ। ਜਦੋਂ ਮੰਡੀਆਂ ਖਤਮ ਹੋਈਆਂ, ਮੰਡੀਆਂ ਬੰਦ ਹੋਈਆਂ, ਸਿੱਧੀ ਲੋਕਾਂ ਦੀ, ਕਿਸਾਨਾਂ ਦੀ ਫਸਲ ਸੈਲੋਜ ਦੇ ਵਿੱਚ ਜਾਣੀ ਸ਼ੁਰੂ ਹੋਈ, ਉਸ ਵੇਲੇ ਮੰਡੀਆਂ ਦੇ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਦੇ ਹੱਥੋਂ ਕੰਮ ਖੁੱਸ ਜਾਏਗਾ। ਉਹ ਵੱਡੀ ਗਿਣਤੀ ਹੈ ਮਜ਼ਦੂਰ ਜਿਹੜਾ ਉੱਥੇ ਜਾ ਕੇ ਕੰਮ ਕਰਦਾ। ਇੱਕ ਪੁਆਇੰਟ। ਨੰਬਰ 2, ਜਦੋਂ ਸਾਡੀ ਮੰਡੀਆਂ ਦਾ ਸਿਸਟਮ ਖਤਮ ਹੋਇਆ ਤੇ ਨਾਲ ਦੀ ਨਾਲ ਫਿਰ ਉਸ ਤੋਂ ਥੋੜਾ ਸਮਾਂ ਬਾਅਦ FCI ਟੁੱਟੇਗੀ, ਕਿਉਂਕਿ FCI ਖਰੀਦੇਗੀ ਨਹੀਂ। ਜਦੋਂ FCI ਨੇ ਖਰੀਦਿਆ ਨਾ ਤੇ FCI ਟੁੱਟੇਗੀ। ਜਦੋਂ ਸਰਕਾਰੀ ਖਰੀਦ ਦੀ ਵਿਵਸਥਾ ਟੁੱਟੀ ਤਾਂ ਅੱਜ ਜਿਹੜਾ ਸਾਡੇ ਮਜ਼ਦੂਰ ਨੂੰ ਸਸਤਾ ਅਨਾਜ, ਫ੍ਰੀ ਅਨਾਜ ਪ੍ਰੋਵਾਈਡ ਹੁੰਦਾ ਹੈ, ਉਹ ਇੱਕ ਸਹੂਲਤ ਹੈ ਜਿਹੜੀ ਸਾਡੇ ਮਜ਼ਦੂਰਾਂ ਤੋਂ ਚੱਕੀ ਜਾਏਗੀ, ਉਹ ਨਹੀਂ ਮਿਲੇਗੀ। ਨੰਬਰ 2, ਨੰਬਰ 3 ਦੇ ਉੱਤੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਕਾਨੂੰਨਾਂ ਦੇ ਵਿੱਚ ਬਹੁਤ ਕੁਝ ਆ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਵਾਲਾ ਦੀਆਂ ਸੋਧਾਂ ਨੇ, ਉਹ ਤਾਂ ਸਿੱਧੀਆਂ ਇਫੈਕਟ ਹੀ ਉਹਨਾਂ ਆਦਮੀਆਂ ਨੂੰ ਕਰਦੀਆਂ ਜਿਹੜੇ ਕੰਜ਼ਿਊਮਰ ਨੇ, ਜਿਹੜੇ ਲੈਂਡਲੈਸ ਨੇ, ਉਸ ਦਾ ਇਫੈਕਟ ਉਹਨਾਂ ਨੂੰ ਕਰਨੀ ਹੈ। ਸਾਨੂੰ ਬਹੁਤ ਘੱਟ ਕਰਨਗੀਆਂ। ਸਾਨੂੰ ਤਾਂ ਇੱਕ ਪੁਆਇੰਟ ਪ੍ਰਭਾਵਿਤ ਕਰੇਗਾ ਕਿ ਉਹ ਵਪਾਰੀ ਲੋਕ ਅਨਾਜ ਇਕੱਠਾ ਕਰਕੇ ਰੱਖ ਲੈਣਗੇ, ਇੱਕਦਮ ਮੰਡੀ ਦੇ ਵਿੱਚ ਲੈ ਕੇ ਸਿੱਟਣਗੇ, ਸਾਡੀਆਂ ਫਸਲਾਂ ਦਾ ਰੇਟ ਡਾਊਨ ਕਰ ਲਿਆ ਕਰਨਗੇ ਤੇ ਫਿਰ ਚੱਕ ਕੇ ਆਪਣੇ ਕਬਜ਼ੇ 'ਚ ਕਰਕੇ ਫਿਰ ਲੋਕਾਂ ਨੂੰ ਫਿਰ ਲੁੱਟਣਗੇ। ਸਾਨੂੰ ਵੀ ਇਫੈਕਟ ਕਰੇਗਾ ਔਰ ਮਜ਼ਦੂਰ ਨੂੰ ਵੀ ਕਰੇਗਾ। ਇਹਦੇ ਨਾਲ ਨਾਲ
ਸਾਡੇ ਮਜ਼ਦੂਰ ਵੀਰਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਹਨੂੰ ਇਕੱਲੇ ਨੂੰ ਇਸ ਐਂਗਲ ਤੋਂ ਨਾ ਦੇਖਿਆ ਜਾਏ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ, ਇਹ ਪੂਰੇ ਦੇਸ਼ ਦਾ ਅੰਦੋਲਨ ਆ, ਹਰ ਉਸ ਵਿਅਕਤੀ ਦਾ ਅੰਦੋਲਨ ਹੈ ਜਿਹਨੇ ਰੋਟੀ ਖਾਣੀ ਹੈ, ਜਿਹਨੇ ਰੋਟੀ ਖਾਣੀ ਹੈ, ਹਰ ਉਸ ਵਿਅਕਤੀ ਦਾ ਅੰਦੋਲਨ ਹੈ। ਉਸ ਅੰਦੋਲਨ ਨੂੰ ਸਮਝੋ। ਸਾਡੇ ਤੱਕ ਮੈਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਕੋਈ ਉਹੋ ਜਿਹੀ ਗੱਲ ਨਾ ਕਹਾਂ ਜਿਹੜੀ ਕਿਸੇ ਨੂੰ ਠੀਕ ਨਾ ਲੱਗੇ, ਲੇਕਿਨ ਕਿਸਾਨ ਦੀ ਮੌਤ ਤੋਂ ਪਹਿਲਾਂ ਸਾਡੇ ਉਸ ਵਿਚਾਰੇ ਮਜ਼ਦੂਰ ਦਾ ਨੂੰ ਹਿੱਟ ਕਰਨਗੇ ਇਹ ਕਾਨੂੰਨ, ਜਿਹਦੇ ਕੋਲੇ ਵਿਚਾਰੇ ਕੋਲੇ ਕੁਛ ਨਹੀਂ, ਜਿਹਨੇ ਮੁੱਲ ਲੈ ਕੇ ਖਾਣਾ। ਜਿਵੇਂ ਅਮਤੋਜ ਜੀ ਨੇ 3 ਵਾਰੀ ਗੱਲ ਕਰੀ ਆਪਣੀ ਗੱਲ 'ਚ, ਦੇਖ ਲਿਆ ਨਜ਼ਾਰਾ ਸਰੋਂ ਦੇ ਤੇਲ ਦਾ, ਦੇਖ ਲਿਆ ਨਜ਼ਾਰਾ ਸਾਡੇ ਕਿਸਾਨਾਂ ਦੀ ਮੱਕੀ 600 ਰੁਪਏ ਕੁਇੰਟਲ ਵਿਕੀ ਹੈ ਔਰ ਉਹਨਾਂ ਦੇ ਅਡਾਨੀਆਂ ਦੇ ਮੌਲ 'ਚ ਪਈ ਛੱਲੀ 60 ਰੁਪਏ ਦੀ ਵਿਕੀ ਹੈ, ਸਾਡੇ ਸਾਹਮਣੇ ਆ। ਅਸੀਂ ਇਹ ਵੇਖ ਲਿਆ ਸਾਰਾ ਕੁਝ। ਜਦੋਂ ਸਾਡਾ ਅਨਾਜ ਸਾਰਾ ਕੁਝ ਉਹਨਾਂ ਦੇ ਕਬਜ਼ੇ ਚਲਿਆ ਗਿਆ ਤਾਂ ਲੋਕਾਂ ਨੂੰ ਆਟਾ ਕਿਲੋਆਂ ਦੇ ਹਿਸਾਬ ਨਾਲ ਪੈਕਟਾਂ ਦੇ ਵਿੱਚ ਮਿਲਣਾ ਹੈ। ਦਵਿੰਦਰ ਜੀ ਨੇ ਇੱਕ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ। ਇਹ ਵੀ ਇੱਕ ਇਕਨੋਮਿਕਸ ਦਾ ਸਵਾਲ ਹੈ ਕਿ ਉਹਦੇ 'ਚ ਕੀ ਹੈ ਕਿ ਜਿਵੇਂ ਮਜ਼ਦੂਰ ਹੱਥ ਕੰਮ ਕਰਨਗੇ, ਜਿੰਨੇ ਹੱਥ ਕੰਮ ਕਰਨਗੇ ਉਨੀ ਨਵੀਂ ਚੀਜ਼ ਪੈਦਾ ਹੋਏਗੀ ਤੇ ਉਨਾ ਹੀ ਸਾਡਾ ਕੀ ਉਹਨੂੰ ਆਪਾਂ ਕਵਾਂਗੇ GDP ਵਧੇਗੀ। ਨਵਾਂ ਚੀਜ਼ ਪੈਦਾ ਹੋਏਗੀ ਤਾਂ ਉਹਦੇ ਨਾਲ GDP ਵਧੇਗੀ। ਉਹ ਮਜ਼ਦੂਰ ਬਣਾ ਕੇ ਸਾਡੇ ਹੱਥਾਂ ਤੋਂ ਕੰਮ ਲੈਣ ਦੀ ਮਤਲਬ ਉਹਨਾਂ ਦੀ ਇੱਕ ਮਤਲਬ ਇਹ ਭਾਵਨਾ। ਪਰ ਹੁਣ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਮਜ਼ਦੂਰਾਂ ਦੀ ਗਿਣਤੀ ਵੱਧ ਗਈ ਤਾਂ ਮਜ਼ਦੂਰੀ ਦਾ ਰੇਟ ਕੀ ਹੋਏਗਾ। ਸਵਾਲ ਇਹ ਹੈ ਕਿ ਜਦੋਂ ਮਜ਼ਦੂਰਾਂ ਦੀ ਗਿਣਤੀ ਵਧੇ ਗਈ ਤਾਂ ਮਜ਼ਦੂਰੀ ਦਾ ਰੇਟ ਕੀ ਹੋਏਗਾ। ਮਜ਼ਦੂਰੀ ਦਾ ਰੇਟ ਦੇਖ ਕੇ ਜਦੋਂ ਥੱਲੇ ਆਇਆ ਤਾਂ ਉਹ ਦੂਜੇ ਪਾਸੇ ਅਨਾਜ ਉਹਨਾਂ ਦੇ ਕਬਜ਼ੇ 'ਚ ਹੋਇਆ। ਇਹ ਆਟਾ 150 ਰੁਪਏ ਕਿਲੋ ਹੋਇਆ ਤੇ 150 ਰੁਪਏ ਦਿਹਾੜੀ ਕਮਾ ਕੇ ਕੋਈ ਆਦਮੀ ਕਿਵੇਂ ਆਪਣੀ ਜ਼ਿੰਦਗੀ ਜਿਉਂ ਪਾਵੇਗਾ, ਕਿਵੇਂ ਆਪਣੀ ਰੋਟੀ ਖਾ ਪਾਏਗਾ ਔਰ ਆਪਣੇ ਬੱਚਿਆਂ ਦੀ ਪੜ੍ਹਾਈ ਕਿਵੇਂ ਕਰਵਾਏਗਾ, ਆਪਣੀਆਂ ਬੱਚੀਆਂ ਦੀ ਸ਼ਾਦੀ ਕਿਵੇਂ ਕਰੇਗਾ। ਉਹ ਸਾਰੀਆਂ ਦੀਆਂ ਸਾਰੀਆਂ ਲੋੜਾਂ ਮਗਰ ਖੜੀਆਂ। ਸੋ ਇਸ ਕਰਕੇ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਸਾਡੇ ਮਜ਼ਦੂਰ ਵੀਰਾਂ ਦੀ ਲੜਾਈ ਹੈ। ਉਹਨਾਂ ਨੂੰ ਸਾਡੇ ਨਾਲ ਕੋਆਪਰੇਟ ਕਰਨਾ ਚਾਹੀਦਾ, ਕਰ ਵੀ ਰਹੇ ਨੇ। ਐਸੀ ਨਹੀਂ ਹੈ ਗੱਲ, ਬਹੁਤ ਵੱਡੀ ਪੱਧਰ ਦੇ ਉੱਤੇ ਮਜ਼ਦੂਰ ਸਾਡਾ ਸਹਿਯੋਗ ਕਰਦੇ ਹੈ, ਲੇਕਿਨ ਕੁਝ ਪਰਸੈਂਟ ਹੈ ਤੁਹਾਡੇ ਵਾਲੀ ਗੱਲ ਹੈਗੀ ਹੈ ਇਹ ਕਿਤੇ ਨਾ ਕਿਤੇ ਆ ਜਾਂਦੀ ਹੈ ਗੱਲ। ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਮਝਾ ਕੇ ਸਾਰੇ ਇਕਜੁੱਟ ਹੋ ਕੇ ਲੜਨ ਦੀ ਕੋਸ਼ਿਸ਼ ਦੇ ਵਿੱਚ ਹੈ।